ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਅਸੀਂ ਜਿਸ ਵਿਸ਼ੇ ਉੱਤੇ ਗੱਲਬਾਤ ਕਰਾਂਗੇ ਉਹ ਆਮ ਲੋਕਾਂ ਦੇ ਨਾਲ ਜੁੜਿਆ, ਕਿਰਤੀਆਂ ਦੇ ਨਾਲ ਜੁੜਿਆ, ਮਜ਼ਦੂਰਾਂ ਦੇ ਨਾਲ ਜੁੜਿਆ, ਦਿਹਾੜੀਦਾਰ ਦੇ ਨਾਲ ਜੁੜਿਆ, ਜਿਹੜਾ ਸਵੇਰੇ ਆਪਣੇ ਘਰੋਂ ਟਿਫਨ ਚੁੱਕ ਕੇ ਦਿਹਾੜੀ ਦੀ ਆਸ ਵਿੱਚ ਘਰੋਂ ਨਿਕਲਦਾ ਹੈ ਤੇ ਅੱਗੋਂ ਖੈਰ ਪੈਂਦੀ ਹੈ ਕਿ ਨਹੀਂ, ਇਹ ਸਮਾਂ ਦੱਸਦਾ ਹੈ। ਪਰ ਜਿਹੜੇ ਲੋਕ ਪ੍ਰਾਈਵੇਟ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ ਉਹ ਵੀ ਇੱਕ ਦਿਹਾੜੀਦਾਰ ਟਾਈਪ, ਉਹਨਾਂ ਨੂੰ ਵੀ ਆਸ ਨਹੀਂ ਹੁੰਦੀ ਕਿ ਅੱਜ ਜਾ ਕੇ ਸਾਨੂੰ ਸਾਡੇ ਬੋਸ ਨੇ ਰੱਖਣਾ ਹੈ ਜਾਂ ਨਹੀਂ ਰੱਖਣਾ, ਜਾਂ ਸਾਡੇ ਨਾਲ ਕੀ ਬੀਤਣੀ ਹੈ। ਕੋਈ ਮਤਲਬ ਕਿ ਸ਼ੋਰਟੀ ਨਹੀਂ ਹੁੰਦੀ ਨੌਕਰੀ ਦੀ, ਜਿਹੜਾ ਉਹ ਕੰਮਕਾਰ ਕਰਦੇ ਨੇ। ਪਰਿਵਾਰਾਂ ਦੇ ਵਿੱਚ ਇਸ ਨੂੰ ਲੈ ਕੇ ਆਰਥਿਕ ਤੰਗੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਝੱਲਣੀਆਂ ਪੈਂਦੀਆਂ। ਜਦੋਂ ਗੱਲ ਹੁੰਦੀ ਹੈ ਕਿ ਸਰਕਾਰਾਂ ਸ਼ਗੂਫੇ ਦਿਖਾਉਂਦੀਆਂ ਨੇ ਕਿ ਅਸੀਂ ਆਮਦਨ ਦੁੱਗਣੀ ਕਰਨੀ ਹੈ ਜਾਂ ਕਿਸਾਨਾਂ ਦੀ ਕਰਨੀ ਹੈ, ਆਮ ਬੰਦੇ ਦੀ ਗੱਲ ਜਦੋਂ ਹੁੰਦੀ ਹੈ, ਕਿਉਂਕਿ ਸਰਕਾਰੀ ਮੁਲਾਜ਼ਮਾਂ ਦੀ ਵੀ ਅਸੀਂ ਗੱਲ ਕਰਾਂਗੇ, ਉਹਨਾਂ ਦੀਆਂ ਤਨਖਾਹਾਂ 'ਚ ਜਿੱਦਾਂ ਵਾਧਾ ਹੁੰਦਾ ਤੇ ਇੱਧਰ ਆਮ ਬੰਦਾ ਜਿਹਨੂੰ ਸਵੇਰੇ ਉੱਠਦਿਆਂ ਸਾਰ ਝਟਕਾ ਲੱਗਦਾ ਹੈ, ਕਦੇ ਪੈਟਰੋਲ ਡੀਜ਼ਲ ਦਾ ਰੇਟ ਵਧਿਆ, ਕਦੇ ਸਿਲੰਡਰ ਦਾ ਰੇਟ ਵੱਧ ਗਿਆ, ਕਦੇ ਖੁਰਾਕੀ ਵਸਤੂਆਂ ਦਾ, ਸਰੋਂ ਦੇ ਤੇਲ ਦਾ ਤੁਸੀਂ ਦੇਖ ਲਓ ਕਿ ਰੇਟ ਕਿਸ ਢੰਗ ਦੇ ਨਾਲ ਅਸਮਾਨੀ ਛੂੰਹਦੇ ਨੇ, ਪਰ ਉਹਨਾਂ ਦੀ ਤਨਖਾਹ ਜਿਹੜੀ ਹੈ ਉਨੀ ਦੀ ਉਨੀ ਰਹਿੰਦੀ ਹੈ। ਮਹੀਨੇ ਬਾਅਦ ਤਨਖਾਹ ਮਿਲਣੀ ਹੁੰਦੀ ਹੈ, ਸਾਲ ਬਾਅਦ ਕੋਈ ਇਨਕਰੀਮੈਂਟ ਮਾੜਾ ਮੋਟਾ ਜੇ ਕਿਤੇ ਮਾਲਕ ਖੁਸ਼ ਹੋਵੇ ਤਾਂ ਲਾ ਦਿੰਦਾ, ਪਰ ਆਮ ਬੰਦੇ ਦੀ ਗੱਲ ਹੋਣੀ ਜ਼ਰੂਰੀ ਹੈ। ਅੱਜ ਦੇ ਮਾਹੌਲ ਦੇ ਵਿੱਚ ਸਰਕਾਰਾਂ ਬਦਲਦੀਆਂ ਰਹਿੰਦੀਆਂ, ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਦਲ ਗਿਆ, ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਲੋਕਾਂ ਦੀਆਂ ਆਸਾਂ ਉਮੀਦਾਂ, ਲੋਕ ਕੀ ਚਾਹੁੰਦੇ ਨੇ, ਲੋਕਾਂ ਦੇ ਮੁੱਦੇ ਕੀ ਨੇ, ਲੋਕਾਂ ਨੂੰ ਕਿਸ ਗੱਲ ਦੀ ਫਿਕਰ ਹੈ, ਘੱਟੋ ਘੱਟ ਆਮਦਨ ਇੱਕ ਪਰਿਵਾਰ ਦੀ ਜਿਹੜੀ ਹੈ ਉਹ ਕਿੰਨੀ ਕੁ ਹੋਣੀ ਚਾਹੀਦੀ ਹੈ। ਜਦੋਂ ਸਰਕਾਰਾਂ ਨੌਕਰੀ ਦੀ ਗੱਲ ਕਰਦੀਆਂ ਨੇ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਅਸੀਂ ਰੁਜ਼ਗਾਰ ਦੇਵਾਂਗੇ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਕਿਸ ਤਰ੍ਹਾਂ ਸੋਚਦੇ ਹੋ ਇਸ ਬਾਰੇ ਕਿ ਇੱਕ ਆਦਮੀ ਦੀ, ਆਮ ਵਿਅਕਤੀ ਦੀ ਆਮਦਨ ਕਿੰਨੀ ਕੁ ਹੋਣੀ ਚਾਹੀਦੀ ਹੈ? ਜਾਤ ਪਾਤ ਦੀ ਕੋਈ ਗੱਲ ਨਹੀਂ, ਜਿਹੜੇ ਮਰਜ਼ੀ ਫਿਰਕੇ ਨਾਲ ਸੰਬੰਧਿਤ ਹੋਵੇ, ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਸਰਕਾਰ ਦਾ ਇੱਕ ਤੌਰ ਤਰੀਕਾ ਹੈਗਾ ਆਮਦਨ ਮਿਥਨ ਦਾ, ਹਾਲਾਂਕਿ ਉਹ ਕੋਈ ਬਹੁਤਾ ਚੰਗਾ ਨਹੀਂ ਹੈ। ਉਹਦੇ 'ਚ ਵੀ ਇੰਨੇ ਗਜ ਕੱਪੜਾ ਚਾਹੀਦਾ ਹੈ, ਇੰਨਾ ਮਕਾਨ ਚਾਹੀਦਾ ਹੈ, ਇੰਨੀ ਰੋਟੀ ਚਾਹੀਦੀ ਹੈ। ਉਹ ਜਿਹੜਾ ਇੰਡਸਟਰੀਅਲ ਲੇਬਰ ਹੈ ਉਹਨੂੰ ਕਹਿੰਦੇ ਨੇ ਮਿਨੀਮਮ ਵੇਜ ਐਕਟ ਬਣਾਇਆ ਹੋਇਆ ਵੀ ਘੱਟੋ ਘੱਟ ਉਜਰਤ ਕਿੰਨੀ ਹੋਵੇ। ਉਹਦੇ ਵਿੱਚ ਜਿਹੜੀ ਇੱਕ ਵਿਅਕਤੀ ਦੀ ਆਮਦਨ ਤਕਰੀਬਨ ਜਿਹੜੀ ਹੈ ਅਨਸਕਿਲਡ ਦੀ, ਉਹ 10,000 ਮਹੀਨੇ ਦੀ ਘੱਟੋ ਘੱਟ ਹੋਣੀ ਚਾਹੀਦੀ ਹੈ। ਇਹ ਵਿਅਕਤੀ ਦੇ ਵਾਸਤੇ, ਪਰਿਵਾਰ ਦੇ ਵਾਸਤੇ ਨਹੀਂ ਹੈ। ਤੇ ਵੈਸੇ ਉਹਦੇ 'ਚ ਪਰਿਵਾਰ ਗਿਣਿਆ 4 ਜੀਆਂ 5 ਜੀਆਂ ਦਾ ਪਰਿਵਾਰ, ਹਾਂ 4 ਜੀਆਂ ਦਾ ਪਰਿਵਾਰ ਗਿਣਿਆ, ਪਰ ਉਹਦੇ ਉਹ ਉਤਲੇ ਥੱਲੇ ਵਾਲੇ ਹੋਣਗੇ। ਜੇ ਆਪਾਂ ਉਂਝ ਕੱਢੀਏ ਘੱਟੋ ਘੱਟ, ਜਿਹਦੇ 'ਚ ਵੀ ਕੱਪੜਾ, ਜਗ੍ਹਾ ਬਹੁਤ ਥੋੜ੍ਹਾ ਗਿਣਿਆ ਗਿਆ, ਬਹੁਤ ਸਾਰੀਆਂ ਚੀਜ਼ਾਂ, ਈਵਨ ਬਾਜ਼ਾਰ 'ਚੋਂ ਰੇਟ ਇਕੱਠੇ ਕਰਦੇ ਨੇ ਇਹ, ਤੇ ਉਹਦੇ ਨਾਲ ਜੇ ਅਸੀਂ ਦੇਖੀਏ ਤਾਂ 12-13 ਹਜ਼ਾਰ ਤੋਂ ਘੱਟ ਕਿਸੇ ਵੀ ਪਰਿਵਾਰ ਦਾ ਮਹੀਨੇ ਦੇ ਤੋਂ ਅੱਜ ਦੇ ਭਾਅ ਦੇ ਵਿੱਚ ਗੁਜ਼ਾਰਾ ਨਹੀਂ ਹੋ ਸਕਦਾ। ਇਹ ਮਿਨੀਮਮ ਹੈ। ਜਿਹਨੂੰ ਕੁਛ ਨਹੀਂ ਆਉਂਦਾ, ਕੋਈ ਕੰਮ ਨਹੀਂ ਆਉਂਦਾ, ਕੋਈ ਸਕਿੱਲ ਨਹੀਂ ਉਹਦੇ ਕੋਲ, ਜਿਹੜੇ ਸਕਿੱਲਡ ਨੇ ਉਹਨਾਂ ਦੀ ਗਾਹਾਂ ਵੱਧਦੀ ਜਾਂਦੀ ਹੈ। ਉਹਦੇ ਵਿੱਚ ਤਕਰੀਬਨ 15,000 ਰੁਪਇਆ ਸਕਿੱਲਡ ਦਾ, 12,000 ਹੈ ਜੇ ਸਾਰਾ ਕੁਛ ਰਲਾਈਏ ਤਾਂ 15,000 ਹੋ ਜਾਂਦਾ। ਸੋ ਹੁਣ ਜੇ ਅਸੀਂ ਸਕਿੱਲਡ, ਸੈਮੀ ਸਕਿੱਲਡ, ਹਾਈਲੀ ਸਕਿੱਲਡ, ਉਹ ਵੀ ਤਾਂ ਹਾਈਲੀ ਸਕਿੱਲਡ ਵੀ ਡੇਲੀ ਵੇਜ, ਜਿਵੇਂ ਤੁਸੀਂ ਕਿਹਾ ਦਿਹਾੜੀ ਤੇ ਵਰਗੇ ਹੀ ਨੇ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਕਿਸੇ ਪ੍ਰਾਈਵੇਟ ਜਗ੍ਹਾ ਤੇ। ਸੋ ਉਹ ਜੇ ਇਹ ਤਾਂ ਹੈਗੇ ਮਿਨੀਮਮ ਵੀ ਇੱਕ ਵਿਅਕਤੀ ਨੂੰ ਇੰਨੇ ਪੈਸੇ ਦੇਣੇ, ਘੰਟੇ ਦੇ ਹਿਸਾਬ ਨਾਲ ਵੀ ਵੇਜ ਤੈਅ ਕਰੀ ਹੋਈ ਹੈ। ਉਂਝ ਜੇ ਅਸੀਂ ਦੇਖੀਏ, ਇੱਕ ਹੁੰਦੀ ਹੈ ਵੀ ਰਿਸਪੈਕਟੇਬਲ ਵੇਜ, ਮਤਲਬ ਇੱਜ਼ਤਦਾਰ ਰੋਟੀ ਖਾਣੀ, ਇੱਜ਼ਤਦਾਰ ਜਗ੍ਹਾ ਤੇ ਰਹਿਣਾ, ਜਿਹੜਾ ਵੀ ਚਾਹੇ 2 ਕਮਰਿਆਂ ਦਾ ਘਰ ਹੋਵੇ, ਸਾਫ਼ ਸਫਾਈ ਆਲੇ ਦੁਆਲੇ ਹੋਵੇ, ਉੱਥੇ ਥੋੜ੍ਹੀਆਂ ਮੋਟੀਆਂ ਸਹੂਲਤਾਂ ਜਿਹੜੀਆਂ ਘਰਾਂ ਦੇ ਆਲੇ ਦੁਆਲੇ ਹੋਣੀਆਂ ਚਾਹੀਦੀਆਂ ਨੇ, ਪਾਣੀ ਬਿਜਲੀ ਜੋ ਵੀ ਹੈ ਉਹ ਚਾਹੇ। ਜੇ ਉਹਨੂੰ ਆਪਾਂ ਦੇਖੀਏ ਤਾਂ ਤਕਰੀਬਨ ਘੱਟੋ ਘੱਟ ਅੱਜ ਚਾਹੀਦਾ ਹੈ 18,000 ਰੁਪਈਆ ਮਹੀਨੇ ਦਾ, ਜੇ ਉਹ ਅਸੀਂ ਉਹਨੂੰ ਦੇਣਾ। ਅਤੇ ਉਹਦੇ ਵਿੱਚ 18,000 ਮਹੀਨੇ ਦਾ ਉਹਦਾ ਡੇ ਟੂ ਡੇ ਦਾ ਖਰਚਾ, ਉਹਦੇ 'ਚੋਂ ਘਰ ਬਣਾ ਨਹੀਂ ਸਕਦਾ। ਸੋ ਘਰ ਬਣਾ ਕੇ ਦੇਣਾ, ਹੋਰ ਕਰਨਾ, ਉਹ ਅਗਲੀਆਂ ਗੱਲਾਂ ਨੇ। ਸੋ ਜਦ ਅਸੀਂ ਇਸ ਚੀਜ਼ ਪਾਸੇ ਨੂੰ ਦੇਖਦੇ ਹਾਂ ਤਾਂ ਅੱਜ ਜਿਹੜਾ ਸਾਡਾ 5 ਜੀਆਂ ਦਾ ਪਰਿਵਾਰ ਹੈ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇ 18,000 ਵੀ ਲਾ ਲਈਏ ਤਾਂ ਵੀ 3,500 ਹੀ ਆਇਆ ਨਾ, 3,400 ਹੀ। ਅਤੇ ਸਭ ਨੂੰ ਪਤਾ ਵੀ 100 ਰੁਪਏ ਤਾਂ ਰੋਟੀ 'ਤੇ ਖਰਚ ਹੋ ਜਾਂਦਾ ਹੈ। ਜੇ ਹਾਜ਼ਰੀ ਦੁਪਹਿਰ ਦੀ ਅਤੇ ਸ਼ਾਮ ਦੀ 100 ਰੁਪਏ, ਚਲੋ ਕੋਈ ਕਹੂਗਾ ਜੀ ਘਰੇ ਬਣਾਉਂਦੇ ਨੇ, ਸਸਤੀ ਬਣਾਉਂਦੇ ਨੇ, 70-80 ਖਰਚ ਲੂਗਾ। ਜੇ 70-80 ਖਰਚ ਲਏ ਤਾਂ ਬਾਕੀ ਤਾਂ 50 ਹੀ ਰਹਿ ਗਏ। ਸੋ ਉਸ ਤਰੀਕੇ ਨਾਲ ਸਾਨੂੰ ਹਿਸਾਬ ਲਗਾਉਣਾ ਪਏਗਾ ਕਿ ਵੀ ਲੋਕਾਂ ਨੂੰ ਘੱਟੋ ਘੱਟ, ਇਸ ਕਰਕੇ ਇੱਕ ਪੂਰੀ ਦੁਨੀਆ 'ਚ ਇੱਕ ਅੰਕੜਾ ਚੱਲ ਰਿਹਾ ਹੈ, ਇੱਕ ਵਿਚਾਰ ਚੱਲ ਰਿਹਾ, ਰਾਦਰ ਅੰਕੜਾ ਨਹੀਂ ਮੈਂ ਕਹਾਂਗਾ, ਵਿਚਾਰ ਚੱਲ ਰਿਹਾ ਹੈ
ਵੀ ਹਰੇਕ ਪਰਿਵਾਰ ਦੀ ਕਿਸੇ ਵੀ ਦੇਸ਼ ਵਿੱਚ ਹਰੇਕ ਪਰਿਵਾਰ ਦੀ ਘੱਟੋ ਘੱਟ ਜਿਹੜੀ ਆਮਦਨ ਹੈ ਉਹ ਯਕੀਨੀ ਬਣਾਈ ਜਾਵੇ। ਜੇ ਉਹਨੂੰ ਉਨੀ ਆਮਦਨ ਨਹੀਂ ਹੁੰਦੀ ਤਾਂ ਬਾਕੀ ਪੈਸਾ ਸਰਕਾਰ ਦੇਵੇ, ਜਿਹਦੇ ਕੋਲ ਜ਼ਿਆਦਾ ਉਹ ਤੋਂ ਲੈ ਕੇ। ਪੈਸੇ ਤਾਂ ਵੰਡਣਾ ਹੀ ਹੈ ਨਾ, ਪੈਸਾ ਐਂ ਤਾਂ ਹੋ ਨਹੀਂ ਸਕਦਾ। ਜ਼ਿਆਦਾ ਉਹਦੇ ਕੋਲ ਤਾਂ ਹੀ ਆਇਆ ਹੈ ਕਿ ਉਹਦੇ ਕੋਲ ਲੋਕ ਕੰਮ ਕਰਦੇ ਨੇ। ਜਿਵੇਂ ਆਪਾਂ ਮਸਲਨ ਆਪਾਂ ਕੋਈ ਅਦਾਰਾ ਲੈ ਲਓ, ਇੱਕ ਫੈਕਟਰੀ ਲੈ ਲਓ, ਜਿੱਥੇ 4000 ਮਜ਼ਦੂਰ ਲੱਗਿਆ ਹੋਇਆ ਹੈ। ਜਿਹੜੇ ਬੰਦੇ ਨੇ ਉਹ ਫੈਕਟਰੀ ਲਾਈ ਹੈ ਉਹਨੇ ਤਾਂ ਉੱਥੇ ਪੈਸਾ ਹੀ ਲਾਇਆ ਨਾ, ਬਾਕੀ ਜ਼ਮੀਨ ਤਾਂ ਲੋਕਾਂ ਤੋਂ ਖਰੀਦੀ ਹੈ। ਜਿਹੜਾ ਕੱਚਾ ਮਾਲ ਆ ਰਿਹਾ ਉੱਥੇ ਉਹ ਵੀ ਲੋਕਾਂ ਤੋਂ ਆ ਰਿਹਾ ਹੈ। ਜਿਹੜਾ ਪੱਕਾ ਮਾਲ ਬਣ ਰਿਹਾ ਉਹ ਮਜ਼ਦੂਰ ਬਣਾ ਰਹੇ ਨੇ। ਜਿਹੜਾ ਢੋ ਢੁਆਈ ਕਰ ਰਹੇ ਨੇ ਉਹ ਵੀ ਮਜ਼ਦੂਰ ਕਰ ਰਹੇ ਨੇ। ਜਿਹੜਾ ਕੋਈ ਗਾਹਾਂ ਵੇਚਿਆ ਜਾਂਦਾ ਉਹ ਵੀ ਛੋਟੀਆਂ ਮੋਟੀਆਂ ਦੁਕਾਨਾਂ 'ਤੇ ਵੇਚਿਆ ਜਾਂਦਾ ਨਾ, ਉਹ ਵੀ ਮਜ਼ਦੂਰੀ ਹੈ ਕਿਸਮ ਦਾ। ਦੁਕਾਨਦਾਰ ਜਿਹੜਾ ਹੈ ਉਹ ਵੀ ਦਿਹਾੜੀ ਹੀ ਕਰਦਾ ਆਪਦੀ, ਉਹ ਇੰਨਾ ਵੀ ਆਪਦੀ ਦਿਹਾੜੀ ਕਰ ਰਿਹਾ। ਜਿਵੇਂ ਕਿਸੇ ਨੇ ਆਪਦੀ ਟੈਕਸੀ ਚਲਾ ਲਈ, ਕਿਸੇ ਦੇ ਕੋਲ ਕੋਈ ਡਰਾਈਵਰ ਲੱਗ ਗਿਆ। ਸੋ ਉਸ ਤਰੀਕੇ ਨਾਲ ਜੇ ਅਸੀਂ ਦੇਖੀਏ ਕਿ ਜਿਹੜੀ ਇਹ ਦੌਲਤ ਪੈਦਾ ਹੁੰਦੀ ਹੈ, ਜਿਹਨੂੰ ਆਪਾਂ ਦੌਲਤ ਕਹਿੰਦੇ ਹਾਂ, ਜਾਂ ਜਿਹੜਾ ਪੈਸਾ ਵੀ ਲਾ ਲਓ, ਇਹ ਸਾਰਾ ਪੈਸਾ ਪੈਦਾ ਕਰਦਾ ਆਮ ਬੰਦਾ। ਇਹ ਉਹਨੇ ਜਿਹਨੇ ਪੈਸੇ ਲਾਏ ਨੇ ਉਹ ਨਹੀਂ ਪੈਦਾ ਕਰ ਰਿਹਾ। ਪੈਸੇ ਦਾ ਕੀ ਹੈ, ਪੈਸੇ ਵਾਲੇ ਤਾਂ ਹੁਣ ਤਾਂ ਹੋਰ ਹੋ ਗਿਆ ਉਲਟਾ ਵਰ ਕੇ। ਪੈਸੇ ਵੀ ਲੋਕਾਂ ਦੇ ਲੈ ਜਾਂਦੇ ਨੇ, ਕਿਉਂਕਿ ਬੈਂਕਾਂ 'ਚੋਂ ਪੈਸਾ ਲੈ ਲਓ, ਉਹਨੂੰ ਲਾ ਕੇ ਪੈਸੇ ਕਮਾਈ ਜਾਓ ਤੇ ਮੁੜ ਕੇ ਉਹਦਾ ਦਵਾਲਾ ਕੱਢ ਕੇ ਭੱਜੋ। ਇਹ ਆਪਾਂ ਰੋਜ਼ ਹੀ ਦੇਖਦੇ ਹਾਂ। ਬੈਂਕਾਂ ਹੋਰ ਫੇਲ ਕਿਉਂ ਹੋ ਰਹੀਆਂ ਨੇ, NPA ਦਾ ਕਿਉਂ ਹੈ? ਸੋ ਸਾਡੇ ਸਿਸਟਮ ਦੇ ਵਿੱਚ ਇਹ ਬਣਾਤਾ ਕਿ ਆਮ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਨਿਚੋੜ ਕੇ ਵੱਡਿਆਂ ਨੂੰ ਦੇਣੀ ਹੈ। ਇਹ ਇੱਕ ਸਿਸਟਮ ਦੇ ਵਿੱਚ ਹੋ ਗਿਆ। ਔਰ ਇਸ ਸਿਸਟਮ ਦੇ ਵਿੱਚ ਜਿਹੜਾ ਇਹ ਆਮ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਤਕੜਿਆਂ ਨੂੰ ਦੇਣੀ ਹੈ, ਉਹ ਤਕੜਿਆਂ 'ਚ ਗਾਹਾਂ ਕਈ ਤਰ੍ਹਾਂ ਦੇ ਲੋਕ ਨੇ। ਉਹਨਾਂ ਦੀ ਜਾਤੀ ਉੱਚੀ ਹੋ ਸਕਦੀ ਹੈ, ਉਹ ਰਾਜ ਕਰਦੇ ਹੋ ਸਕਦੇ ਨੇ, ਉਹਨਾਂ ਕੋਲ ਕੋਈ ਸਰਕਾਰੀ ਨੌਕਰੀ ਹੋ ਸਕਦੀ ਹੈ, ਉਹਨਾਂ ਕੋਲ ਕੋਈ ਵੱਡਾ ਬਿਜ਼ਨਸ ਹੋ ਸਕਦਾ ਹੈ, ਉਹਨਾਂ ਕੋਲ ਕੋਈ ਵੱਡੀ ਜਾਇਦਾਦ ਹੋ ਸਕਦੀ ਹੈ। ਉਹ ਕਈ ਕਿਸਮ ਦੇ ਲੋਕ ਨੇ। ਉਹ ਕੋਈ ਧਰਮ ਦੇ ਵੱਡੇ ਆਗੂ ਹੋ ਸਕਦੇ ਨੇ, ਕਿਸੇ ਜਾਤ ਦੇ ਵੱਡੇ ਆਗੂ ਹੋ ਸਕਦੇ ਨੇ। ਉਹੀ ਵੱਡੇ ਲੋਕ ਨੇ। ਉਹ ਸਾਰੇ ਜਾਤਾਂ 'ਚ ਵੀ ਹੈਗੇ ਨੇ, ਧਰਮਾਂ 'ਚ ਵੀ ਹੈਗੇ ਨੇ, ਬੋਲੀਆਂ 'ਚ ਵੀ ਹੈਗੇ ਨੇ, ਖਿੱਤਿਆਂ 'ਚ ਵੀ ਹੈਗੇ ਨੇ, ਸਾਰੇ ਸ਼ੋਬਿਆਂ 'ਚ ਹੈਗੇ ਨੇ। ਅੱਜ ਇਹ ਮੀਡੀਆ ਦੇਖੀ, ਆਪਾਂ ਨੂੰ ਪਤਾ ਮੀਡੀਆ 'ਚ ਬਹੁਤ ਵੱਡੇ ਵੱਡੇ ਹਾਊਸ ਵੀ ਨੇ, ਇੱਕ ਛੋਟੇ ਛੋਟੇ ਡੇਲੀ ਸਟਿੰਗਰ ਟਾਈਪ ਵਿਚਾਰੇ ਵੀ ਲੱਗੇ ਹੋਏ ਨੇ। ਸੋ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਹਰ ਸ਼ੋਬੇ ਦੇ ਵਿੱਚ, ਚਾਹੇ ਉਹ ਜਾਤ ਹੈ, ਚਾਹੇ ਧਰਮ ਹੈ, ਚਾਹੇ ਉਹ ਕੋਈ ਪੇਂਡੂ ਹੈ, ਚਾਹੇ ਕੋਈ ਸ਼ਹਿਰੀ ਹੈ, ਚਾਹੇ ਕੋਈ ਦਲਿਤ ਹੈ, ਚਾਹੇ ਕੋਈ ਨੌਨ ਦਲਿਤ ਹੈ, ਜਿਹੜਾ ਮਰਜ਼ੀ ਹੈ, ਜਿਹੜੀ ਮਰਜ਼ੀ ਧਰਮ ਦਾ ਹੈ, ਜਿਹੜੀ ਮਰਜ਼ੀ ਜਾਤ ਦਾ ਹੈ, ਚਾਹੇ ਬੈਕਵਰਡ ਕਲਾਸ ਹੈ, ਚਾਹੇ ਸ਼ੈਡਿਊਲਡ ਕਾਸਟ ਹੈ, ਉਹਨਾਂ ਸਾਰਿਆਂ ਦੇ ਵਿੱਚ ਕੁਝ ਲੋਕ ਨੇ ਜਿਹੜੇ ਉੱਪਰ ਨੇ ਤੇ ਮੈਜੋਰਟੀ, ਬਹੁਤ ਗਿਣਤੀ ਉਹ ਥੱਲੇ ਹੈ। ਹਾਂ, ਉਹਦੇ 'ਚੋਂ ਫਰਕ ਇੰਨਾ ਜ਼ਰੂਰ ਹੈ ਵੀ ਜਿਵੇਂ ਅਸੀਂ ਜੇ ਸ਼ੈਡਿਊਲਡ ਕਾਸਟ ਕਹਿੰਦੇ ਹਾਂ, ਉਹਨਾਂ 'ਚੋਂ ਜ਼ਿਆਦਾ ਲੋਕ ਥੱਲੇ ਨੇ। ਜਿਹੜੀ ਮਿਨੋਰਟੀਜ਼ ਦੇ ਵਿੱਚੋਂ ਮੁਸਲਮਾਨਾਂ ਦੀ ਜਿਹੜੀ ਮੈਜੋਰਟੀ, ਉਹਦੇ 'ਚ ਵੀ ਜ਼ਿਆਦਾ ਲੋਕ ਗਰੀਬ ਨੇ। ਇਹ ਦੋ ਕੈਟਾਗਰੀਆਂ ਜਿਹੜੀਆਂ ਨੇ, ਸ਼ੈਡਿਊਲਡ ਟਰਾਈਬ, ਸ਼ੈਡਿਊਲਡ ਕਾਸਟ ਤੇ ਮੁਸਲਿਮਸ, ਇਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਅਮੀਰ ਥੋੜ੍ਹੇ ਨੇ ਤੇ ਗਰੀਬ ਜਨਤਾ ਬਹੁਤ ਜ਼ਿਆਦਾ ਹੈ। ਤੇ ਜਿਹੜੇ ਬਾਕੀ ਕਾਸਟ ਨੇ, ਸਿੱਖ ਨੇ, ਹਿੰਦੂ ਨੇ, ਹਿੰਦੂਆਂ 'ਚ ਗਾਹਾਂ ਤਰ੍ਹਾਂ ਤਰ੍ਹਾਂ ਦੇ ਨੇ, ਉਹਨਾਂ 'ਚ ਪਰਸੈਂਟੇਜ ਵਾਈਜ਼ ਐਂ ਤਾਂ ਨਹੀਂ ਵੀ ਬਹੁਤ ਜ਼ਿਆਦਾ ਫਰਕ ਹੈ, ਪਰ ਪਰਸੈਂਟੇਜ ਵਾਈਜ਼ ਗਰੀਬ ਘੱਟ ਨੇ। ਤੇ ਉਹਨਾਂ ਦੇ ਮੁਕਾਬਲੇ ਜੇ ਉੱਥੇ ਮੰਨ ਲਓ ਵੀ 95% ਲੋਕ ਗਰੀਬ ਨੇ ਜਾਂ 97%, ਤਾਂ ਇੱਥੇ 90% ਗਰੀਬ ਹੋਣੇ ਨੇ। 5-7% ਦਾ ਫਰਕ ਹੈ ਇਹਨਾਂ 'ਚ। ਤੇ ਪਰ ਗਰੀਬ ਤਾਂ ਇੱਥੇ ਵੀ ਨੇ। ਇੱਥੇ ਵੀ ਉਹੀ ਅਮੀਰ ਸਿੱਖ ਹੈਗੇ ਨੇ, ਅਮੀਰ ਹਿੰਦੂ ਹੈਗੇ ਨੇ, ਅਮੀਰ ਬ੍ਰਾਹਮਣ ਹੈਗੇ ਨੇ, ਅਮੀਰ ਰਾਜਪੂਤ ਹੈਗੇ ਨੇ। ਸੋ ਅਮੀਰੀ ਦੀ ਗੱਲ ਹੀ ਹੈ। ਜੇ ਆਪਾਂ ਦੇਖੀਏ ਸਾਡੀ ਸਿਆਸਤ ਦੇ ਵਿੱਚ ਵੀ ਸਿੰਧੀਆ, ਅਮਰਿੰਦਰ ਸਿੰਘ, ਇਹ ਕੌਣ ਨੇ? ਇਹ ਰਾਜੀ ਨੇ, ਪੁਰਾਣੇ ਰਾਜੀ ਨੇ, ਰਾਜ ਕਰਦੇ ਸੀ ਰਾਜੇ। ਉਹੀ ਰਾਜੇ ਸੋ ਕਾਲਡ ਡੈਮੋਕ੍ਰੇਸੀ ਦੇ ਨਾਮ ਦੇ ਵਿੱਚ ਆਪਣਾ ਬਣਾਉਣ ਲੱਗੇ। ਹੁਣ ਤਾਂ ਸਿੱਧੇ ਬਿਜ਼ਨਸਮੈਨ ਉਹਦੇ 'ਚ ਪਾਰਟੀਸਪੇਟ ਕਰਨ ਲੱਗੇ, ਅੰਡਰਵਰਲਡ ਦੇ ਲੋਕ ਪਾਰਟੀਸਪੇਟ ਕਰਨ। ਸੋ ਇਸ ਕਰਕੇ ਅਸੀਂ ਜੇ ਦੇਖੀਏ ਕਿ ਜਿਹੜੇ ਬੰਦੇ ਉੱਤੇ ਨੇ, ਉਹ ਚਾਹੇ ਉਹਦੇ ਕਰਕੇ ਉੱਤੇ ਨੇ, ਚਾਹੇ ਸਿੱਖਿਆ ਕਰਕੇ ਉੱਤੇ ਨੇ, ਚਾਹੇ ਉਹ ਪੈਸੇ ਕਰਕੇ ਉੱਤੇ ਨੇ, ਚਾਹੇ ਕੋਈ ਜਾਇਦਾਦ ਕਰਕੇ ਉੱਤੇ ਨੇ, ਚਾਹੇ ਵਪਾਰ ਕਰਕੇ ਉੱਤੇ ਨੇ, ਉਹ ਬਗੈਰ ਜਾਤ ਧਰਮ ਦੇ ਉੱਪਰ ਨੇ ਤੇ ਬਾਕੀ ਥੱਲੇ ਨੇ। ਹੁਣ ਇਹਦੇ ਵਿੱਚ ਕੀ ਹੈ? ਜਿਹੜੀ ਮਿਨੀਮਮ ਇਨਕਮ ਇਨਸ਼ੋਰ ਕਰਨ ਦੀ ਗੱਲ ਉਹ ਇਹੀ ਹੈ ਕਿ ਜਦ ਥੱਲੇ ਲੋਕ ਬਹੁਤ ਜ਼ਿਆਦਾ ਗਰੀਬ ਹੋਣਗੇ ਤਾਂ ਤਣਾਅ ਪੈਦਾ ਹੋਏਗਾ ਸਮਾਜ 'ਚ। ਤਣਾਅ ਪੈਦਾ ਹੋ ਰਿਹਾ, ਆਪਾਂ ਦੇਖਦੇ ਹਾਂ ਰੋਜ਼ ਝਗੜੇ ਨੇ। ਪਰ ਉਹ ਤਣਾਅ ਨੂੰ ਹੱਲ ਕਰਨ ਵਾਸਤੇ ਵੀ, ਜਿਹੜਾ ਤੁਸੀਂ ਪਹਿਲਾ ਸਵਾਲ ਕਰਿਆ, ਹੱਲ ਕਰਨ ਵਾਸਤੇ ਵੀ ਉਹ ਜਿਹੜੇ ਉੱਪਰਲੇ ਨੇ ਉਹਨਾਂ ਵੱਲੋਂ ਜਿਹੜਾ ਤਣਾਅ ਪੈਦਾ ਕਰਿਆ ਜਾਂਦਾ ਉਹਨੂੰ ਹੱਲ ਕਰਿਆ ਜਾਂਦਾ। ਥੱਲੇ ਵਾਲਾ ਜਦ ਮਾੜਾ ਮੋਟਾ ਤਣਾਅ ਜੇ ਪੈਦਾ ਵੀ ਕਰਦਾ, ਜਿਵੇਂ ਕਿਸਾਨਾਂ ਦਾ ਸੰਕਟ ਹੈ, ਸਟਰਗਲ ਹੈ, ਉਹਦੇ 'ਚ ਇਹ ਕਿਹਾ ਜਾਂਦਾ ਕਿ ਉਤਲਿਆਂ ਨੂੰ ਤੰਗ ਕਰਦਾ ਇਹ। ਹੁਣ ਜਿਹਨੇ ਇੱਕ ਬੀਬੀ ਨੇ ਪਾਇਆ, ਉਹ ਕਹਿੰਦੀ ਜੀ ਮੈਨੂੰ ਆਪਦੇ ਉਸ 'ਤੇ ਜਾਣ ਵਾਸਤੇ, ਦਫ਼ਤਰ ਜਾਣ, ਜਿੱਥੇ ਵੀ ਜਾਣ ਵਾਸਤੇ ਮੇਰਾ ਰਸਤਾ ਬੜਾ ਲੰਬਾ ਪੈਂਦਾ। ਉਹਨੂੰ ਪੁੱਛੇ ਵੀ ਜਿਹੜੇ ਲੱਖਾਂ ਕਿਸਾਨ ਬੈਠੇ ਨੇ ਠੰਡ 'ਚ, ਹੋਰ 'ਚ, ਉਹਦੀ ਤਾਂ ਸੁਪਰੀਮ ਕੋਰਟ ਨੂੰ ਕੋਈ ਚਿੰਤਾ ਨਹੀਂ ਹੈ। ਜੇ ਆਪਾਂ ਦੇਖੀਏ ਉਸ ਤਰੀਕੇ ਨਾਲ ਵੀ ਇੱਕ ਵਿਅਕਤੀ ਕਹਿੰਦਾ ਵੀ ਮੇਰਾ ਰਸਤਾ ਰੋਕ ਲਿਆ ਜੀ ਇਹਨਾਂ ਨੇ। ਹੁਣ ਤੁਸੀਂ ਸਾਡਾ, ਹਾਲਾਂਕਿ ਸੰਵਿਧਾਨਕ ਤੌਰ ਦੇ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਜਿੱਥੇ
ਉਹੇ ਜਿਹੇ ਇਸ਼ੂ ਸੀ, ਇੱਕੋ ਜਿਹਾ ਮਾਮਲਾ, ਇੱਕੋ ਜਿਹਾ ਹੋਵੇ, ਉੱਥੇ ਜਿੱਥੇ ਬਹੁਤ ਗਿਣਤੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਉਸ ਪਾਸੇ ਵਾਲਾ ਫੈਸਲਾ ਕਰਨਾ ਹੈ। ਜੇ ਇੱਕ ਰਸਤੇ ਨਾਲ, ਚਲੋ ਮੰਨ ਲਓ ਇੱਕ ਰਸਤਾ ਬਣਾਉਣਾ ਹੈ, ਜੇ ਉਸ ਰਸਤਾ ਬਣਾਉਣ ਵਾਸਤੇ ਇੱਕ ਬੰਦੇ ਨੇ ਜਾਣਾ ਹੋਵੇ, ਉਹਦੇ ਵਾਸਤੇ ਉਹ ਰਸਤਾ ਬਣਾਉਣਾ ਹੋਵੇ ਤੇ 200 ਲੋਕਾਂ ਦੇ ਘਰ ਢਾਉਣੇ ਪੈਣ, ਰਸਤਾ ਬਣ ਨਾ ਸਕਦਾ ਹੋਵੇ, ਨਹੀਂ ਤਾਂ ਜਾਂ ਉਹਨਾਂ ਦੀ ਜ਼ਮੀਨ ਖੋਹਣੀ ਪਵੇ, ਤਾਂ ਫਿਰ ਉਹ ਇੱਕ ਬੰਦੇ ਦੀ ਬਜਾਏ 200 ਬੰਦੇ ਦਾ ਧਿਆਨ ਰੱਖਣਾ ਪਊਗਾ। ਨਿਆਂ ਤਾਂ ਇਹੀ ਹੈ ਨਾ। ਇਹ ਜੇ ਆਪਾਂ ਦੇਖੀਏ ਕੁਦਰਤੀ ਨਿਆਂ ਦਾ ਵੀ ਇਹੀ ਅਸੂਲ ਹੈ ਕਿ ਸਮਾਜਿਕ ਨਿਆਂ ਦਾ ਵੀ ਇਹੀ ਅਸੂਲ ਹੈ। ਇਹ ਤਾਂ ਹੈ ਨਹੀਂ ਵੀ 200 ਲੋਕਾਂ ਦਾ ਘਰ ਢਾਹ ਦਿਓ, ਵੀ ਕਿਉਂਕਿ ਇੱਕ ਬੰਦੇ ਦਾ ਜ਼ਰੂਰ ਰਸਤਾ ਬਣਨਾ ਚਾਹੀਦਾ, ਇਹ ਤਾਂ ਸੰਭਵ ਨਹੀਂ ਨਾ। ਸੋ ਇਸ ਕਰਕੇ ਸਾਨੂੰ ਇਹ ਗੱਲਾਂ ਨੂੰ ਦੇਖਣਾ ਜ਼ਰੂਰੀ ਹੈ, ਪਰ ਸਾਡਾ ਸਮਾਜ ਨਹੀਂ ਦੇਖ ਰਿਹਾ। ਕਿਉਂ ਨਹੀਂ ਦੇਖ ਰਿਹਾ? ਮੈਂ ਆਊਂਗਾ ਫਿਰ ਫੈਕਟ ਦੇ ਉੱਤੇ। ਇਸ ਕਰਕੇ ਨਹੀਂ ਦੇਖ ਰਿਹਾ ਕਿ ਜਿਹੜੇ ਵੀ ਰਾਏ ਬਣਾਉਣ ਵਾਲੇ ਲੋਕ ਨੇ ਉਹ ਸਾਰੇ ਉੱਪਰਲੇ ਵਰਗ ਦੇ ਨੇ, ਉਹ ਪੜ੍ਹੇ ਲਿਖੇ ਨੇ, ਉਹ ਮੀਡੀਆ 'ਚ ਨੇ, ਉਹ ਰਾਏ ਉਹ ਬਣਾਉਂਦੇ ਨੇ ਜਿਹੜੀ ਉਹਨਾਂ ਦੇ ਹਿੱਤ ਦੀ ਹੈ। ਉਹ ਗਰੀਬ ਦੇ ਉੱਤੇ ਤਾਂ ਕਦੀ ਕਦੀ ਮਗਰਮੱਛ ਵਾਲੇ ਹੰਝੂ ਕੇਰਦੇ ਨੇ। ਜੇ ਮਗਰਮੱਛ ਵਾਲੇ ਨਾ ਵੀ ਕਹੋ, ਸੱਚੀ ਮੱਚੀ ਦੇ ਹੰਝੂ ਵੀ ਕੇਰਦੇ ਨੇ, ਤਾਂ ਹੰਝੂ ਕਿਹੋ ਜਿਹੇ ਕੇਰਦੇ ਨੇ? ਵਿਚਾਰਾ ਗਰੀਬ ਹੈ, ਕੱਪੜੇ ਨਹੀਂ ਹੈਗੇ, ਇਹਨੂੰ ਕੱਪੜੇ ਲੈ ਦਿਓ। ਇਹ ਵਿਚਾਰਾ ਭੁੱਖਾ ਹੈ, ਇਹਨੂੰ ਰੋਟੀ ਖਿਲਾ ਦਿਓ 2 ਦਿਨ। ਇਹ ਵਿਚਾਰਾ ਭੁੱਖਾ, ਇਹਨੂੰ ਘਰੇ ਸਫਾਈ ਵਾਸਤੇ ਰੱਖ ਲਓ। ਇਹ ਵਿਚਾਰੇ ਨੂੰ 2 ਦਿਨ ਪੜ੍ਹਾ ਦਿਓ, ਇਹਨੂੰ ਕਿਤਾਬਾਂ ਲੈ ਦਿਓ। ਇਹੋ ਜਿਹੇ ਅਸੀਂ ਮਤਲਬ ਉਹਦੇ ਤਰਸ ਦੇ ਪਾਤਰ ਉਹਨੂੰ ਬਣਾਉਂਦੇ ਹਾਂ। ਇਹਨਾਂ ਦੇ ਸੁਈਸਾਈਡ ਕਰਕੇ, ਆਪਾਂ ਵੱਡਾ ਫੰਕਸ਼ਨ ਕਰਕੇ ਇਹਨਾਂ ਨੂੰ ਥੋੜ੍ਹੇ ਜਿਹੇ ਪੈਸੇ ਦੇ ਦਿਓ, ਅਤੇ ਵੀ ਹਾਂ ਦੇਖੋ ਮੈਂ NRE ਤੋਂ ਇਕੱਠੇ ਕਰਕੇ ਜਾਂ ਫਲਾਣੀ ਥਾਂ ਤੋਂ ਲੈ ਕੇ ਤੁਹਾਨੂੰ ਦੇ ਰਿਹਾ ਦਾਨ। ਅਤੇ ਉਹ ਇੱਕ ਦਾਤਾ ਬਣ ਜਾਂਦਾ ਹੈ ਅਤੇ ਇੱਕ ਭਿਖਾਰੀ ਬਣ ਜਾਂਦਾ ਹੈ। ਜਦ ਕਿ ਦਾਤਾ ਅਤੇ ਭਿਖਾਰੀ ਦੀ ਕੌਨਸੈਪਟ, ਜਿਹੜਾ ਸੰਕਲਪ ਹੈ, ਉਹ ਸਮਾਜ 'ਚ ਹੈ, ਕੁਦਰਤ 'ਚ ਨਹੀਂ ਹੈ। ਜਿਹੜੀ ਕੁਦਰਤ ਸਭ ਨੂੰ ਬਰਾਬਰ ਡੀਲ ਕਰਦੀ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈ। ਤੁਸੀਂ ਦੇਖ ਲਓ, ਤੁਸੀਂ ਦੱਸੋ ਵੀ ਕੋਈ ਦਲਿਤ, ਨੌਨ ਦਲਿਤ, ਕੋਈ ਉੱਚੀ ਜਾਤੀ, ਕੋਈ ਨੀਵੀਂ ਜਾਤੀ, ਕੋਈ ਅਮੀਰ, ਕੋਈ ਗਰੀਬ, ਕਿਸੇ ਦੇ 3 ਅੱਖਾਂ ਲਾਈਆਂ ਨੇ, ਕਦੇ ਰੱਬ ਨੇ 2 ਦੀ ਵਜ੍ਹਾ, ਜਾਂ ਕਿਸੇ ਦੀ 1 ਖੋੜੀ ਹੋਵੇ, ਜਾਂ ਕਿਤੇ ਨੱਕ ਲਾਇਆ ਹੀ ਨਾ ਹੋਵੇ, ਜਾਂ ਹੱਥ ਲਾਏ ਹੀ ਨਾ ਹੋਣ, ਜਾਂ ਉਹਦੀਆਂ ਉਂਗਲਾਂ ਹੀ ਨਾ ਹੋਣ। ਜੇ ਡਿਫੈਕਟ ਨੇ, ਜਮਾਂਦਰੂ ਨੁਕਸ, ਮੈਂ ਉਹਨਾਂ ਦਾ ਸਰਜਣਾ, ਉਹ ਫਿਰ ਸਾਰਿਆਂ 'ਚ ਹੀ ਬਰਾਬਰ ਹੀ ਹੁੰਦੇ ਨੇ, ਬਲਕਿ ਉਤਨੇ 'ਚ ਕਈ ਵਾਰ ਜ਼ਿਆਦਾ ਹੁੰਦੇ ਨੇ। ਸੋ ਇਸ ਕਰਕੇ ਜੇ ਅਸੀਂ ਦੇਖੀਏ ਤਾਂ ਕੁਦਰਤ ਨੇ ਤਾਂ ਸਭ ਨੂੰ ਬਰਾਬਰ ਬਣਾਇਆ ਹੈ। ਇਸੇ ਕਰਕੇ ਸਾਡੇ ਕਬੀਰ ਸਾਹਿਬ ਨੇ ਕਿਹਾ, ਵਾਲਾ ਲੋ ਇੱਕ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹ ਨੂਰ ਜਿਹੜਾ ਹੈ ਉਹ ਊਰਜਾ ਹੈ, ਊਰਜਾ 'ਚ ਸਭ ਕੁਝ ਪੈਦਾ ਹੋਇਆ। ਊਰਜਾ ਤੋਂ ਪਦਾਰਥ ਬਣਿਆ, ਪਦਾਰਥ ਤੋਂ ਜਿਹੜਾ ਹੈ ਨਿਰਜੀਵ ਪਦਾਰਥ, ਨਿਰਜੀਵ ਪਦਾਰਥ ਦੇ ਵਿੱਚੋਂ ਨਾਨਾ ਪ੍ਰਕਾਰ ਦੇ ਸਜੀਵ ਪਦਾਰਥ ਬਣੇ, ਵੰਨ ਸਵੰਨਤਾ ਬਣੀ। ਸੋ ਉਸੇ ਊਰਜਾ 'ਚੋਂ ਅਮਰ ਅੱਲੋ ਇੱਕ ਨੂਰ ਪਾਇਆ। ਉਹ ਜਿਹੜਾ ਨੂਰ ਹੈ, ਉਹ ਜਿਹੜੀ ਊਰਜਾ ਹੈ, ਉਸੇ ਦੇ ਵਿੱਚੋਂ, ਉਹ ਸ਼ਕਤੀ ਹੈ ਜਿਹੜੀ, ਉਹਦੇ ਵਿੱਚੋਂ ਸਭ ਕੁਝ ਪੈਦਾ ਹੋਇਆ। ਉਹ ਸਾਰਾ ਬਰਾਬਰ ਹੈ, ਉਹਨੂੰ ਅਸੀਂ ਮੰਨਦੇ ਨਹੀਂ। ਫਿਰ ਇੱਥੇ ਜੋ ਕੁਝ ਵੀ ਹੈ ਬ੍ਰਹਮੰਡ 'ਚ, ਉਹ ਸਭ ਦਾ ਸਾਂਝਾ ਹੈ, ਉਹ ਕੀੜੀਆਂ ਮਕੌੜਿਆਂ ਤੋਂ ਲੈ ਕੇ ਬੰਦਿਆਂ ਤੱਕ। ਇਸੇ ਕਰਕੇ ਸਾਡੇ ਗੁਰੂ ਸਾਹਿਬ ਨੇ ਆਖਿਆ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨ ਦਿਸੇ ਬਾਹਰਾ ਜੀਓ। ਸਾਰੇ ਸਾਂਝੀ ਵਾਲ ਨੇ, ਪਰ ਸਾਂਝੀ ਵਾਲ ਮੰਨਦਾ ਨਹੀਂ, ਸਾਡਾ ਸਮਾਜ ਨਹੀਂ ਮੰਨਦਾ। ਸੋ ਇਹਦੇ ਵਿੱਚ ਜਿਹੜਾ ਇੱਕ ਅੱਗੋਂ ਹੋਰ ਕਹਿਤਾ, ਜਿਹੜੇ ਬੰਦੇ ਕਹਿੰਦੇ ਨੇ ਨਾ ਮੁਕਤੀ ਨਾ ਮੁਕਤੀ ਦੀ ਗੱਲ, ਉਹਨਾਂ ਬਾਰੇ ਵੀ ਕਹਿਤਾ ਵੀ ਇਹ ਜਿਹੜਾ ਹੈਗਾ, ਇਹ ਤੁਹਾਡਾ ਸਹੁਰਾ ਘਰ ਹੈ। ਸਹੁਰੇ ਘਰ ਸਭ ਕੁਝ ਸਾਂਝਾ ਹੁੰਦਾ ਹੈ। ਜੇ ਤੁਸੀਂ ਪੇਕੇ ਘਰੋਂ ਸਹੁਰੇ ਘਰ ਜਾਣਾ ਹੋਵੇ ਤਾਂ ਤੁਸੀਂ ਸੋਚੋ, ਆ ਮੇਰਾ ਮੈਂ ਨਾਲ ਲੈ ਕੇ ਜਾਣਾ ਹੈ। ਇਹ ਸਹੁਰਾ ਘਰ ਹੈ, ਨਾਲ ਕੁਝ ਨਹੀਂ ਲੈ ਕੇ ਜਾਣਾ, ਇੱਥੇ ਹੀ ਰਹਿ ਜਾਣਾ ਹੈ। ਇਹਨੂੰ ਬਰਾਬਰ ਉੱਥੇ ਗਿਆ, ਸੌਰੜੀ ਵੱਥ ਸਭ ਕਿਛ ਸਾਂਝੀ, ਪੇਵ ਕੜੇ ਤਨ ਵੱਖੇ। ਸਹੁਰਿਆਂ ਘਰ ਦੇ ਵਿੱਚ ਸਾਰਾ ਕੁਝ ਸਾਂਝਾ ਹੈ, ਪੇਕੇ ਘਰ ਦੇ ਵਿੱਚ ਮੈਂ ਮੇਰੀ ਹੁੰਦੀ ਹੈ, ਹੋ ਮੈਂ ਵਿੱਚੋਂ ਖੋਵੇ। ਠੀਕ ਹੈ। ਸੋ ਇਸ ਕਰਕੇ ਜਿਹੜਾ ਇਹ ਸਮਾਜ ਹੈ, ਇਹਨੇ ਵੰਡੀਆਂ ਪਾਤੀਆਂ, ਵਿਤਕਰੇ ਪਾਤੇ, ਪ੍ਰਸ਼ਾਸਨ ਨੇ ਵਿਤਕਰੇ ਪਾਤੇ, ਪਰ ਕੁਦਰਤ ਨੇ ਹਰ ਤਰੀਕੇ ਨਾਲ ਨਿਆਂ ਕਰਨ ਦੀ ਕੋਸ਼ਿਸ਼ ਕਰੀ ਹੈ। ਔਰ ਜਦੋਂ ਵਿਤਕਰੇ ਪਏ ਨੇ, ਉਹਨਾਂ ਵਿਤਕਰਿਆਂ ਦੇ ਉੱਤੇ ਬੜੇ ਵੱਡੇ ਪੀਰ, ਪੈਗੰਬਰ, ਬਹੁਤ ਸਾਰਿਆਂ ਨੇ ਆਪਣੀਆਂ ਟਿੱਪਣੀਆਂ ਦਿੱਤੀਆਂ ਨੇ। ਜੇ ਗੁਰੂ ਨਾਨਕ ਦੇਵ ਜੀ ਨੇ, ਜਾਂ ਸਿੱਖ ਧਰਮ ਨੇ ਅਸੀਂ ਕਹੀਏ, ਜਾਂ ਬੁੱਧ ਧਰਮ ਨੇ, ਪਹਿਲਾਂ ਉਹਨਾਂ ਨੇ ਤਾਂ ਸਟਰਗਲ ਕਰਿਆ ਇਸ ਤੇ, ਬਿਨਾਂ ਸਭ ਬਰਾਬਰ ਨੇ ਤੇ ਹਰੇਕ ਨੂੰ ਆਪਦਾ ਹੱਕ ਮਿਲਣਾ ਚਾਹੀਦਾ ਹੈ। ਠੀਕ ਹੈ। ਪਰ ਉਹ ਪ੍ਰਸ਼ਾਸਨ ਦੇ ਵਿੱਚ ਉੱਪਰ, ਇਸੇ ਕਰਕੇ, ਕਿਉਂਕਿ ਹੱਕ ਕਿਹਨੇ ਦੇਣਾ? ਹੱਕ ਦੇਣਾ ਰਾਜਿਆਂ ਨੇ, ਰਾਜ ਕਰਨ ਵਾਲਿਆਂ ਨੇ। ਰਾਜ ਕਰਨ ਵਾਲਿਆਂ ਦੀਆਂ 2 ਉਦਾਹਰਨਾਂ ਮੈਂ ਦਿਉ। ਇੱਕ ਤਾਂ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਹੀ ਹੈ, ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਦੂਜਾ, ਰਾਜ ਦੀ ਹਾਲਤ ਜੋ ਚਿਤਵੀ ਹੈ, ਕਲ ਕਾਤੀ, ਕਲਯੁਗ ਕੈਂਚੀ ਹੈ, ਕਲ ਕਾਤੀ, ਰਾਜੇ ਕਸਾਈ ਨੇ ਧਰਮ ਪੰਖ ਰੋੜ ਰਿਹਾ। ਆਪਣਾ ਫਰਜ਼ ਜਿਹੜਾ ਨਿਭਾਉਣਾ ਸੀ ਉਹ ਖਤਮ ਹੋ ਗਿਆ। ਧਰਮ ਦਾ ਮਤਲਬ ਕੋਈ ਪੂਜਾ ਪਾਠ ਨਹੀਂ ਹੈ ਇੱਥੇ, ਫਰਜ਼।
ਧਰਮ ਪੰਖ ਕਰ ਉੱਡ ਰਿਹਾ, ਨੈਤਿਕਤਾ, ਇਹ ਸਾਰਾ ਕੁਝ ਉਹਦੇ ਧਰਮ 'ਚ ਸ਼ਾਮਲ ਹੈ, ਸ਼ਬਦ 'ਚ ਡਿਊਟੀ, ਦਇਆ ਹੈ ਜੀ, ਤੇ ਚੰਗਾ ਪ੍ਰਸ਼ਾਸਨ, ਇਹ ਸਾਰਾ ਕੁਝ ਉਹ ਧਰਮ ਹੈ। ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ, ਝੂਠ ਦੀ ਮੱਸਿਆ ਦੀ ਰਾਤ ਹੈ, ਕਾਲੀ ਬੋੜੀ, ਸੱਚ ਚੰਦਰਮਾ ਦੀਸੈ ਨਹੀਂ ਕਹਿ ਚੜਿਆ, ਸੱਚ ਦਾ ਚੰਦਰਮਾ ਕਿਤੇ ਦਿਖਦਾ ਨਹੀਂ ਹੈ ਮੈਨੂੰ, ਹਉ ਭਾਲ ਵਿਕੁੰਨੀ ਹੋਈ, ਮੈਂ ਤਾਂ ਭਾਲ ਭਾਲ ਕੇ ਲੱਭ ਲੱਭ ਕੇ ਥੱਕਦੀ ਜਾ ਰਹੀ ਹਾਂ, ਪਾਗਲ ਹੋ ਰਹੀ ਹਾਂ, ਹਤਾਸ਼ ਹੋ ਰਹੀ ਹਾਂ, ਪਰ ਮੈਨੂੰ ਅੰਧੇਰੇ ਰਾਹ ਨਾ ਕੋਈ, ਅੰਧੇਰੇ 'ਚ ਕੋਈ ਰਾਹ ਨਹੀਂ ਦਿਖਦਾ। ਇਹ ਗੁਰੂ ਸਾਹਿਬ ਨੇ ਦੱਸਿਆ ਵੀ ਇਹੀ ਜਿਹੀ ਸਿਚੁਏਸ਼ਨ ਹੈ। ਇਸ ਸਿਚੁਏਸ਼ਨ ਦੇ ਵਿੱਚ ਕਈ ਲੋਕ ਸੋਚਦੇ ਨੇ ਵੀ ਪੂਜਾ ਪਾਠ ਨਾਲ ਠੀਕ ਹੋ ਜਾਂਦਾ ਹੈ। ਮੈਂ ਕਰਦਾ 1 ਮਿੰਟ ਹੀ ਬਸ, ਇਹਨੂੰ ਪੂਰੀ ਕਰਦਾ ਮੈਂ ਗੱਲ। ਤਾਂ ਉਹਨਾਂ ਨੇ ਕਿਹਾ ਕੋਈ ਮੁਗਲ ਨਾ ਹੋਆ ਅੰਨਾ, ਕਿੰਨੇ ਨਾ ਪਰਚਾ ਲਾਇਆ, ਕਹਿੰਦੇ ਕਿੰਨੇ ਮੰਦਰ ਤੋੜਤੇ, ਕਿੰਨੀਆਂ ਮਸਜਿਦਾਂ ਤੋੜਤੀਆਂ, ਪਰ ਨਾ ਕੋਈ ਅੰਨਾ ਹੋਇਆ ਤੇ ਨਾ ਕਿਸੇ ਨੂੰ ਕੋਈ ਸਜ਼ਾ ਮਿਲੀ ਹੈ। ਸੋ ਇਹ ਸਜ਼ਾ ਨਹੀਂ ਮਿਲਦੀ। ਇੱਦਾਂ ਹੀ ਜੇ ਅਸੀਂ ਦੇਖੀਏ ਭਾਗਵਤ ਪੁਰਾਣ ਦੇ ਵਿੱਚ 10ਵੇਂ ਸਕੰਦ ਦੇ ਵਿੱਚ ਕ੍ਰਿਸ਼ਨ ਜੀ ਨੇ ਕਿਹਾ ਕਿ ਜਿਹੜਾ ਕੰਸ ਸੀ ਉਹ ਬੜਾ ਮਾੜਾ ਰਾਜਾ ਸੀ, ਬੜਾ ਉੱਥੇ ਪਾਪ ਹੋ ਰਿਹਾ ਸੀ, ਚੋਰੀਆਂ, ਡਾਕੇ, ਉਧਾੜੇ, ਠੱਗੀਆਂ, ਬਹੁਤ ਕੁਝ ਹੋ ਰਿਹਾ ਸੀ। ਇਸ ਕਰਕੇ ਕੰਸ ਨੂੰ ਮਾਰਨਾ ਜ਼ਰੂਰੀ ਸੀ, ਤੇ ਮਾਰਨਾ ਪੁੰਨ ਸੀ, ਪਾਪ ਨਹੀਂ। ਨਹੀਂ ਤਾਂ ਰਾਜੇ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ, ਉਹਨੂੰ ਮਾਰਿਆ ਨਹੀਂ ਜਾ ਸਕਦਾ। ਸੋ ਜੇ ਅਸੀਂ ਮਹਾਭਾਰਤ ਦੇ ਯੁੱਗ ਤੋਂ ਲੈ ਕੇ ਅੱਜ ਸਿੱਖ ਧਰਮ ਤੱਕ ਟਰੈਵਲ ਕਰੀਏ ਤਾਂ ਸਾਨੂੰ ਸਭ ਦੇ ਸਾਹਮਣੇ ਇਹੀ ਦਿਖਦਾ ਵੀ ਰਾਜੇ ਦਾ ਕੰਮ ਹੈ ਇਨਸਾਫ ਕਰਨਾ, ਉਹ ਨਹੀਂ ਹੋ ਰਿਹਾ। ਹੁਣ ਤੁਸੀਂ ਸਵਾਲ ਕਰੋ ਆਪਣਾ। ਡਾਕਟਰ ਸਾਹਿਬ, ਕਿ ਜਿਸ ਤਰ੍ਹਾਂ ਤੁਸੀਂ ਸਮਝਾਉਂਦੇ ਹੋ, ਸਰਕਾਰਾਂ ਇਸ ਨੂੰ ਸੁਧਾਰ ਦੇ ਉੱਤੇ ਜੇ ਚੱਲਣ ਤੇ ਮੰਨ ਲੈਣ ਕਿ ਸਾਡਾ ਕੀ ਕਹਿੰਦੇ ਨੇ, ਤਾਂ ਸ਼ਾਇਦ ਸੁਧਾਰ ਸਿਆਸਤ ਤੇ ਇੱਥੇ ਸਰਕਾਰੀ ਮੁਲਾਜ਼ਮਾਂ ਦਾ ਤੁਸੀਂ ਦੇਖ ਲਓ, ਹਰ ਵਰਗ ਜਿਹੜਾ ਆ ਉਹ ਹੜਤਾਲ ਤੇ ਹੈ। A ਗ੍ਰੇਡ ਤੋਂ ਲੈ ਕੇ ਨੀਚੇ C ਗ੍ਰੇਡ, D ਗ੍ਰੇਡ, ਜਿਹੜੇ ਵੀ ਮੁਲਾਜ਼ਮ ਨੇ ਉਹ ਹੜਤਾਲ ਤੇ ਨੇ। ਉਹਨਾਂ ਨੂੰ ਇਹ ਹੈ ਕਿ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕਰ ਦਿਓ। ਜਦ ਕਿ ਆਮ ਬੰਦਾ ਜਿਹੜਾ ਆ ਉਹਨੂੰ ਕਦੇ ਅਸੀਂ ਸੜਕ ਤੇ ਆਇਆ ਨਹੀਂ ਦੇਖਿਆ, ਉਹਨੂੰ ਸਿਰਫ ਇਹਦੇ ਤੱਕ ਹੁੰਦਾ ਕਿ ਮੇਰੀ ਦਿਹਾੜੀ ਸ਼ਾਮ ਦਾ ਰੋਟੀ ਟੁੱਕਰ ਦਾ ਇੰਤਜ਼ਾਮ ਹੋ ਜੇ, ਇੰਨਾ ਹੀ ਬਹੁਤ ਹੈ। ਉਹ ਉਸੇ ਚੱਕਰ ਚ ਉਲਝਿਆ ਰਹਿੰਦਾ ਹੈ। ਇਹਨੂੰ ਕਿੱਦਾਂ ਦੇਖਦੇ ਹੋ? ਬਿਲਕੁਲ ਠੀਕ ਹੈ। ਤੁਸੀਂ ਕਹਿੰਦੇ ਅੰਨਾ ਵੰਡੇ ਸੀਰ ਨੇ ਮੁੜਕੜ ਆਪਣੇ ਹੁੰਦੇ, ਇਹ ਸਾਰੇ ਜਿਹੜੇ ਮੁਲਾਜ਼ਮ ਕਰਦੇ ਨੇ ਇਹ ਇਹਨਾਂ ਦੇ ਨੇ, ਆਪਣੇ ਨੇ। ਦੇਖਣ ਨੂੰ ਕੋਈ ਲੱਗੂਗਾ ਕੋਈ ਜ਼ਰੂਰੀ ਨਹੀਂ ਵੀ ਕਿਸੇ ਦਾ ਪੁੱਤ ਭਤੀਜਾ ਹੋਵੇ, ਪਰ ਕੈਟਾਗਰੀ ਉਹੀ ਹੈ। ਕਿਵੇਂ? ਥੋੜ੍ਹੇ ਜਿਹੇ ਆਪਾਂ ਅੰਕੜੇ ਦੇਖ ਲਈਏ ਆਮਦਨ ਦੇ। ਆਫਟਰ ਜਿਹੜੀ ਸਾਡੇ ਕੋਲ ਆਮਦਨ ਹੈ, ਜੇ ਘਰ 'ਚ ਕੋਈ ਪੈਸਾ ਹੈ, ਉਹ ਜੇ ਅਸੀਂ ਤਰਕ ਸੰਗਤ ਤਰੀਕੇ ਨਾਲ, ਨਿਆਂ ਸੰਗਤ ਤਰੀਕੇ ਨਾਲ ਸਾਰੇ ਜੀਆਂ ਵਾਸਤੇ ਨਹੀਂ ਵੰਡਾਂਗੇ ਕਿ ਜਿਹਨੂੰ ਕੱਪੜੇ ਦੀ ਲੋੜ ਆ ਕੱਪੜਾ ਲੈ ਕੇ ਦਈਏ, ਜਿਹਨੂੰ ਕਿਤਾਬ ਦੀ ਲੋੜ ਆ ਕਿਤਾਬ ਲੈ ਕੇ ਦਈਏ, ਜਿਹਨੂੰ ਕੋਈ ਆਪਣਾ ਭੋਜਨ ਦੀ ਲੋੜ ਆ ਉਹਨੂੰ ਭੋਜਨ ਲੈ ਕੇ ਦਈਏ, ਜਿਹਨੂੰ ਦਵਾਈ ਦੀ ਲੋੜ ਆ ਉਹਨੂੰ ਦਵਾਈ ਲੈ ਕੇ ਦਈਏ, ਤਰਕ ਸੰਗਤ ਵੰਡੀਏ। ਜੇ ਅਸੀਂ ਇੱਕ ਬੱਚੇ ਨੂੰ ਹਵਾਈ ਜਹਾਜ਼ ਦੀ ਸੈਰ ਕਰਾਉਣ ਲੱਗ ਜਾਈਏ, ਦੂਜੇ ਨੂੰ ਕਹੀਏ ਪੈਦਲ ਜਾ ਤੂੰ, ਫਿਰ ਉੱਥੇ ਲੜਾਈ ਪਏਗੀ ਜਾਂ ਫਿਰ ਅਨਿਆਂ ਚੱਲੀ ਜਾਏਗਾ। ਉਹ ਦੋ ਹੀ ਤਰੀਕੇ ਨੇ। ਸੋ ਸਾਡੇ ਸਮਾਜ 'ਚ ਨਿਆਂ ਕੀ ਹੋ ਰਿਹਾ ਹੈ? ਪਹਿਲੀ ਗੱਲ, ਬੜਾ ਰੌਲਾ ਪਾਇਆ ਜਾ ਰਿਹਾ, ਟੈਕਸ ਪੇਅਰ ਮਨੀ ਖਰਚਿਆ ਜਾ ਰਿਹਾ ਲੋਕਾਂ ਦੇ। ਕਹਿੰਦੇ ਹੁਣ ਟੈਕਸ ਪੇਅਰ ਮਨੀ ਦਾ 2001 ਦੇ ਵਿੱਚ 3 ਰੁਪਏ ਤੇ 30 ਪੈਸੇ ਸਨੇ ਆਮਦਨ ਟੈਕਸ ਦੇ, ਡਾਇਰੈਕਟ ਟੈਕਸ ਦੇ। ਆਮਦਨ ਟੈਕਸ ਤਾਂ ਅਮੀਰ ਆਦਮੀ ਦਿੰਦੇ ਨੇ ਨਾ, ਰਜਿਸਟਰੀਆਂ ਤਾਂ ਅਮੀਰ ਆਦਮੀ ਕਰਾਉਂਦੇ ਨੇ ਨਾ, ਭੋਂ ਵਾਲੀਏ ਤਾਂ ਅਮੀਰ ਹੀ ਦਿੰਦਾ ਨਾ। 3 ਰੁਪਏ 30 ਪੈਸੇ ਸੀ, ਜਿਹੜਾ ਕਿ ਅੱਜ 20 ਸਾਲਾਂ ਬਾਅਦ 3 ਰੁਪਏ ਤੇ 36 ਪੈਸੇ ਹੋਇਆ। 100 ਰੁਪਏ ਚੋਂ 100 ਰੁਪਇਆ ਜੇ ਟੈਕਸ ਦਾ ਇਕੱਠਾ ਹੁੰਦਾ ਪੰਜਾਬ ਦੇ ਵਿੱਚ, ਉਹਦੇ ਚੋਂ ਸਨੇ ਇਨਕਮ ਟੈਕਸ ਦੇ, ਜਿਹੜਾ ਕੇਂਦਰ ਤੋਂ ਉਹਨਾਂ ਨੂੰ ਹਿੱਸਾ ਹੁੰਦਾ ਇਨਕਮ ਟੈਕਸ ਤੋਂ, ਸਨੇ ਇਨਕਮ ਟੈਕਸ ਦੇ, ਸਨੇ ਬਾਕੀ ਸਿੱਧੇ ਟੈਕਸਾਂ ਦੇ ਸਿਰਫ 3 ਰੁਪਏ ਤੇ 30 ਪੈਸੇ ਸੀ, ਜਿਹੜੇ ਹੁਣ 3.36 ਹੋਏ ਨੇ ਵੱਧ ਕੇ 3 ਰੁਪਏ 36 ਪੈਸੇ। ਇਹਦਾ ਮਤਲਬ ਹੋਇਆ ਵੀ 96 ਰੁਪਏ ਤੇ 64 ਪੈਸੇ ਉਹ ਆਮ ਬੰਦੇ ਤੋਂ ਇਕੱਠਾ ਕਰਿਆ ਜਾ ਰਿਹਾ ਹੈ। ਹੁਣ ਟੈਕਸ ਕੌਣ ਦੇ ਰਿਹਾ? ਆਪੇ ਫੈਸਲਾ ਕਰ ਰਹੇ। ਜਿੰਨਾ ਪੈਸਾ ਇਕੱਠਾ ਹੁੰਦਾ ਪੰਜਾਬ 'ਚ, ਉਹ ਸਾਰੇ ਪੈਸੇ ਚੋਂ 96 ਰੁਪਏ ਤੇ 64 ਪੈਸੇ ਤਾਂ ਦਿੰਦਾ ਆਮ ਬੰਦਾ। ਚਾਹੇ ਉਹ ਕੋਈ ਬਿਸਕੁਟਾਂ ਦਾ ਪੈਕਟ ਖਰੀਦਦਾ, ਚਾਹੇ ਉਹ ਕੋਈ ਗੁਬਾਰਾ ਖਰੀਦਦਾ, ਚਾਹੇ ਕੋਈ ਪੈਨ ਖਰੀਦਦਾ, ਚਾਹੇ ਕੋਈ ਪੈਨਸਲ ਖਰੀਦਦਾ, ਚਾਹੇ ਕਿਤਾਬ ਖਰੀਦਦਾ, ਚਾਹੇ ਉਹ ਸਿਰ ਤੇ ਬੰਨਣ ਨੂੰ ਪਰਨਾ ਖਰੀਦਦਾ, ਚਾਹੇ ਉਹ ਕੋਈ ਮਾੜੀ ਮੋਟੀ ਨਿੱਕੀ ਮੋਟੀ ਸਿਰ ਦੁਖਦੇ ਦੀ ਗੋਲੀ ਲੈਂਦਾ, ਚਾਹੇ ਉਹ ਕਿਤੇ ਟੈਂਪੂ 'ਚ ਬਹਿੰਦਾ, ਚਾਹੇ ਉਹ ਕਿਸੇ ਰਿਕਸ਼ੇ 'ਚ ਬਹਿੰਦਾ, ਚਾਹੇ ਉਹ ਕਿਸੇ ਬੱਸ 'ਚ ਜਾਂਦਾ, ਚਾਹੇ ਗੱਡੀ 'ਚ ਜਾਂਦਾ, ਯਾਨੀ ਕਿ ਟ੍ਰੇਨ 'ਚ, ਜਿੱਥੇ ਵੀ ਉਹ ਜਾਂਦਾ, ਚਾਹੇ ਉਹ ਕੋਈ ਸਮਾਨ ਛੋਟਾ ਮੋਟਾ ਬਜਰੀ ਖਰੀਦਦਾ, ਰੇਤ ਖਰੀਦਦਾ, ਜੋ ਵੀ ਖਰੀਦਦਾ, 96 ਰੁਪਏ ਤੇ 64 ਪੈਸੇ ਉਹ ਦੇ ਰਿਹਾ। 3 ਰੁਪਏ ਤੇ 36 ਪੈਸੇ ਜਿਹੜੇ ਟੈਕਸ ਆ। ਸਾਰਾ ਮੁਲਾਜ਼ਮ ਜਿਹੜਾ ਕਹਿੰਦਾ ਅਸੀਂ ਤਾਂ ਟੈਕਸ ਦਿੰਦੇ ਹਾਂ ਜੀ, ਆਹੀ ਟੈਕਸ ਆ। ਹੁਣ ਲਾ ਲੈਣ ਸਾਹਿਬ ਵੀ ਕਿੰਨਾ ਕੁ ਟੈਕਸ ਦੇ ਰਹੇ ਨੇ। ਹਾਲਾਂਕਿ ਮੁਲਾਜ਼ਮਾਂ ਦਾ ਟੈਕਸ ਲੁਕੋਇਆ ਨਹੀਂ ਜਾ ਸਕਦਾ, ਕੱਟਿਆ ਵੀ ਉਦੋਂ ਜਾਂਦਾ, ਫਿਰ ਵੀ ਇੰਨਾ ਕੀ ਹੈ ਕਿਉਂਕਿ ਛੋਟਾਂ ਬਹੁਤ ਨੇ। ਹੁਣ ਆ ਜੀ ਆਪਾਂ ਦੂਜਾ ਪਾਸਾ,
ਦੂਜਾ ਪਾਸਾ ਪੈਸਾ ਜਾ ਕਿਹਨੂੰ ਰਿਹਾ? ਇਹ ਤਾਂ ਹੋ ਗਿਆ ਨਾ ਆ ਕਿੱਥੋਂ ਰਿਹਾ, ਹੁਣ ਜਾ ਕਿਹਨੂੰ ਰਿਹਾ? ਫੇਰ ਹੀ ਨਿਆਂ ਸੰਗਤ ਵੰਡ ਹੋਊਗੀ। ਜਾ ਰਿਹਾ ਹੈ ਕਿ ਜਿਹੜਾ ਟੈਕਸ ਦਾ ਰੈਵਨਿਊ ਇਕੱਠਾ ਹੁੰਦਾ ਹੈ ਉਹਦਾ 80% ਜਿਹੜਾ ਉਹ ਮੁਲਾਜ਼ਮਾਂ ਨੂੰ ਜਾ ਰਿਹਾ ਹੈ। ਦੂਜਾ ਪਾਸਾ ਮੁਲਾਜ਼ਮ 2000 ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਨੇ ਮੁਲਾਜ਼ਮ? ਜਿਹੜੇ 3 ਲੱਖ ਤੇ 37,000 ਸੀਗੇ ਪੱਕੇ ਮੁਲਾਜ਼ਮ, ਉਹ 2,78,000 ਰਹਿ ਗਏ। ਜਿਹੜੇ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਸੀਗੇ, ਇਹ ਮੈਂ ਇਕੱਲੇ ਸਰਕਾਰੀ ਮੁਲਾਜ਼ਮਾਂ ਦਾ ਦੱਸਿਆ 80% ਜਾਣ ਵਾਲਾ। ਬੋਰਡ ਕਾਰਪੋਰੇਸ਼ਨ ਆਪਦੀ ਲੋਕਾਂ ਤੋਂ ਹੋਰ ਪੈਸਾ ਲੈ ਕੇ ਉਹਨਾਂ ਨੂੰ ਤਨਖਾਹਾਂ ਦੇ ਰਹੇ ਨੇ, ਉਹ ਵੀ ਲੋਕਾਂ ਦੇ ਸਿਰੋਂ ਜਾ ਰਿਹਾ ਹੈ। ਉੱਥੇ ਜਿਹੜਾ 1,38,000 ਮੁਲਾਜ਼ਮ ਸੀ 2001 'ਚ, ਉਹ ਅੱਜ 78,000 ਰਹਿ ਗਿਆ, 80,000 ਰਹਿ ਗਿਆ। ਇਹਨਾਂ ਦੇ ਆਪਦੇ ਬਜਟ ਦੀਆਂ ਫਿਗਰਸ ਨੇ। ਸੋ ਮੁਲਾਜ਼ਮਾਂ ਦੀ ਗਿਣਤੀ ਘਟਦੀ ਗਈ ਹੈ, ਯਾਨੀ ਕਿ ਨੌਕਰੀ ਮਿਲਣ ਦੇ ਚਾਂਸ ਘਟਦੇ ਗਏ ਨੇ, ਖਰਚਾ ਵੱਧਦਾ ਗਿਆ। ਜਿਹੜਾ ਪੈਨਸ਼ਨਾਂ ਦੇ ਉੱਤੇ 2000 ਦੇ ਵਿੱਚ 2800 ਪੈਨਸ਼ਨ ਤੇ ਰਿਟਾਇਰਮੈਂਟ ਬੈਨੀਫਿਟ ਕਹਿੰਦੇ ਅਸੀਂ ਇਹਨਾਂ ਨੂੰ, 2886 ਕਰੋੜ ਰੁਪਇਆ ਖਰਚ ਹੁੰਦਾ ਸੀ, ਉਹ ਅੱਜ 15,000 ਕਰੋੜ ਹੋ ਰਿਹਾ ਹੈ। ਹੁਣ ਜੇ 15,000 ਕਰੋੜ ਇਸ ਬਜਟ 'ਚ ਐਸਟੀਮੇਸ਼ਨ ਦਿੱਤਾ ਤਾਂ ਫਿਰ ਬੜੀ ਵੱਡੀ ਗੱਲ ਹੈ, 5 ਗੁਣਾ ਹੋ ਗਿਆ, ਤਾਂ 5 ਤੋਂ ਵੀ ਜ਼ਿਆਦਾ ਹੋ ਗਿਆ। ਸੋ ਜੇ ਅਸੀਂ ਪੈਸਾ ਜਿਹੜਾ ਆ ਕਿਤੋਂ ਹੋ ਰਿਹਾ ਜਾ ਕਿਤੇ ਹੋ ਰਿਹਾ, ਫਿਰ ਪਾਉ ਲਾ ਲਓ ਵੀ ਉਹ ਮੁਲਾਜ਼ਮ ਕੰਮ ਕਿੰਨਾ ਕਰਦੇ ਨੇ। ਤੁਸੀਂ ਤਸੀਲੇ ਜਾ ਰਹੋ, ਕੋਈ ਬੰਦਾ ਰਜਿਸਟਰੀ ਬਿਨਾਂ ਪੈਸਿਆਂ ਦੇ ਕਰਾ ਕੇ ਦਿਖਾਏ, ਸਵਾਏ ਬਹੁਤ ਹੀ ਤਕੜਾ ਹੋਵੇ। ਰਿਸ਼ਤੇਦਾਰਾਂ ਤੋਂ ਵੀ ਪੈਸੇ ਲੈ ਲੈਂਦੇ ਨੇ। ਅੱਗੇ ਕਹਿੰਦੇ ਹੁੰਦੇ ਵੀ 2.5 ਘਰ ਤਾਂ ਡੈਨ ਵੀ ਛੱਡ ਦਿੰਦੀ ਹੈ, ਹੁਣ ਉਹ ਡੈਨ ਇਹੀ ਜੀ ਬਣ ਗਈ, ਉਹ 2.5 ਘਰ ਛੱਡਦੀ ਨਹੀਂ ਹੈ। ਉਹ ਕਹਿੰਦਾ ਮੇਰਾ ਇੱਥੇ ਰੱਖ, ਲਾਗੀਆਂ ਦਾ ਲਾਗ ਇੱਥੇ ਰੱਖ ਦੇ, ਤੇਰੀ ਭਾਵੇਂ ਜਾਂਦੀ ਡੰਡੀ ਹੋ ਜੇ। ਹੁਣ ਸਾਡਾ ਇਹ ਹਾਲ ਹੋ ਗਿਆ। ਇਸ ਤੋਂ ਅੱਗੇ ਤੁਸੀਂ ਹਸਪਤਾਲਾਂ ਜਾ ਰਹੋ, ਆ ਤੁਹਾਡੇ ਪਟਿਆਲੇ ਮੈਡੀਕਲ ਕਾਲਜ ਜਾ ਕੇ ਦੇਖ ਲਓ ਵੀ ਕੀ ਹਾਲ ਹੈ। ਤੁਸੀਂ ਹਾਲਾਂਕਿ ਹਸਪਤਾਲਾਂ ਦੇ ਵਿੱਚ ਬੜਾ ਹੀ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਕੀ ਸਹੂਲਤ ਦਿੱਤੀ ਵੀ ਤੈਨੂੰ ਸਰਕਾਰੀ 'ਚ ਜਾਣ ਦੀ ਲੋੜ ਹੀ ਨਹੀਂ, ਤੂੰ ਪ੍ਰਾਈਵੇਟ 'ਚ ਇਲਾਜ ਕਰਾ, ਤੇਰੇ ਪੈਸੇ ਮਿਲ ਜਾਣਗੇ ਸਰਕਾਰ ਤੋਂ। ਗਰੀਬ ਆਦਮੀ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਨਹੀਂ ਮਿਲਦਾ, ਉੱਥੇ ਕਿਉਂਕਿ ਪ੍ਰਬੰਧ ਘਟਾਤਾ। ਉਹੀ ਪੈਸਾ ਮੁਲਾਜ਼ਮ ਨੂੰ ਦੇਤਾ ਵੀ ਤੂੰ ਆਪਣਾ ਪ੍ਰਾਈਵੇਟ ਕਰਾ ਲਿਆ ਕਰ। ਫਿਰ ਇਹ ਕਿਉਂ ਨਹੀਂ ਕਰ ਦਿੰਦੇ ਵੀ ਭਾਈ ਜਿਹੜੇ ਬੱਚੇ ਨੇ ਸਰਕਾਰੀ ਸਕੂਲ 'ਚ ਨਹੀਂ ਪੜ੍ਹਨਾ, ਉਹ ਪ੍ਰਾਈਵੇਟ 'ਚ ਪੜ੍ਹ ਲਏ, ਉਹਨੂੰ ਉਨੇ ਪੈਸੇ ਦੇ ਦਾਂਗੇ ਜਿੰਨੇ ਅਸੀਂ ਸਰਕਾਰ 'ਚ ਖਰਚਦੇ ਹਾਂ। ਇਹ 'ਚ ਕੋਈ ਔਖਾ ਕੰਮ ਨਹੀਂ। ਸੋ ਇਸ ਕਰਕੇ ਜਦ ਅਸੀਂ ਇਹ ਦੇਖਦੇ ਹਾਂ ਕਿ ਤਸੀਲੇ ਜਾਓ, ਹਸਪਤਾਲ ਜਾਓ, ਸਕੂਲ 'ਚ ਜਾਓ, ਸਕੂਲ 'ਚ ਬੱਚਿਆਂ ਨੂੰ ਪੜ੍ਹਾਈ ਦਾ ਊੜਾ ਨਹੀਂ ਆਉਂਦਾ। ਝੂਠੀਆਂ ਡਿਗਰੀਆਂ ਨਾਲ ਬੰਦੇ ਲੱਗੇ ਹੋਏ ਨੇ, ਬਾਹਰ ਬੈਠੇ ਨੇ ਬੰਦੇ, ਤਨਖਾਹ ਉਰੋਂ ਲਈ ਜਾ ਰਹੇ ਨੇ, ਸ਼ਡਿਊਲਡ ਕਾਸਟ ਦਾ ਝੂਠਾ ਸਰਟੀਫਿਕੇਟ ਦੇ ਕੇ ਲੱਗੇ ਹੋਏ ਨੇ, ਫਿਰ ਜਾਂਦੇ ਨਹੀਂ। ਜੇ ਜਾਂਦਿਆਂ ਨੂੰ ਕੋਈ ਫੜ ਲਏ ਤਾਂ ਘਰਾਓ ਕਰ ਲੈਂਦੇ ਨੇ, ਹੜਤਾਲਾਂ ਕਰਦੇ ਨੇ। ਫਿਰ ਜਿਹੜੇ ਬਾਕੀ ਜੁਰਮ ਕਰਦੇ ਨੇ ਉਹ ਵੀ ਸਭ ਨੂੰ ਪਤਾ ਹੈ ਜੋ ਕੁਝ ਕਰਦੇ ਨੇ। ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਸਰਕਾਰੀ ਸਕੂਲਾਂ 'ਚ। ਇਹ ਨਹੀਂ ਮੈਂ ਕਹਿੰਦਾ ਪ੍ਰਾਈਵੇਟਾਂ 'ਚ ਬਹੁਤ ਚੰਗੀ ਬਣ ਰਹੀ ਹੈ, ਪਰ ਪ੍ਰਾਈਵੇਟਾਂ 'ਚ ਉਹਨਾਂ ਨੂੰ ਊੜਾ ਫਿਰ ਵੀ ਆ ਜਾਂਦਾ ਹੈ, ਉੱਥੇ ਤਾਂ ਊੜਾ ਵੀ ਨਹੀਂ ਆਉਂਦਾ। ਸਵਾਲ ਤਾਂ ਦੋਨੇ ਨਹੀਂ ਕਰਨ ਦਿੰਦੇ। ਸੋ ਜੇ ਆਪਾਂ ਸਕੂਲਾਂ ਦਾ ਹਾਲ ਦੇਖ ਲਿਆ, ਫਿਰ ਤੁਸੀਂ ਬਿਜਲੀ ਬੋਰਡ 'ਚ ਜਾ ਰਹੋ, ਤੁਸੀਂ ਬਿੱਲ ਭਰਨ ਜਾਓ, ਤੁਹਾਡੀ ਹਰਾਸਮੈਂਟ ਹੋਏਗੀ। ਤੁਸੀਂ ਕਨੈਕਸ਼ਨ ਲੈਣਾ ਹੋਵੇ, ਤੁਹਾਡੀ ਹਰਾਸਮੈਂਟ ਹੋਏਗੀ। ਤੁਸੀਂ ਸਾਰੇ ਕਾਗਜ਼ ਪੂਰੇ ਕਰ ਦਿਓ, ਫਿਰ ਬਹਾਨਾ ਲਾ ਰਹੇ ਨਹੀਂ ਜੀ ਇਹ ਤਾਂ ਖੰਭੇ ਲੱਗਣੇ ਸੀ, ਪੁਰਾਣਾ ਹੋਣਾ ਸੀ। ਕੋਈ ਕੰਮ ਕਰ ਲਓ, ਤੁਹਾਡੀ ਜ਼ਮੀਨ ਅਕਵਾਇਰ ਕਰਨੀ ਹੈ ਤਾਂ ਵੀ ਤੁਹਾਨੂੰ ਰਿਸ਼ਵਤ ਦੇਣੀ ਪਊਗੀ। ਜੇ ਜ਼ਮੀਨ ਅਕਵਾਇਰ ਕਰਕੇ ਜੇ ਪੈਸੇ ਲੈਣੇ ਤਾਂ ਵੀ ਰਿਸ਼ਵਤ ਦੇਣੀ ਪਊਗੀ। ਤੁਹਾਨੂੰ ਕੋਈ ਸਬਸਿਡੀ ਮਿਲਣੀ ਉਹਦੀ ਵੀ ਰਿਸ਼ਵਤ ਦੇਣੀ ਪੈਂਦੀ ਹੈ। ਜੇ ਤੁਹਾਨੂੰ ਹਰ ਜਗ੍ਹਾ ਦੇ ਉੱਤੇ, ਜਿੱਥੇ ਥਾਣੇ ਜਾਓ ਤੁਸੀਂ, ਪੈਸੇ ਤੋਂ ਬਿਨਾਂ ਕੋਈ ਕੰਮ ਹੁੰਦਾ? ਕਿਸੇ ਨੇ ਦੇਖਿਆ ਪੈਸਿਆਂ ਤੋਂ ਬਿਨਾਂ ਹੁੰਦਾ ਕੰਮ? ਸੋ ਜੇ ਤੁਸੀਂ ਥਾਣੇ 'ਚ, ਜੇ ਤੁਸੀਂ ਜਾਂਦੇ ਹੋ DC ਦਫ਼ਤਰ ਦੇ ਵਿੱਚ, SDM ਦਫ਼ਤਰ 'ਚ, ਤਹਿਸੀਲਦਾਰ ਦੇ ਦਫ਼ਤਰ 'ਚ, ਕਿਸੇ ਐਕਸੀਅਨ SC ਦੇ ਦਫ਼ਤਰ 'ਚ, ਕਿਸੇ SMO ਸਿਵਲ ਸਰਜਨ ਦੇ ਦਫ਼ਤਰ 'ਚ, ਸਿਵਲ ਸਰਜਨ ਦਫ਼ਤਰ 'ਚ ਅਸੀਂ ਹੱਸਦੇ ਹੁੰਦੇ ਹਾਂ ਵੀ ਜੰਮਣ ਦੇ ਵੀ ਪੈਸੇ, ਮਰਨ ਦੇ ਵੀ ਪੈਸੇ, ਫਿੱਟ ਹੋਣ ਦੇ ਵੀ ਪੈਸੇ, ਅਨਫਿੱਟ ਹੋਣ ਦੇ ਵੀ ਪੈਸੇ, ਹਾਜ਼ਰ ਰਹਿਣ ਦੇ ਵੀ ਪੈਸੇ, ਗੈਰ ਹਾਜ਼ਰ ਰਹਿਣ ਦੇ ਵੀ ਪੈਸੇ। ਜੇ ਪੈਸੇ ਹੀ ਚੱਲਣਾ ਹੈ, ਇੱਦਾਂ ਹੀ ਸਕੂਲਾਂ 'ਚ ਹੈ। ਸਕੂਲਾਂ ਦੇ ਵਿੱਚ ਇਹ ਹੈ ਵੀ ਉੱਦਾਂ ਦੀ ਰਿਸ਼ਵਤ ਤਾਂ ਸਿੱਧੀ ਚੱਲਦੀ ਨਹੀਂ। ਇਹ ਪੈਸਾ ਜੇ ਡਰਾਈਵਰ ਵੀ ਲੈਂਦੇ ਆ, ਜਿਹੜਾ ਹੈਗਾ ਮਿਡ ਡੇ ਮੀਲ, ਇਹ 'ਚ ਬਹੁਤ ਪੈਸਾ ਖਾਧਾ ਜਾਂਦਾ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਇਹ ਅੱਜ ਦੇਖ ਲਓ, ਇਹ ਰੌਲਾ ਪਾਉਂਦੇ ਨੇ ਨਾ ਵੀ ਅਸੀਂ ਮਿਡ ਡੇ ਮੀਲ ਐਂ ਕਰਦੇ ਹਾਂ, ਇਹ ਡਾਕੂਮੈਂਟ ਲੈ ਕੇ ਮਿਡ ਡੇ ਮੀਲ ਦੇ ਵਿੱਚ ਪੈਸਾ ਖਾਧਾ ਜਾਂਦਾ। ਇੱਕ ਸਕੂਲ ਦੇ ਵਿੱਚ ਨੀਤੀ ਆਯੋਗ ਦੀ ਇੱਕ ਟੀਮ ਗਈ, ਨੀਤੀ ਆਯੋਗ ਦੀ ਟੀਮ ਪਿਛਲੇ ਸਾਲ ਦੀ ਗੱਲ ਹੈ, ਇਹ ਪਿਛਲੇ ਸਾਲ ਦੀ, ਮੋਗੇ ਦੇ ਪਿੰਡ ਦੇ ਲਾਗੇ। ਉੱਥੇ ਉਸ ਟੀਮ ਨੇ ਦੇਖਿਆ ਵੀ ਬੱਚੇ ਸਿਰਫ 4 ਨੇ ਇੱਕ ਕਲਾਸ ਦੇ, ਹਾਜ਼ਰੀ ਲਾਈ ਹੋਈ ਹੈ 33 ਬੱਚਿਆਂ ਦੀ। ਅਜੇ ਬਾਕੀ ਸਕੂਲ ਦੀ ਗੱਲ ਨਹੀਂ ਮੈਂ ਕਰ ਰਿਹਾ, ਉਸੇ ਸਕੂਲ 'ਚ ਉਹਨੇ ਪਹਿਲਾਂ ਪੁੱਛਿਆ ਤਾਂ ਟੀਚਰਾਂ 3 ਨੇ, ਬੱਚੇ 4 ਨੇ, ਬਾਕੀ ਤਾਂ ਕੋਈ ਆਇਆ ਹੀ ਨਹੀਂ, ਹਾਜ਼ਰੀ ਤਾਂ ਸਾਰਿਆਂ ਦੀ ਲਾਈ ਹੋਊਗੀ। ਜਦ ਉਹਨੇ ਪੁੱਛਿਆ, ਉਹ ਯੰਗ ਲੜਕਾ ਸੀ ਜਿਹੜਾ ਗਿਆ, ਤੇ ਉਹਨਾਂ ਨੇ ਸੋਚਿਆ ਵੀ ਇਹ ਲੈ ਹੁਣ ਅਸੀਂ ਗੋਦੀ ਚੁੱਕੇ ਲਈਏ ਬੱਚੇ, ਆ ਜਵਾਬ ਸੀ। ਉਹ ਕਹਿੰਦਾ ਮੈਡਮ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਗੋਦੀ ਚੁੱਕ ਕੇ ਲਿਆਓ, ਮੈਂ ਤਾਂ ਇਹ ਕਹਿਣਾ ਵੀ ਜੇ 4 ਬੱਚੇ ਨੇ ਤੇ ਤੁਸੀਂ ਹਾਜ਼ਰੀ 33 ਦੀ ਕਿਉਂ ਲਾਈ ਹੈ? ਮੈਂ ਤਾਂ ਸਿਰਫ ਇੰਨਾ ਪੁੱਛ ਰਿਹਾ। ਲੈ ਅਸੀਂ ਹਾਜ਼ਰੀ ਤਾਂ ਲਾਉਣੀ ਹੀ ਹੈ, ਤੂੰ ਵੀ ਸਾਡੇ ਵਰਗਾ ਸਰਕਾਰੀ ਮੁਲਾਜ਼ਮ ਹੈ,
ਹੈ ਤੈਨੂੰ ਵੀ ਭਾਈ ਫਿਰ ਥੋੜਾ ਜਿਹਾ ਉਹਨਾਂ ਨੂੰ ਲੱਗਾ ਤੈਨੂੰ ਵੀ ਭਾਈ ਸਾਡੇ ਨਾਲ ਹੀ ਰਹਿਣਾ ਚਾਹੀਦਾ। ਉਹ ਕਹਿੰਦਾ ਬੀਬੀ ਮੈਂ ਕੋਈ ਸਰਕਾਰੀ ਮੁਲਾਜ਼ਮ ਨਹੀਂ, ਮੈਂ ਕੋਈ ਪੈਸਾ ਨਹੀਂ ਲੈਂਦਾ ਇਸ ਸਰਵੇ ਦਾ, ਮੈਂ ਮੁਫਤ ਕਰਕੇ ਦੇ ਰਿਹਾ ਸੇਵਾ 'ਚ। ਅਗਲੀ ਗੱਲ, ਜੇ ਤੁਸੀਂ ਮੈਨੂੰ ਸਵਾਲਾਂ ਦਾ ਜਵਾਬ ਨਹੀਂ ਦੇਣਾ ਨਾ ਦਿਓ, ਮੈਂ ਹੁਣੀ ਡੀਸੀ ਸਾਹਿਬ ਨੂੰ ਫੋਨ ਕਰ ਦੇਣਾ ਕਿ ਜੀ ਇਹ ਤਾਂ ਜਵਾਬ ਦੇਣ ਤੋਂ ਇਨਕਾਰੀ ਨੇ। ਫਿਰ ਉਹਨੇ ਉਦਾਹਰਨ ਦਿੱਤੀ, ਕਹਿੰਦਾ ਮੈਂ ਠੱਠੀ ਭਾਈ ਜਾ ਕੇ ਆਇਆ ਪ੍ਰਾਇਮਰੀ ਹੈਲਥ ਸੈਂਟਰ 'ਚ, ਉੱਥੇ ਡਾਕਟਰ ਬੈਠੇ ਨੇ, ਹੋਰ ਅਮਲਾ ਬੈਠਾ, ਮਰੀਜ਼ ਆਇਆ ਨਹੀਂ ਸੀ ਕੋਈ। ਉਹਨਾਂ ਨੇ ਤਾਂ ਮੈਨੂੰ ਕੋਈ ਨਹੀਂ ਕਿਹਾ ਵੀ ਤੁਸੀਂ ਇੱਥੇ ਪਾ ਦਿਓ 10-20 ਝੂਠੇ ਮਰੀਜ਼ ਪਾ ਦਿਓ, ਸਾਡਾ ਕੋਈ ਕਾਰਵਾਈ ਤਾਂ ਹੋ ਜੇ। ਉਹ ਤਾਂ ਉਹ ਜੋ ਹੈ ਉਹਨਾਂ ਨੇ ਲਿਖਾਤਾ, ਤੁਸੀਂ ਬੜਾ ਉਲਟਾ ਕਰਦੇ ਹੋ। ਫਿਰ ਉਹਨੇ ਇੱਕ ਗੱਲ ਹੋਰ ਪੁੱਛੀ, ਕਹਿੰਦਾ ਇਹਦਾ ਮਤਲਬ ਫਿਰ ਤੁਸੀਂ ਮਿਡ ਡੇ ਮੀਲ ਵੀ ਚੇਤੀਆਂ ਦੀ ਹੋਈ ਪਾਓਗੇ? ਕਹਿੰਦੀ ਉਹ ਤਾਂ ਪਾਉਣੀ ਹੋਈ ਹੈ। ਵੀਡੀਓ ਦੇ ਸਾਹਮਣੇ ਡਟ ਕੇ ਕਹਿ ਰਹੀ ਹੈ ਵੀ ਉਹ ਤਾਂ ਪਾਉਣੀ ਹੈ 3 ਟੀਚਰਾਂ ਨੇ। ਤੇ ਫਿਰ ਤੁਹਾਡਾ ਕੀ ਜ਼ਰੂਰਤ, ਕਿਹੜੀ ਸਰਕਾਰ ਹੈ? ਸਰਕਾਰ ਨਾਲ ਦੀ ਕਿਹੜੀ ਚੀਜ਼ ਹੈ? ਉਹ ਸਾਰਾ ਪੈਸਾ ਪੈ ਜਾਊਗਾ। ਕਣਕ ਵੇਚਦੇ ਫੜੇ ਗਏ ਨੇ, ਚੱਕੀਆਂ ਦੇ ਉੱਤੇ ਜਾਂਦੀ ਕਣਕ ਫੜੀ ਗਈ ਹੈ, ਕਿਉਂਕਿ ਉੱਤੇ ਤੱਕ ਕਰਪਸ਼ਨ ਹੈ, ਉੱਤੇ ਕਿਹੜਾ ਕਰਪਸ਼ਨ ਨਹੀਂ ਹੁੰਦੀ। ਇਸ ਕਰਕੇ ਉਹ ਥੱਲੇ ਵਾਲਿਆਂ ਨੂੰ ਕੁਝ ਨਹੀਂ ਕਹਿੰਦੇ। ਸੋ ਜਿਹੜਾ ਸਰਕਾਰੀ ਅਮਲਾ ਹੈ ਉੱਤੇ ਜਦ ਕੰਮ ਨਹੀਂ ਹੋਣਾ, ਭੱਠ ਸੋਣਾ ਜਿਹੜਾ ਕੰਨਾਂ ਨੂੰ ਖਾਵੇ, ਇਹਨਾਂ ਨੇ ਰਸਤਾ ਆਪ ਹੀ ਖੋਲ੍ਹਿਆ ਦੂਜੇ ਪਾਸੇ ਦਾ। ਮੁਲਾਜ਼ਮਾਂ ਦੀ ਗਿਣਤੀ ਘਟਦੀ ਗਈ ਆ, ਤਨਖਾਹਾਂ ਪੈਨਸ਼ਨਾਂ ਵੱਧਦੀਆਂ ਗਈਆਂ ਨੇ। ਹੁਣ ਇੱਕ ਪਾਸੇ ਸਰਕਾਰੀ ਸਕੂਲਾਂ 'ਚ, ਸਰਕਾਰੀ ਪ੍ਰਾਈਵੇਟ ਸਕੂਲਾਂ 'ਚ, ਪ੍ਰਾਈਵੇਟ ਹਸਪਤਾਲਾਂ 'ਚ ਨਰਸਾਂ ਕਲਾਸ 4 ਕਲਾਸ 3 ਲੱਗੇ ਨੇ। 10,000 15,000 ਤੋਂ ਵੱਧ ਕਿਸੇ ਨੂੰ ਨਹੀਂ ਦਿੱਤਾ ਜਾਂਦਾ। ਜਿਹੜੇ ਹੈਗੇ ਨੇ ਆ ਗਾਰਡ ਵਗੈਰਾ, ਉਹਨਾਂ ਨੂੰ 6-7 ਹਜ਼ਾਰ ਦਿੱਲੀ ਦੇ ਵਿੱਚ 7,000 8,000 ਦਿੱਤਾ ਜਾ ਰਿਹਾ ਹੈ। ਇੱਕ ਪਾਸਾ ਇਹ ਹੈ। ਦੂਜਾ ਪਾਸਾ ਇਹ ਹੈ ਕਿ 2-2 ਲੱਖ 1.25 ਲੱਖ ਤਨਖਾਹ ਦਾ ਮਿਲਦਾ, ਮਾਸਟਰਾਂ ਨੂੰ ਵੀ ਇਹੀ ਮਿਲਦਾ। ਪ੍ਰਾਈਵੇਟ ਸਕੂਲਾਂ ਦੇ ਵਿੱਚ ਤਕਰੀਬਨ 2 ਲੱਖ ਮੁਲਾਜ਼ਮ ਹੈ, 2.25 ਲੱਖ। ਉਹ ਜੀ 1,60,000 ਟੀਚਰ ਹੈ, 39 ਲੱਖ ਬੱਚੇ ਨੂੰ ਉਹ ਪੜ੍ਹਾ ਰਿਹਾ ਹੈ। ਉਹਨੂੰ ਤਾਂ ਮਿਲਦਾ 5 ਤੋਂ 10 ਹਜ਼ਾਰ, ਦਸਤਖਤ ਕਰਾਏ ਜਾਂਦੇ ਨੇ 10 ਤੋਂ 20 ਹਜ਼ਾਰ 'ਚ। ਉਹਦੇ ਬਾਰੇ ਤਾਂ ਕੋਈ ਨਹੀਂ ਬੋਲਦਾ, ਕਿਉਂਕਿ ਉੱਥੇ ਬੱਚੇ ਅਮੀਰਾਂ ਦੇ ਨੇ ਕਿ ਟੀਚਰ ਜਿਹੜਾ ਹੈ ਉਹਦੇ ਕੋਈ ਸੇ ਨਹੀਂ। ਉਹਨੂੰ ਇੱਕ ਮਾੜਾ ਜਿਹਾ ਉਹਨੇ ਕਿਹਾ, ਉਹਨੂੰ ਨਾਲ ਦੀ ਨਾਲ ਕੱਢ ਕੇ ਬਾਹਰ ਮਾਰਦੇ ਨੇ। ਦੂਜੇ ਪਾਸੇ ਜਿਹੜਾ ਟੀਚਰ ਹੈ ਉਹ ਉਹਨਾਂ ਦਾ ਹੈ ਜਿਹੜੇ ਰਾਜ ਕਰਦੇ ਨੇ, ਤੇ ਬੱਚੇ ਗਰੀਬ ਦੇ ਨੇ। ਇਸ ਕਰਕੇ ਉੱਥੇ ਬੱਚਾ ਨਹੀਂ ਪੜ੍ਹਾਇਆ ਜਾ ਰਿਹਾ, ਟੀਚਰ ਸਿਰ 'ਚ ਗਲੀਆਂ ਕਰਦਾ। ਇੱਦਾਂ ਹੀ ਹਸਪਤਾਲਾਂ ਦਾ ਹਾਲ ਹੈ, ਹਸਪਤਾਲਾਂ ਦੇ ਵਿੱਚ ਜੋ ਵੀ ਹੈ। ਸੋ ਇਸ ਕਰਕੇ ਸਾਨੂੰ ਇਹ, ਜਦ ਤੱਕ ਅਸੀਂ ਨਿਆਂ ਸੰਗਤ ਗੱਲ ਨਹੀਂ ਕਰਾਂਗੇ, ਜਦ ਤੱਕ ਅਸੀਂ ਖਰਚੇ ਨਹੀਂ ਦੇਖਾਂਗੇ, ਬਿਨਾਂ ਦੇਖੇ ਖਰਚੇ, ਬਿਨਾਂ ਦੇਖੇ ਕੰਮ। 1 ਮਿੰਟ ਮੈਂ ਲਾਈਨ 'ਚ ਖਤਮ ਕਰਨਾ। ਕਿਸੇ ਵੀ ਜਗ੍ਹਾ ਦੇ ਉੱਤੇ ਜਦ ਅਸੀਂ ਉਜਰਤ ਨਿਰਧਾਰਿਤ ਕਰਦੇ ਹਾਂ ਵੀ ਕਿੰਨੀ ਉਜਰਤ ਚਾਹੀਦੀ ਹੈ, ਉਹਦੇ ਨਿਯਮ ਨਾਲ ਕੋਈ ਐਂ ਨਹੀਂ ਹੋਏ ਸੰਸਾਰ ਐਵੇਂ ਚੱਲੀ ਜਾਂਦਾ ਵੀ ਇਹਦੀ ਪੜ੍ਹਾਈ ਕਿੰਨੀ ਹੈ ਜੀ, ਇਹਦੀ ਸਿਖਲਾਈ ਕਿੰਨੀ ਹੈ ਜੀ, ਇਹਦੀ ਮਿਹਨਤ ਕਿੰਨੀ ਹੈ ਜੀ, ਇਹਦਾ ਖਰਚਾ ਕਿੰਨਾ ਹੈ ਜੀ, ਇਹਨੂੰ ਕੰਮ ਕਿੰਨੇ ਘੰਟੇ ਕਰਨਾ ਪੈਂਦਾ ਜੀ, ਉਹ ਕੰਮ ਔਖਾ ਕਿੰਨਾ ਜੀ, ਉਹਦੇ 'ਚ ਇਹਨੂੰ ਖਤਰਾ ਕਿੰਨਾ ਮਰ ਜਾਣ ਦਾ ਜਾਂ ਐਕਸੀਡੈਂਟ ਹੋਣ ਦਾ। ਇਹਨਾਂ ਸਾਰੀਆਂ ਗੱਲਾਂ ਨੂੰ, ਫਿਰ ਉਹ ਦਿਨ ਦਾ ਕੰਮ ਹੈ ਕਿ ਰਾਤ ਦਾ ਕੰਮ ਹੈ, ਇਹਦੀ ਡਿਊਟੀ ਪੱਕੇ ਘੰਟੇ ਆ ਵੀ ਸਵੇਰੇ 9 ਵਜੇ ਆਇਆ ਤੇ 4 ਵਜੇ ਚਲੇ ਜਾਂਦੇ 3 ਵਜੇ, ਜਾਂ ਇਹਦੀ ਡਿਊਟੀ ਕਦੇ ਦਿਨ ਦੀ, ਕਦੇ ਰਾਤ ਦੀ, ਕਦੇ ਦੁਪਹਿਰ ਦੀ ਹੈ। ਇਹ ਸਾਰਾ ਕੁਝ ਦੇਖ ਕੇ ਫਿਰ ਕੀ ਇਹ ਘਰੇ ਤੋਂ ਬਸ ਗਿਆ ਦਫ਼ਤਰ, ਪੱਕੀ ਥਾਂ ਤੇ ਡਿਊਟੀ ਹੈ, ਜਾਂ ਕਦੇ ਇੱਥੇ ਕਦੇ ਉੱਥੇ। ਆ ਟ੍ਰੇਨਾਂ ਦਾ ਰੋਜ਼ ਹੀ ਟ੍ਰੇਨ ਚੱਲਦੀ ਹੈ ਨਾ, ਹੈ ਉਹ ਤਾਂ ਇੱਕ ਦਿਨ ਦਿੱਲੀ ਤੋਂ ਚੱਲਿਆ, ਤੀਜੇ ਦਿਨ ਮਦਰਾਸ ਹੁੰਦਾ ਬੰਦਾ। ਸੋ ਉਹਦੇ ਇਹ ਸਾਰਾ ਕੁਝ ਦੇਖ ਕੇ ਵੇਚ ਤੈਅ ਕਰੀ ਜਾਂਦੀ ਹੈ। ਪਰ ਸਾਡੇ ਤਾਂ ਬਾਬਾ ਆਦਮ ਨੇ ਰਾਡਾ ਹੀ ਕਰਤਾ ਇਹਨਾਂ ਨੇ। 2011 ਦੇ ਵਿੱਚ, ਅਕਤੂਬਰ 11 ਦੇ ਵਿੱਚ, ਕਿਉਂਕਿ 12 ਚੋਣਾਂ ਹੋਣੀਆਂ ਸੀ ਫਰਵਰੀ 'ਚ, ਤੇ ਇਹਨਾਂ ਨੇ ਗੱਫੇ ਲੁਟਾਤੇ, 1.5 ਗੁਣਾ ਤਨਖਾਹ ਕਰਤੀ। ਪੰਜਾਬ ਦੇ ਵਿੱਚ ਸਿਵਾਏ ਮੈਡੀਕਲ ਡਿਪਾਰਟਮੈਂਟ ਦੇ ਬਾਕੀ ਸਾਰੇ ਮੈਡੀਕਲ ਦਾ ਇੱਕ ਕੈਟਾਗਰੀ ਸੀ, ਉਹਨੂੰ ਛੱਡ ਕੇ ਬਾਕੀ ਸਾਰੇ ਡਿਪਾਰਟਮੈਂਟਾਂ ਦੀ ਤਨਖਾਹ ਮੈਡੀਕਲ ਦੇ ਬਾਕੀ ਕੈਟਾਗਰੀਆਂ ਦੀ ਘੱਟ ਹੈ ਭਾਰਤ ਸਰਕਾਰ ਨਾਲੋਂ, ਸਾਰੀਆਂ ਦੀ ਸਿਵਾਏ ਇੱਕ ਕੈਟਾਗਰੀ ਦੇ। ਪਰ ਬਾਕੀ ਸਾਰੇ ਮੁਲਾਜ਼ਮਾਂ ਦੀ, ਚਾਹੇ ਉਹ ਫਾਈਨੈਂਸ 'ਚ ਲੱਗੇ ਨੇ, ਚਾਹੇ ਉਹ ਕਲਰਕ ਨੇ, ਚਾਹੇ ਉਹ ਸੁਪਰਡੈਂਟ ਨੇ, ਚਾਹੇ ਉਹ ਮਾਸਟਰ ਨੇ, ਚਾਹੇ ਉਹ ਰੈਵਨਿਊ 'ਚ ਤਹਿਸੀਲਦਾਰ ਲੱਗੇ ਨੇ, ਚਾਹੇ ਉਹ ਪਟਵਾਰੀ ਲੱਗੇ ਨੇ, ਚਾਹੇ ਉਹ ਕਿਤੇ ਬੇਲਦਾਰ ਲੱਗੇ ਨੇ, ਚਾਹੇ ਉਹ ਜੇਈ ਲੱਗੇ ਨੇ, ਚਾਹੇ ਉਹ ਇੰਜੀਨੀਅਰ ਲੱਗੇ ਨੇ, ਸਾਰਿਆਂ ਦੀ ਕੇਂਦਰ ਨਾਲੋਂ ਤਨਖਾਹ ਵੱਧ ਹੈ। ਪਹਿਲਾਂ ਵੱਧ ਸੀ, ਇਹਨਾਂ ਨੇ ਹੋਰ ਵਧਾਤੀ, 1.5 ਗੁਣਾ ਕਰਤੀ। ਉਹ 1.5 ਗੁਣਾ ਕਰਕੇ ਅੱਜ ਨਤੀਜਾ ਇਹ ਨਿਕਲਿਆ, ਇਹਨਾਂ ਨੇ ਅੰਦਾਜ਼ਾ ਚਲਾਇਆ ਹੋਇਆ ਵੀ 39,500 ਕਰੋੜ ਰੁਪਇਆ ਖਰਚ ਹੋਊਗਾ ਤਨਖਾਹਾਂ ਤੇ। ਆ ਜਿਹੜਾ ਹੁਣ 15% ਵਾਧੇ ਦਾ ਤੇ ਸਾਰਾ ਹਿਸਾਬ ਲਾ ਕੇ ਇਹ ਖਰਚ ਤਕਰੀਬਨ 55,000 ਕਰੋੜ ਬਣ ਜਾਣਾ ਹੈ। ਕੁਝ ਪੋਸਟਾਂ ਭਰ ਰਹੇ ਨੇ 55,000 ਕਰੋੜ। ਜਿਹੜੇ ਸਟੇਟ ਦੀ ਆਮਦਨ 49,860 ਕਰੋੜ ਪਿਛਲੇ ਸਾਲ ਹੋਈ ਹੈ, ਐਤਕੀ ਮੰਨ ਲਓ 55,000 ਕਰੋੜ ਵੀ ਹੋ ਜੇ, ਇਹ ਮੰਨ ਲਓ, ਤੇ ਫਿਰ ਸਾਰਾ ਪੈਸਾ ਉਹਨਾਂ ਨੂੰ ਚਲਾ ਗਿਆ ਨਾ। ਲੋਕਾਂ ਤੋਂ ਟੈਕਸ ਲੈ ਕੇ ਉਹਨਾਂ ਨੂੰ ਦੇਤਾ। ਕਹਾਂ ਉਹਨਾਂ ਨੇ ਕੰਮ ਕੀ ਕਰਿਆ? ਉਹ ਕਹਿੰਦੇ ਕੰਮ ਤਾਂ ਤੁਸੀਂ ਸਾਨੂੰ ਹਰਜਾਨਾ ਦੇ ਕੇ ਜਾਓ ਤਾਂ ਪਰ ਕਰਾਂਗੇ, ਜਾਂ ਨਜ਼ਰਾਨਾ ਦੇ ਕੇ ਜਾਓ, ਕੰਮ ਨਹੀਂ ਕਰਨਾ ਸੀ। ਤਨਖਾਹ ਤਾਂ ਸਾਨੂੰ ਸਾਡੀ ਕੁਆਲੀਫਿਕੇਸ਼ਨ ਦੀ ਮਿਲਦੀ ਹੈ। ਜਦ ਸਮਾਜ ਦੇ ਵਿੱਚ ਇਹ ਹੋ ਜੇ, ਉਹ ਰੌਲਾ ਪਾ ਲੈਂਦੇ ਨੇ। ਉਹ ਦੇਖੋ ਜੀ ਸਾਰੇ ਤੁਸੀਂ ਮੀਡੀਆ ਵਾਲੇ, ਤੁਸੀਂ ਕਹਿੰਦੇ ਹੋ ਮੀਡੀਆ ਵਾਲੇ, ਹੈ ਜੀ ਦੇਖੋ ਟੈਂਕੀ ਤੇ ਚੜਿਆ ਹੋਇਆ ਜੀ, ਦੇਖੋ ਉਹਨੇ ਭਾਖੜਾ ਛਾਲ ਮਾਰੀ ਜੀ, ਉਹਨੇ ਫਲਾਣਾ ਐਂ ਕਰਤਾ। ਉਹ ਤਾਂ ਹਰੇਕ ਹੀ ਕਰੂਗਾ।
ਇੱਕ ਜੇ ਕਿਸੇ ਮੈਡੀਕਲ ਦੇ ਟ੍ਰੇਨਡ ਬੰਦਾ ਕਹਿੰਦਾ ਵੀ ਮੈਨੂੰ ਨੌਕਰੀ ਜ਼ਰੂਰ ਦਿਓ, ਤੇ ਫਿਰ ਜਿਹੜਾ BA ਪਾਸ ਹੈ, 10ਵੀਂ ਪਾਸ ਹੈ, 12ਵੀਂ ਪਾਸ, ਉਹਨੂੰ ਨੌਕਰੀ ਕਿਉਂ ਨਾ ਮਿਲੇ? ਕੋਈ ਹੈ ਤਰਕ ਵੀ ਨੌਕਰੀ ਹਰੇਕ ਨੂੰ ਦੇਣੀ ਹੈ? ਜੇ ਦੇਣੀ ਹੈ ਸਭ ਨੂੰ ਦਿਓ ਨਾ। ਫਿਰ ਜਿਹੜਾ ਅਨਟ੍ਰੇਨਡ ਹੈ, ਨਹੀਂ ਟ੍ਰੇਨਡ, ਉਹਨੂੰ ਦੇ ਦਿਓ। ਉਹਨੂੰ ਕਹੋ ਵੀ ਤੂੰ ਇੱਥੇ ਦਿਹਾੜੀ ਕਰੀ ਆਇਆ ਕਰ, ਕੋਈ ਗੱਲ ਨਹੀਂ, ਤੈਨੂੰ ਪੈਸੇ ਦੇਵਾਂਗੇ ਮਹੀਨੇ ਦੇ। ਫਿਰ ਦਿਓ ਫਿਰ ਸਭ ਨੂੰ ਜੇ ਦੇਣੀ ਹੈ। ਹੁਣ ਇੱਕ ਇਸੇ ਸਰਕਾਰ 'ਚ ਮੈਂ ਦੂਜਾ ਪਾਸਾ ਦੱਸਾਂ, ਇਹ ਜਿਹੜਾ ਨਹੀਂ ਮਿਲਦਾ, ਇਸੇ ਸਰਕਾਰ 'ਚ 3 ਕੈਟਾਗਰੀਆਂ ਐਸੀਆਂ ਨੇ ਜਿਨ੍ਹਾਂ ਨੂੰ ਪੈਸੇ ਬਹੁਤ ਥੋੜ੍ਹੇ ਦਿੱਤੇ ਜਾਂਦੇ ਨੇ। ਇੱਕ ਹੋਰ ਚੌਥੀ, ਉਹ ਬਾਅਦ 'ਚ ਦੱਸੂ, ਪਹਿਲਾਂ 3 ਦੱਸਾਂ। ਉਹ 3 ਕੈਟਾਗਰੀਆਂ ਔਰਤਾਂ ਦੀਆਂ ਨੇ। ਆਂਗਣਵਾੜੀ ਵਰਕਰ ਤੇ ਹੈਲਪਰ ਨੇ, ਆਸ਼ਾ ਨੇ, ਤੇ ਮਿਡ ਡੇ ਮੀਲ ਕੁੱਕ ਨੇ। ਮਿਡ ਡੇ ਮੀਲ ਕੁੱਕ ਨੂੰ 1700 ਰੁਪਏ ਮਿਲਦਾ ਸੀ, ਹੁਣ ਸ਼ਾਇਦ ਥੋੜ੍ਹਾ ਵਧਾਇਆ, ਤੇ 11 ਮਹੀਨੇ ਮਿਲਦਾ ਸੀ, ਹੁਣ ਸ਼ਾਇਦ 12 ਮਹੀਨੇ ਦੇਣ ਲੱਗ ਗਏ। ਆਸ਼ਾ ਨੂੰ 2000 ਰੁਪਏ ਮਿਲਦਾ ਸੀ, ਹੁਣ ਸ਼ਾਇਦ 3000 ਕਰਿਆ। ਪਹਿਲਾਂ ਜਮਾਂ ਹੀ ਨਹੀਂ ਮਿਲਦਾ ਸੀ, ਪਹਿਲਾਂ ਕਹਿੰਦੇ ਪੀਸ ਰੇਟ ਤੇ ਲਾਏ ਹੋਏ ਸੀਗੇ। ਤੇ ਜਿਹੜੀ ਆਂਗਣਵਾੜੀ ਹੈ, ਉਹਨੂੰ ਜਿਹੜੀ ਫੁੱਲ ਫਲਾਈਜ ਸੀ, ਉਹਨੂੰ 6,500 ਮਿਲਦਾ ਸੀ, ਦੂਜੀ ਨੂੰ 5500, ਤੇ ਹੈਲਪਰ ਨੂੰ ਮਿਲਦਾ ਸੀ 4500। ਉਹਨਾਂ ਦਾ 500 ਵਧਾਇਆ ਪਿੱਛੇ ਹੁਣੀ। ਤੇ ਕਿਉਂ? ਕਿਉਂਕਿ ਉਹ ਔਰਤਾਂ ਨੇ। ਆਂਗਣਵਾੜੀ ਤਾਂ ਫਿਰ ਵੀ ਕਿਸੇ ਨਾ ਕਿਸੇ ਕਲਰਕ ਮਾਸਟਰ ਦੀ ਘਰ ਵਾਲੀ ਹੋਊਗੀ, ਕਿਸੇ ਦੀ ਧੀ ਹੋਊਗੀ। ਬਾਕੀ ਤਾਂ ਜਿਹੜੀਆਂ ਆਸ਼ਾ ਨੇ ਤੇ ਜਿਹੜੀਆਂ ਹੈਗੀਆਂ ਨੇ ਆਪਣੀਆਂ ਮਿਡ ਡੇ ਮੀਲ ਕੁੱਕ, ਉਹ ਤਾਂ ਸਭੀ ਦਲਿਤ, ਬਹੁਤੀਆਂ ਦਲਿਤ ਪਰਿਵਾਰਾਂ 'ਚੋਂ ਨੇ ਜਾਂ ਗਰੀਬ ਪਰਿਵਾਰਾਂ 'ਚੋਂ ਨੇ, ਤੇ ਔਰਤਾਂ ਨੇ ਉਹ। ਸੋ ਇਹ 3 ਕੈਟਾਗਰੀਆਂ ਤਕਰੀਬਨ 43,000 ਮਿਡ ਡੇ ਮੀਲ ਕੁੱਕ, 55,000 ਆਂਗਣਵਾੜੀ, ਤੇ ਆਪਣਾ 20,000 ਆਸ਼ਾ। ਇਹਨੂੰ ਜੇ ਆਪਾਂ ਜੋੜ ਦਈਏ ਤਾਂ 1,18,000, 1.25 ਲੱਖ ਦੇ ਬਰਾਬਰ ਬਣ ਜਾਂਦਾ ਤਕਰੀਬਨ। ਜੇ ਹੋਰ ਸਾਰੇ ਮਾੜੇ ਮੋਟੇ ਇੱਧਰ ਉੱਧਰ ਲੱਗੇ ਹੋਏ ਨੇ ਉਹਨੂੰ ਪਾ ਦਈਏ, 1.25 ਲੱਖ ਮੁਲਾਜ਼ਮ ਨੂੰ ਤਾਂ ਸਰਕਾਰ ਦੇ ਨੂੰ, ਜਿਹੜਾ ਦਿਨ ਰਾਤ ਕੰਮ ਕਰਦਾ, ਜਿਹਨੂੰ ਲਗਾਤਾਰ ਕੰਮ ਕਰਨਾ ਪੈ ਰਿਹਾ, ਜਿਹੜੀ ਗੈਰ ਹਾਜ਼ਰ ਨਹੀਂ ਹੋ ਸਕਦੇ। ਕਿਉਂਕਿ ਬੱਚਿਆਂ ਨੂੰ ਚਾਹੇ 10 ਨੂੰ ਖਾਣਾ ਦੇਣਾ, ਖਾਣਾ ਤਾਂ ਦੇਣਾ ਹੀ ਪੈਣਾ ਹੈ। ਪੜ੍ਹਾਉਣਾ ਨਾ ਪੜ੍ਹਾਉਣਾ ਹੋਰ ਗੱਲ ਹੈ, ਉੱਥੇ ਜਾ ਕੇ ਟੀਚਰ ਨਾ ਪੜ੍ਹਾਵੇ ਕੋਈ ਨਹੀਂ ਪੁੱਛੇਗਾ, ਪਰ ਜੇ ਖਾਣਾ ਨਾ ਵੰਡੇਗਾ ਫਿਰ ਤਾਂ ਰੌਲਾ ਪੈ ਜਾਣਾ, ਕਿਉਂਕਿ ਬੱਚਾ ਤਾਂ ਉੱਥੇ ਬੈਠਾ ਹੈ ਨਾ, ਉਹਨੂੰ ਖਾਣਾ ਤਾਂ ਦੇਣਾ ਹੀ ਹੈ। ਸੋ ਜਿਨ੍ਹਾਂ ਨੂੰ ਡਿਊਟੀ ਕਰਨੀ ਹੀ ਪੈਂਦੀ ਹੈ, ਮਰੀਜ਼ ਨੂੰ ਲੈ ਕੇ ਜਾਣਾ ਹੀ ਜਾਣਾ ਹੈ। ਆਂਗਣਵਾੜੀ 'ਚ ਥੋੜ੍ਹੀ ਬਹੁਤੀ ਇੱਧਰ ਉੱਧਰ ਦੀ ਗੱਲ ਹੋ ਸਕਦੀ ਹੈ, ਮਾੜੀ ਮੋਟੀ ਹੋਗੀ, ਤੇ ਉਹ 1.25 ਲੱਖ ਨੂੰ ਕਿਉਂ ਨਹੀਂ ਕੁਛ ਕਰਿਆ ਜਾਂਦਾ, ਤਨਖਾਹ ਦਿੱਤੀ ਜਾਂਦੀ? ਕਿਉਂਕਿ ਉਹ ਔਰਤਾਂ ਨੇ। ਪਹਿਲੀ ਗੱਲ, ਔਰਤਾਂ ਨੂੰ ਥੱਲੇ ਰੱਖਣਾ। ਦੂਜੀ ਗੱਲ, ਉਹ ਗਰੀਬ ਪਰਿਵਾਰਾਂ 'ਚੋਂ ਨੇ। ਤੀਜੀ ਗੱਲ, ਉਹ ਗਰੀਬਾਂ ਨੂੰ ਸਰਵ ਕਰਦੀਆਂ ਨੇ, ਅਮੀਰਾਂ ਦੇ ਬੱਚਿਆਂ ਨੂੰ ਸਰਵ ਨਹੀਂ ਕਰਦੀਆਂ, ਇਸ ਕਰਕੇ ਉਹਨਾਂ ਨੂੰ ਕੁਝ ਵੀ ਨਹੀਂ ਦੇਣਾ। ਸੋ ਇਹ ਕਹਾਣੀ ਵੰਡ ਹੈ। ਇਹਦੋਂ ਅੱਗੇ ਕਹਾਣੀ ਵੰਡ ਕੀ ਹੈ? ਤੁਸੀਂ ਕਹਿੰਦੇ ਹੋ, ਤੁਸੀਂ ਜਿਹੜਾ ਵੀ ਪ੍ਰਾਈਵੇਟ ਅਦਾਰੇ 'ਚ ਵੀ ਕੰਮ ਕਰਦਾ, ਮੈਂ ਇੱਥੇ ਫਰੈਜ਼ਨੋ ਦੇ ਵਿੱਚ ਉੱਥੇ ਫਸ ਗਿਆ ਸੀ ਜਦ ਇਹ ਸੀਗਾ, ਮੈਂ ਲੈਕਚਰ ਦੇਣ ਗਿਆ ਸੀ, ਪਹਿਲੀ ਵਾਰੀ ਉਹ ਪਾਸਪੋਰਟ ਬਣਾਇਆ ਸੀ, ਉਹ ਕਹੀ ਗਏ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ, ਤੇ ਉੱਥੇ ਅੱਗੇ ਇਹਨਾਂ ਨੇ ਕਰਫਿਊ ਕੁਰਫਿਊ ਲਾਤਾ, ਫਲਾਈਟਾਂ ਬੰਦ ਹੋ ਗਈਆਂ। ਉੱਥੇ ਮੈਂ ਦੇਖਿਆ ਵੀ 3-3 ਮਹੀਨਿਆਂ ਦੀ ਜਿਹੜੇ ਪ੍ਰਾਈਵੇਟ ਅਦਾਰੇ ਸੀ ਜਿਨ੍ਹਾਂ ਨੇ ਆਪਦੇ ਮੁਲਾਜ਼ਮ ਹਟਾਏ ਨਹੀਂ, ਉਹਨਾਂ ਮੁਲਾਜ਼ਮਾਂ ਦੀ 3-3 ਮਹੀਨਿਆਂ ਦੀ ਤਨਖਾਹ ਉਹਨਾਂ ਅਦਾਰਿਆਂ ਦੇ ਖਾਤੇ ਆ ਗਈ ਸਿੱਧੀ, ਵੀ ਤੁਸੀਂ ਭਾਈ ਇਹਨਾਂ ਨੂੰ ਹਟਾਇਆ ਨਹੀਂ, ਚੰਗਾ ਕਰਿਆ ਇਹਨਾਂ। ਜਿਹੜੇ ਬੰਦੇ ਨੇ ਹਟਾਤੇ ਉਹਨੂੰ ਬੇਰੁਜ਼ਗਾਰੀ ਭੱਤਾ ਦੇਤਾ ਬਹੁਤ ਵੱਡਾ ਵੱਡਾ। ਫਿਰ ਹਰੇਕ ਬੰਦੇ ਦੇ ਖਾਤੇ, ਜਿਹੜਾ ਉੱਥੇ $10 ਲੱਖ ਕੇ ਕਿੰਨਾ ਰੱਖਿਆ ਸੀ ਉਹਨਾਂ ਨੇ, ਉਦੋਂ ਘੱਟ ਪੇ ਕਰਦਾ ਸੀ ਟੈਕਸ, ਉਸ ਨੂੰ ਉਹਦੇ ਖਾਤੇ $1,200 ਹਰ ਮਹੀਨੇ ਭੇਜਣ ਲੱਗ ਗਏ। ਸਾਡੇ ਵਾਲਿਆਂ ਨੇ ਕੀ ਕਰਿਆ ਵੀ 20 ਲੱਖ ਕਰੋੜ ਰੁਪਏ ਦਾ ਕੀ ਕਰੇ, ਇਹ ਸਰਕਾਰ ਦੱਸ ਦੇਵੇ ਵੀ ਉਹ ਕਿੱਥੇ ਦਿੱਤਾ, ਕਿਹਨੂੰ ਦਿੱਤਾ। ਸੋ ਜੇ ਪ੍ਰਾਈਵੇਟ ਅਦਾਰੇ, ਹੁਣ ਅਗਲਾ ਗੱਲ ਕੀ ਹੋਈ, ਇੱਥੇ ਸਾਡੇ ਸਾਹਮਣੇ ਉਦਾਹਰਨ ਸੀ, ਪ੍ਰਾਈਵੇਟ ਅਦਾਰਿਆਂ ਦੇ ਵਿੱਚ ਹਰੇਕ ਅਦਾਰੇ ਨੂੰ ਘਾਟਾ ਪਿਆ, ਹਰੇਕ ਮੁਲਾਜ਼ਮ ਨੂੰ ਘਾਟਾ ਪਿਆ। ਬਹੁਤ ਸਾਰੇ ਮੁਲਾਜ਼ਮ ਹਟਾ ਦਿੱਤੇ ਗਏ। ਆ ਜਿਹੜੇ ਕੰਸਟਰਕਸ਼ਨ ਵਰਕਰ ਸੀ, ਕੰਸਟਰਕਸ਼ਨ ਤਾਂ ਹੋਈ ਨਹੀਂ, ਉਹ ਤਾਂ ਵਿਚਾਰੇ ਆਪਦੇ ਇੰਨੇ ਜਿਹੜੇ ਲੋਕ ਗਏ ਬਿਹਾਰ ਨੂੰ, ਯੂਪੀ ਨੂੰ ਤੁਰੇ, ਉਹ ਇਸੇ ਕਰਕੇ ਤੁਰੇ, ਇੱਥੇ ਕੰਮ ਬੰਦ ਹੋ ਗਿਆ। ਪੇਂਟਰਾਂ ਦਾ, ਕੰਸਟਰਕਸ਼ਨ ਵਰਕਰਾਂ ਦਾ, ਪਲੰਬਰਾਂ ਦਾ, ਇਲੈਕਟ੍ਰੀਸ਼ੀਅਨਾਂ ਦਾ, ਕਿਉਂਕਿ ਜਾਣ ਆਉਣ ਦਾ ਸਾਧਨ ਨਹੀਂ ਸੀ। ਜੇ ਕੋਈ ਆਉਂਦਾ ਸੀ, ਜੇ ਕੋਈ ਪੁਆਇੰਟ ਖਰਾਬ ਵੀ ਹੋ ਗਿਆ, ਕਹਿੰਦਾ ਯਾਰ ਇੱਦਾਂ ਹੀ ਸਾਰ ਲਓ, ਟੂਟੀ ਖਰਾਬ ਹੋ ਗਈ, ਕਹਿੰਦੇ ਚੱਲ ਕੋਈ ਨਹੀਂ ਦੂਜੀ ਤੋਂ ਪਾਣੀ ਲਈ ਦਿਓ। ਸੋ ਇਹ ਜਿਹੜੇ ਸੀਗੇ ਬਹੁਤ ਸਾਰੇ, ਕੰਸਟਰਕਸ਼ਨ ਦਾ ਕੰਮ ਬੰਦ ਹੋਇਆ ਪਿਆ ਸੀ, ਉਹਦੇ ਨਾਲ ਫਿਰ ਰੇਤਾ, ਬਜਰੀ, ਹੋਰ ਸੀਮੈਂਟ, ਦੁਕਾਨਾਂ, ਪੇਂਟ, ਉਹ ਸਾਰੇ ਉਹਨਾਂ ਦੀਆਂ ਫੈਕਟਰੀਆਂ ਗਾਹਾਂ, ਕਿਉਂਕਿ ਫੈਕਟਰੀ 'ਚੋਂ ਮਾਲ ਨਹੀਂ ਵਿਕਣਾ, ਜਦ ਥੱਲੇ ਵਿਕ ਨਹੀਂ ਰਿਹਾ ਤਾਂ ਮਾਲ ਤਿਆਰ ਕਾਹਦੇ ਵਾਸਤੇ ਕਰਨਾ। ਸੋ ਇਹਦੇ ਨਾਲ ਬਹੁਤ ਵੱਡੀ ਗਿਣਤੀ, ਕਰੋੜਾਂ 'ਚ ਵਰਕਰਾਂ ਦੀ ਇਫੈਕਟ ਹੋਈ। ਉਹਦੇ ਉੱਤੇ ਕੋਈ ਚਿੰਤਾ ਨਹੀਂ, ਉਹਨਾਂ ਨੂੰ ਕੋਈ ਪੈਸਾ ਨਹੀਂ। ਪਰ ਜਿਹੜਾ ਸਰਕਾਰੀ ਮੁਲਾਜ਼ਮ ਹੈ, ਉਹਦੇ 4 ਮਹਿਕਮਿਆਂ ਨੂੰ ਛੱਡ ਕੇ, ਇੱਕ ਪੁਲਿਸ ਵਾਲੇ, ਇੱਕ ਡਾਕਟਰ ਮੈਡੀਕਲ ਦੇ, ਇੱਕ ਕਹਿ ਲਓ ਪ੍ਰਸ਼ਾਸਨ ਦੇ, ਜਿੰਨੇ ਮਰਜ਼ੀ ਹੋ ਨੇ, ਉਹ ਤਿੰਨਾਂ ਨੇ, ਜਾਂ ਫਾਇਰ ਬ੍ਰਿਗੇਡ ਵਾਲੇ, ਪਾਣੀ ਵਾਲੇ, ਬਿਜਲੀ ਵਾਲੇ, ਇਹਨਾਂ ਨੂੰ ਕੰਮ ਕਰਨਾ ਪਿਆ। ਹੋਰ ਤਾਂ ਕਿਸੇ ਨੇ ਕੰਮ ਹੀ ਨਹੀਂ ਕਰਿਆ। ਰੇਲਾਂ ਬੰਦ ਨੇ, ਬੱਸਾਂ ਬੰਦ ਨੇ, ਸਕੂਲ ਬੰਦ ਨੇ, ਬਹੁਤਾ ਮੁਲਾਜ਼ਮ ਤਾਂ ਐਜੂਕੇਸ਼ਨ 'ਚ ਹੀ ਹੈ, ਉਹਨੂੰ ਤਾਂ ਘਰੇ ਬੈਠੇ ਪੂਰੀ ਤਨਖਾਹ ਮਿਲੀ ਹੈ, ਉਹਦੇ ਤੋਂ ਵਰਗੇ ਜਾਣ ਆਉਣ ਦਾ ਖਰਚਾ ਵੀ ਬਚ ਗਿਆ। ਜਿਹੜਾ ਉਹਦਾ ਜਾਣ ਆਉਣ ਦਾ ਖਰਚਾ ਬਚਿਆ, ਉਹ ਤਾਂ ਕੱਟ ਲੈਣਾ ਸੀ ਵੀ ਭਾਈ ਤੁਹਾਡੇ ਹੁਣ ਖਰਚੇ ਨਹੀਂ ਹੋ ਰਹੇ, ਪੈਸੇ ਕਮਾਉਣ ਦੇ ਵਾਸਤੇ ਉਹਨੇ ਪੈਸੇ ਤੁਹਾਤੋਂ ਅਸੀਂ ਕੱਟਾਂਗੇ, ਉਹ ਵੀ ਨਹੀਂ ਕੱਟੇ। ਫਿਰ ਤੁਸੀਂ ਕੀ ਕਰ ਰਹੇ ਹੋ?
ਦੂਜੇ ਪਾਸੇ ਦੀ ਰੋਜੀ ਜਮਾਂ ਹੀ ਖੋਲੀ। ਸੋ ਸਾਡੇ ਕੀ ਆ ਹੁਣ, ਜਿਹੜਾ ਤੁਸੀਂ ਕਿਹਾ ਚੌਕਾਂ ਤੇ, ਤੁਸੀਂ ਜਿਹੜੇ ਮਰਜ਼ੀ ਸ਼ਹਿਰ ਜਾ ਲਓ, ਚੌਕ ਦੇ ਉੱਤੇ ਬੰਦੇ ਖੜੇ ਹੁੰਦੇ ਨੇ, ਰੋਟੀ ਆਪਦੀ ਨਾਲ ਬੰਨ੍ਹ ਕੇ ਲੈ ਕੇ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ, ਉਡੀਕ ਰਹਿੰਦੇ ਨੇ। ਮੈਂ ਸੱਚੀ ਮੁੱਚੀ ਜਾ ਕੇ ਦੇਖਿਆ ਕਈ ਵਾਰੀ, ਜੇ ਤੁਸੀਂ ਜਾ ਕੇ ਉੱਥੇ ਸਾਈਕਲ ਖੜਾਓ, ਹੁਣ ਤਾਂ ਮੈਂ ਸਾਈਕਲ ਨਹੀਂ ਚਲਾਉਂਦਾ, ਟੈਂਪੂ 'ਚ ਉਤਰੋ, ਜੇ ਉਹਨਾਂ ਕੋਲ ਖੜ ਜਾਓ, ਉਹਨਾਂ ਨੂੰ ਲੱਗਦਾ ਵੀ ਇਹ ਬਾਬੂ ਨਾ ਕੁਛ ਲੈਣ ਆਇਆ ਸਾਨੂੰ। ਤੁਹਾਡੇ ਆਲੇ ਦੁਆਲੇ 10 ਬੰਦੇ ਇਕੱਠੇ ਹੋ ਜਾਂਦੇ ਨੇ, ਮੈਂ ਚੱਲਦਾ ਜੀ, ਮੈਂ ਚੱਲਦਾ ਜੀ। ਹਾਲਤ ਦੇਖੋ ਕਿੱਥੇ ਹੈ। ਇੱਕ ਬਾਬੂ ਜਿਹਨੂੰ ਸਰਕਾਰ ਚੋਂ ਇੰਨਾ ਪੈਸਾ ਮਿਲਦਾ ਹੈ, ਨੱਕੋਂ ਠੂਹੇ ਡੇਗਦਾ ਹੈ, ਉਹਦੇ ਆਲੇ ਦੁਆਲੇ 10 ਬੰਦੇ ਕਹਿੰਦੇ ਮੈਨੂੰ ਲੈ ਚੱਲ ਜੀ, ਮੈਨੂੰ ਲੈ ਚੱਲ। ਸੋ ਜਦ ਅਸੀਂ ਇਹ ਹਾਲਤ ਦੇਖਦੇ ਹਾਂ ਵੀ ਇੱਕ ਪਾਸੇ ਇਹ ਹਾਲਤ ਹੈ, ਉਹ ਕਈਆਂ ਨੂੰ ਜੋਬ ਮਿਲਦਾ ਹੀ ਨਹੀਂ ਸਾਰਾ ਦਿਨ, ਉਹ ਜਿਹੜੀ ਸੁੱਕੀ ਰੋਟੀ ਬੰਨ੍ਹ ਕੇ ਲੈ ਕੇ ਜਾਂਦੇ ਨੇ ਉਹੀ ਆਪਦੀ ਘਰੋਂ ਖਾ ਕੇ ਮੁੜ ਕੇ ਘਰੇ ਆ ਜਾਂਦੇ ਨੇ। ਘਰੇ ਆ ਕੇ ਜਵਾਬ ਦੇਣ ਜੋਗੇ ਨਹੀਂ ਹੁੰਦੇ ਵੀ ਕੀ ਕਰਿਆ ਅੱਜ, ਕਿਉਂਕਿ ਕੰਮ ਤਾਂ ਮਿਲਿਆ ਹੀ ਨਹੀਂ, ਜਵਾਕਾਂ ਨੂੰ ਰੋਟੀ ਨਹੀਂ। ਸੋ ਇਸ ਕਰਕੇ ਇਹ ਜਿਹੜੀ ਅਵਸਥਾ ਅਸੀਂ ਪੈਦਾ ਕਰਤੀ, ਔਰ ਪਿਛਲੇ 30 ਸਾਲਾਂ 'ਚ ਸਭ ਤੋਂ ਜ਼ਿਆਦਾ ਪੈਦਾ ਹੋਈ ਹੈ, ਕਿਉਂਕਿ ਅਸੀਂ ਪ੍ਰਾਈਵੇਟ ਵੱਲ ਨੂੰ ਜ਼ਿਆਦਾ ਵੱਧ ਗਏ। ਪਹਿਲਾਂ ਇੰਨੀ ਮਾੜੀ ਅਵਸਥਾ ਨਹੀਂ ਸੀ, ਕਿਸੇ ਨਾ ਕਿਸੇ ਤਰ੍ਹਾਂ ਰੋਟੀ ਮਿਲਦੀ ਸੀ, ਉਹ ਰੋਟੀ ਵੀ ਅਸੀਂ ਬੰਦ ਕਰਤੀ। ਆਹ ਹੁਣ ਪਿਛੇ 5-6 ਸਾਲਾਂ ਜਮਾਂ ਹੀ ਬੰਦ ਕਰਤੀ। ਫਿਰ ਅਸੀਂ ਇਹਨਾਂ ਸਰਕਾਰਾਂ ਨੂੰ ਕੀ ਸਮਝੀਏ, ਜਿਹੜਾ ਆਪਾਂ ਕਹਿੰਦੇ ਆ ਵੀ ਇਹ ਵੀ ਪ੍ਰਾਈਵੇਟ ਬੰਦੇ ਨੂੰ ਹੁਣ ਗਾਹਾਂ ਕਹਿੰਦੇ ਜੀ ਨਹੀਂ 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 ਅਸੀਂ ਨੌਕਰੀਆਂ ਦੇ ਰਹੇ ਹਾਂ। ਹੁਣ ਨੌਕਰੀਆਂ ਦਾ ਹਿਸਾਬ ਲਾ ਲਈਏ ਮਾੜਾ ਜਿਹਾ, ਫਿਰ ਤੁਹਾਡੇ ਸਵਾਲ ਦਾ ਜਵਾਬ ਦਿਓ। ਟੋਟਲ 98,97,000 ਬੰਦਾ ਜੀ, ਕਹਿ ਲਓ 99,000 ਲੱਖ। ਪੰਜਾਬ ਦੀ 2.25 ਲੱਖ ਦੀ ਆਬਾਦੀ, ਕਰੋੜ ਦੀ ਆਬਾਦੀ ਚੋਂ 99 ਲੱਖ ਬੰਦਾ ਇਹਨਾਂ ਨੇ ਮੰਨਿਆ ਵੀ ਇਹ ਕੰਮ ਕਰਦਾ ਹੈ। ਉਹਦੇ ਵਿੱਚੋਂ 86 ਲੱਖ ਮੰਨਿਆ ਵੀ ਇਹ ਪੂਰਾ ਕੰਮ ਕਰਦਾ ਹੈ। 12 ਲੱਖ ਵੀ ਇਹਨੂੰ ਅਰਧ ਕੰਮ ਮਿਲਿਆ ਹੋਇਆ 13 ਲੱਖ ਨੂੰ। ਸੋ 86 ਲੱਖ ਦੇ ਵਿੱਚੋਂ ਜਾਂ ਉਹ 99 ਲੱਖ ਦੇ ਵਿੱਚੋਂ ਤੁਹਾਨੂੰ ਪਤਾ ਵੀ ਸਰਕਾਰੀ ਮੁਲਾਜ਼ਮ ਕਿੰਨਾ ਹੈ? ਸਿਰਫ 3 ਲੱਖ, 3,13,000 ਸਨੇ ਕੱਚੇ ਪਾ ਕੇ, ਸਨੇ ਡੇਲੀ ਵੇਜ ਪਾ ਕੇ। ਸੋ ਜੇ ਤੁਹਾਡੇ ਕੋਲੇ ਜਿਹੜਾ ਸਰਕਾਰੀ ਢਾਂਚਾ ਹੈ, ਜੇ 98 ਲੱਖ ਬੰਦਾ ਕੰਮ ਕਰ ਰਿਹਾ, 99 ਲੱਖ, ਉਹਦੇ ਚੋਂ ਸਿਰਫ 4 ਲੱਖ ਨੂੰ ਤੁਸੀਂ ਸਾਰਾ ਬਜਟ ਦੇਈ ਜਾ ਰਹੇ ਹੋ, ਨਾ 3.25 ਲੱਖ ਨੂੰ, ਫਿਰ ਤਾਂ ਨਿਆਂ ਸੰਗਤ ਵੰਡ ਨਾ ਹੋਈ। ਕੰਮ ਤਾਂ ਉਹ ਵੀ ਕਰ ਰਿਹਾ। 17 ਲੱਖ ਵਰਕਰ ਹੈ ਜਿਹੜਾ ਛੋਟੀਆਂ ਫੈਕਟਰੀਆਂ 'ਚ ਕੰਮ ਕਰਦਾ ਤੇ ਲਘੂ ਉਦਯੋਗਾਂ 'ਚ ਕੰਮ ਕਰਦਾ। 3 ਲੱਖ ਵਰਕਰ ਹੈ ਜਿਹੜਾ ਗ੍ਰਾਮ ਉਦਯੋਗ 'ਚ ਕੰਮ ਕਰਦਾ, ਸਾਬਣ ਦਾ ਬਣਾਉਣਾ ਹੈ ਜੀ, ਤੇਲ ਦੀ ਕਹਾਣੀ, ਇੱਦਾਂ ਦੇ ਕੰਮ ਨੇ ਜਿਹੜੇ, ਸੂਤ ਕੱਤਣਾ। 3 ਲੱਖ ਉੱਥੇ ਕੰਮ ਕਰਦਾ। 5 ਲੱਖ ਬੰਦਾ ਦੁਕਾਨਾਂ 'ਤੇ ਕੰਮ ਕਰਦਾ। ਹੁੰਦੇ ਨੇ ਦੁਕਾਨਾਂ ਦੇ ਅਜੇ ਮੰਡੀਆਂ ਦੇ, ਮੈਂ ਪੱਲੇਦਾਰ ਨਹੀਂ ਗਿਣ ਰਿਹਾ, ਚੜਾਈ ਵਾਲੇ, ਭਰਾਈ ਵਾਲੇ, ਫਿਰ ਜਿਹੜੇ ਟੈਂਪੂ ਕਿੰਨੇ ਚੱਲਦੇ ਨੇ, ਟੈਂਪੂ ਆਪਦਾ ਚਲਾਉਂਦਾ ਬੰਦਾ, ਕਿੰਨੀਆਂ ਓਲਾ ਦੀਆਂ ਟੈਕਸੀਆਂ ਨੇ, ਕਿੰਨੀਆਂ ਬੰਦੀਆਂ ਆਪਦੀ ਚਲਾਉਂਦੇ ਨੇ, ਕਿੰਨੇ ਛੋਟੇ ਛੋਟੇ ਉਹ ਵਹੀਕਲ ਜੇ ਲੈ ਕੇ ਵੀ, ਜਿਵੇਂ ਲੁਧਿਆਣਾ ਸ਼ਹਿਰ ਹੈ, ਅੰਮ੍ਰਿਤਸਰ ਵੀ, ਆ ਜਾਓ ਬੈਠੋ ਜੀ, ਤੁਹਾਨੂੰ ਉੱਥੋਂ ਛੱਡਿਆ 10-10 ਰੁਪਏ 20-20 ਰੁਪਏ 'ਚ ਲੋਕਾਂ ਨੂੰ ਰੋਜ਼ ਟਰਾਂਸਪੋਰਟ ਕਰ ਰਹੇ ਨੇ। ਉਹਨਾਂ ਨੂੰ ਅਜੇ ਮੈਂ ਗਿਣ ਨਹੀਂ ਰਿਹਾ। ਸੋ 36 ਲੱਖ ਉਹਦੇ ਵਿੱਚੋਂ 35.5 ਲੱਖ ਜਿਹੜਾ ਉਹ ਖੇਤੀ 'ਚ ਹੈ। ਹੁਣ 35.5 ਲੱਖ ਨੂੰ ਆਹ ਜਿਹੜਾ 3.25 ਲੱਖ ਹੈ, ਉਹ ਤੋਂ ਚੌਥਾ ਹਿੱਸਾ ਵੀ ਪੈਸਾ ਨਹੀਂ ਮਿਲਦਾ। ਪੰਜਾਬ ਦੇ ਵਿੱਚ ਕਿਸਾਨ ਦੀ ਸਭ ਤੋਂ ਜ਼ਿਆਦਾ ਆਮਦਨ ਹੈ ਪੂਰੇ ਮੁਲਕ ਨਾਲੋਂ। ਸਾਲ ਦੀ ਆਮਦਨ ਪਤਾ ਕਿੰਨੀ ਹੈ? 18,000 ਰੁਪਇਆ। ਸਾਰੇ ਜੀਆਂ ਦੀ, ਸਾਰੇ ਜੀ ਲੱਗੇ ਹੋਏ ਨੇ, ਉਹਦੀ ਆਮਦਨ ਹੈ 18,000। ਇੱਕ ਜਿਹੜਾ ਪੀਐਨ ਵੀ ਲੱਗਦਾ ਸਰਕਾਰੀ ਦਫ਼ਤਰ 'ਚ, ਉਹਨੂੰ ਤਾਂ 30, 35, 40 ਹਜ਼ਾਰ ਤਨਖਾਹ ਦਾ ਲੈ ਰਹੇ ਨੇ। ਫਿਰ ਲੋਕ ਟੈਂਕੀਆਂ ਤੇ ਕਿਉਂ ਨਹੀਂ ਚੜਨਗੇ? ਫਿਰ ਲੋਕ ਇਹਨਾਂ ਦੇ ਗਲ ਕਿਉਂ ਨਹੀਂ ਪੈਣਗੇ? ਫਿਰ ਲੋਕ ਬਾਹਰ ਨੂੰ ਕਿਉਂ ਨਹੀਂ ਭੱਜਣਗੇ? ਫਿਰ ਗੁੰਡੇ ਬਦਮਾਸ਼ ਕਿਉਂ ਨਹੀਂ ਬਣਨਗੇ? ਜਿਹੜਾ ਕਿਸਾਨ ਉੱਥੇ ਬੈਠਾ ਉਹ ਕਰ ਰਿਹਾ। ਇਹਦੇ ਮਜ਼ਦੂਰ, ਖੇਤ ਮਜ਼ਦੂਰ ਨੂੰ ਜਿਹੜੀ ਦਿਹਾੜੀ ਹੈ, ਉਹ ਹੁਣ ਉਹਨੂੰ ਇੱਕ ਤਾਂ ਦਿਹਾੜੀ ਜਿਹੜੀ ਆ ਬੜੀ ਮੁਸ਼ਕਿਲ ਨਾਲ ਮਿਲਦੀ ਹੈ, ਜਿੰਨੀ ਕੁ ਮਿਲਦੀ ਆ ਉਹਦੇ 'ਚ ਗੁਜ਼ਾਰਾ। ਚਲੋ ਉਹਦੇ ਵਿੱਚ ਗਾਹਾਂ ਜਿਹੜਾ ਇੱਕ ਹੋਰ ਟੈਨਸ਼ਨ ਕ੍ਰੀਏਟ ਕਰੀ ਹੋਈ ਆ ਵੀ ਆਹ ਜੀ ਇਹਨੂੰ ਆਹ ਦੇਤਾ, ਉਹ ਦੇਤਾ, ਉਹਨੂੰ ਨਹੀਂ ਦੇਣਾ, ਫਲਾਣੇ ਨੂੰ ਨਹੀਂ ਦੇਣਾ। ਜਦ ਕਿ ਤੁਸੀਂ ਕੋਈ ਵੀ ਗਰੀਬ ਆ ਉਹਨੂੰ ਕਹੋ ਤੁਹਾਡੀ ਪੜ੍ਹਾਈ ਮੁਫਤ ਹੋਏਗੀ, ਜਿਹਨੇ ਸਰਕਾਰੀ ਸਕੂਲ 'ਚ ਪੜ੍ਹਨਾ ਉਹਦੀ ਮੁਫਤ ਹੋਏਗੀ, ਜਿਹਨੇ ਪ੍ਰਾਈਵੇਟ ਜਾਣਾ ਆਪਦਾ ਖਰਚਾ ਕਰੋ। ਹਾਲਾਂਕਿ ਰਾਈਟ ਟੂ ਐਜੂਕੇਸ਼ਨ ਐਕਟ 'ਚ ਵੀ ਇਹੀ ਲਿਖਿਆ ਹੋਇਆ। ਇਹ ਪ੍ਰਾਈਵੇਟਾਂ 'ਚ ਪੈਸੇ ਕਈ ਵਾਰ ਦੇ ਦਿੰਦੇ ਨੇ, ਸਰਕਾਰੀ ਵਾਲੇ ਨੂੰ ਜਮਾਂ ਹੀ ਨਹੀਂ ਕੁਛ ਦਿੰਦੇ। ਇੱਦਾਂ ਹੀ ਜਿਹੜੇ ਤੁਸੀਂ ਡਾਕਟਰੀ ਦੇ ਕੋਰਸ ਕਰਾਉਣ, ਜਿੰਨੇ ਵੀ ਕੋਰਸ ਕਰਾਉਣ, ਉਹ ਕਹੋ ਜਿਹਨੇ ਪ੍ਰਾਈਵੇਟ ਦਾਖਲਾ ਲੈਣਾ ਉਹ ਆਪਦੇ ਪੈਸੇ ਖਰਚੋ, ਜਿਹਨੇ ਸਰਕਾਰੀ 'ਚ ਲੈਣਾ ਉਹ ਆ ਜਾਓ, ਸਰਕਾਰੀ 'ਚ ਸਭ ਮਾਫ ਕਰ ਦਿਓ। ਉੱਥੇ ਜਿੰਨੇ ਸਰਕਾਰੀ 'ਚ ਖਰਚਾ ਕਰਦੇ ਉਹਨੇ ਉਹਨਾਂ ਨੂੰ ਦੇ ਦਿਓ ਵੀ ਤੁਸੀਂ ਲੈ ਲਓ ਪ੍ਰਾਈਵੇਟ 'ਚ, ਪਰ ਪੈਸੇ ਅਸੀਂ ਉਨੇ ਦੇਵਾਂਗੇ ਜਿੰਨੇ ਸਰਕਾਰੀ 'ਚ ਖਰਚਾ ਹੁੰਦਾ। ਅਸੀਂ ਨਹੀਂ ਤੁਹਾਨੂੰ ਰੋਕਦੇ ਉੱਥੇ ਪੜ੍ਹਨ ਤੋਂ। ਇਹ ਕੁਛ ਤਾਂ ਕਰਨਾ ਹੀ ਪਊਗਾ ਤੁਹਾਨੂੰ। ਨਿਆਂ ਸੰਗਤ ਵੰਡ ਪੈਸੇ ਦੀ, ਨਿਆਂ ਸੰਗਤ ਪੈਸਾ ਇਕੱਠਾ ਕਰਨਾ, ਨਿਆਂ ਸੰਗਤ ਇਨਸਾਫ ਦਾ ਰਾਜ ਦੇਣਾ, ਇਹ ਘੱਟੋ ਘੱਟ ਚੀਜ਼ਾਂ ਨੇ। ਇਹ ਨਹੀਂ ਦੇ ਰਹੇ। ਅਜੇ ਮੈਂ ਇਹ ਨਹੀਂ ਕਹਿ ਰਿਹਾ ਵੀ ਜਿਹੜਾ ਕਰੋੜਾਂ ਰੁਪਏ ਬਣਾਉਂਦਾ ਉਹਦੇ ਰੁਪਈਏ ਲਓ, ਜਿਹੜਾ NPA ਮਾਰ ਕੇ ਭੱਜ ਗਿਆ ਉਹਨੂੰ ਅੰਦਰ ਕਰੋ। ਅਜੇ ਮੈਂ ਇਹ ਨਹੀਂ ਕਹਿ ਰਿਹਾ। ਇਹ ਅਗਲਾ ਪਾਰਟ ਹੈ। ਅਗਲਾ ਪਾਰਟ ਮੈਂ ਇਹ ਕਹਿਣਾ
ਵੀ ਜੇ ਤੁਸੀਂ ਇੱਕ ਕਿਸਾਨ ਤੇ ਇੱਕ ਮਜ਼ਦੂਰ ਤੇ ਉਹ ਤੋਂ 50,000 ਦਾ, ਲੱਖ ਦਾ, 2 ਲੱਖ ਦਾ, 5 ਲੱਖ ਦਾ ਕਰਜ਼ਾ ਨਹੀਂ ਮੁੜਿਆ, ਉਹਦੇ ਉੱਤੇ ਮੁਕੱਦਮਾ ਕਰਕੇ ਉਹਦੀ ਜ਼ਮੀਨ, ਉਹਦਾ ਘਰ ਕੁਰਕ ਕਰ ਦਿਓ, ਉਹਦੀ ਬੇਇੱਜ਼ਤੀ ਕਰ ਦਿਓ, ਨੋਟਿਸ ਲਾ ਕੇ, ਡੋਂਡੀ ਪਟਾ ਕੇ ਬੇਇੱਜ਼ਤੀ ਕਰ ਦਿਓ, ਤਾਂ ਫਿਰ ਜਿਹੜੇ ਮਾਲੀ ਹੋਰੀ ਇੰਨਾ ਮਾਰ ਕੇ ਭੱਜ ਗਏ, ਉਹਨਾਂ ਦਾ ਕੀ ਕਰ ਰਹੇ ਹੋ? ਅੰਬਾਨੀਆਂ ਅਡਾਨੀਆਂ ਨੇ ਸਾਰਾ ਪੈਸਾ ਸਰਕਾਰ ਤੋਂ ਲੈ ਕੇ ਐਡੀ ਐਡੀ ਅੰਪਾਇਰ ਖੜੀ ਕਰੀ ਹੈ। ਆ ਪਿੱਛੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਉਹ ਕਹਿੰਦਾ ਜੀ ਇਹ ਸਕੂਟਰ ਤੇ ਜਾਂਦਾ ਹੁੰਦਾ ਸੀ ਅਡਾਨੀ 1988 ਚ। 32 ਸਾਲਾਂ ਦੇ ਵਿੱਚ ਐਡੀ ਵੱਡੀ ਅੰਪਾਇਰ ਕਿਵੇਂ ਖੜੀ ਹੋਈ ਹੈ? ਬੈਂਕਾਂ ਨਾਲ ਮਿਲ ਮਿਲਾ ਕੇ ਕਰਜ਼ੇ ਲੈ ਲਓ, ਫਿਰ ਫੇਲ ਕਰ ਦਿਓ, ਫਿਰ ਦਿਵਾਲਾ ਕੱਢ ਦਿਓ। ਮੈਂ ਕਿਉਂਕਿ ਉਹੋ ਜਿਹੇ ਪਰਿਵਾਰਾਂ ਨੂੰ ਬਿਲੋਂਗ ਕਰਦਾ, ਸਾਨੂੰ ਪਤਾ ਲੱਗਦਾ ਸੀ, ਅਸੀਂ ਭਾਵੇਂ ਆਪ ਨਾ ਕਰੀਏ, ਵੀ ਫਲਾਣੇ ਨੇ ਤਾਂ ਜੀ ਪੈਸੇ ਲੈ ਕੇ ਮੁੜ ਕੇ ਦਿਵਾਲਾ ਕੱਢਦਾ, ਵੀ ਮੇਰਾ ਤਾਂ ਦਿਨ ਨੂੰ ਦੀਵਾ ਜਗਾ ਦਿੰਦੇ। ਕਹਿੰਦੇ ਵੀ ਜਿਹੜੀ ਦੁਕਾਨ ਤੇ ਦਿਨ ਨੂੰ ਦੀਵਾ ਜਗਦਾ, ਇਹਦਾ ਮਤਲਬ ਕਹਿੰਦਾ ਮੇਰੇ ਕੋਲ ਕੁਝ ਨਹੀਂ ਲੈਣ ਦੇਣ ਨੂੰ, ਇਹ ਦਿਵਾਲਾ ਹੋ ਗਿਆ। ਉਹਨੂੰ ਦਿਵਾਲਾ ਇਸੇ ਕਰਕੇ ਕਹਿੰਦੇ ਨੇ, ਦਿਨ ਨੂੰ ਦੀਵਾ ਬੁਝਾ ਦਿੰਦੇ। ਇਹਨੂੰ ਕਹਿੰਦੇ ਜੀ ਉਹ ਹੋ ਗਿਆ ਇਨਸੋਲਵੈਂਟ ਹੋ ਗਿਆ, ਅੰਗਰੇਜ਼ੀ ਵਾਲੇ ਕਹਿੰਦੇ ਨੇ, ਅਸੀਂ ਉਹਨੂੰ ਦਿਵਾਲਾ ਕਹਿੰਦੇ ਸੀ। ਵੀ ਅਗਲੀ ਗੱਲ, ਸਮਾਜ 'ਚ ਦਿਵਾਲਾ ਕੱਢਣ ਵਾਲੇ ਦਾ ਕੀ ਜਗ੍ਹਾ ਸੀ? ਆਮ ਤੌਰ ਤੇ ਲਾਲੇ ਦੁਕਾਨਾਂ ਕਰਦੇ ਸੀ, ਬਾਣੀਆਂ ਕਮਿਊਨਿਟੀ ਜ਼ਿਆਦਾ ਸੀ। ਬਾਣੀਆਂ ਕਮਿਊਨਿਟੀ ਜਿਹਨੇ ਦਿਵਾਲਾ ਕੱਢਿਆ ਹੋਵੇ, ਉਹ ਜਿੱਦਾਂ ਮਰਜ਼ੀ ਮੁੜ ਕੇ ਅਮੀਰ ਹੋ ਗਿਆ ਹੋਵੇ, ਉਹਦੇ ਘਰੇ ਆਪਦੀ ਕੁੜੀ ਮੁੰਡਾ ਨਹੀਂ ਵਿਆਹੁੰਦੇ ਸੀ। ਵੀ ਇਹਦਾ ਕੀ, ਇਹ ਤਾਂ ਦੀਵਾਲੀ ਹੈ ਜੀ, ਇਹਨੇ ਤਾਂ ਦਿਵਾਲਾ ਕੱਢਤਾ ਸੀ। ਮਤਲਬ ਦਿਵਾਲਾ ਕੱਢਣ ਵਾਲੀ ਇੱਜ਼ਤ ਨਹੀਂ ਸੀ ਸਮਾਜ 'ਚ, ਰਿਸ਼ਵਤ ਲੈਣ ਵਾਲੀ ਦੀ ਇੱਜ਼ਤ ਨਹੀਂ ਸੀ ਸਮਾਜ 'ਚ। ਮੈਂ ਉਹ ਸਮਾਜ ਦੇਖਿਆ, ਉਹ ਕਹਿੰਦੇ ਇਹਦਾ ਕੀ ਹੈ ਜੀ, ਇਹ ਤਾਂ ਚੋਰੀ ਕਰਦਾ, ਇਹ ਤਾਂ ਪੈਸੇ ਰਿਸ਼ਵਤ ਲੈ ਕੇ ਇਹਨੇ ਕਰਿਆ। ਇਹੋ ਜਿਹੇ ਤਾਂ 100 ਫਿਰਦੇ ਨੇ। ਯਾਨੀ ਕਿ ਉਦੋਂ ਰਿਸ਼ਵਤ ਲੈਣ ਵਾਲਿਆਂ ਦੀ, ਲੋਕਾਂ ਦਾ ਕੰਮ ਨਾ ਕਰਨ ਵਾਲਿਆਂ ਦੀ, ਗੁੰਡਾਗਰਦੀ ਕਰਨ ਵਾਲਿਆਂ ਦੀ, ਦਿਵਾਲੇ ਕੱਢਣ ਵਾਲਿਆਂ ਦੀ, ਪੈਸੇ ਲੈ ਕੇ ਮੁੱਕਰਨ ਵਾਲਿਆਂ ਦੀ ਕੋਈ ਇੱਜ਼ਤ ਨਹੀਂ ਸੀ ਸਮਾਜ 'ਚ। ਮੁੱਕਰਨ ਵਾਲੇ ਹੈਗੇ ਸੀ, ਕਿਉਂਕਿ ਉਹਨਾਂ ਦੀ ਇੱਜ਼ਤ ਨਹੀਂ ਸੀ। ਅੱਜ ਇੱਜ਼ਤ ਹੀ ਉਹਨਾਂ ਦੀ ਹੈ, ਅੱਜ ਦੂਜਿਆਂ ਦੀ ਤਾਂ ਇੱਜ਼ਤ ਹੈ ਹੀ ਨਹੀਂ। ਸੋ ਇਸ ਕਰਕੇ ਤਾਂ ਇਹ ਹੋ ਰਿਹਾ। ਹਾਂਜੀ ਜੀ, ਮੇਰਾ ਆਖਰੀ ਸਵਾਲ ਹੈ। ਮਸਲਾ ਗੰਭੀਰ ਇਸ ਕਰਕੇ ਚਰਚਾ ਜਿਹੜੀ ਹੈ ਉਹ ਸੁਭਾਵਕ ਹੈ ਕਿ ਲੰਮੀ ਜਾਂਦੀ ਆ। ਡਾਕਟਰ ਸਾਹਿਬ, ਇਹਦੇ ਵਿੱਚ ਇਸ ਸਵਾਲ ਦੇ ਵਿੱਚ ਕਾਫੀ ਕੁਝ ਲੁਕਿਆ ਕਿ ਜਦੋਂ ਸਰਕਾਰਾਂ ਆਪਣੇ ਫਰਜ਼ ਨਹੀਂ ਨਿਭਾਉਂਦੀਆਂ, ਸਰਕਾਰਾਂ ਦੀ ਜ਼ਿੰਮੇਵਾਰੀ, ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਚਾਰਟਰਡ ਪਲੇਨ ਦੀ ਉਡਾਰੀ ਭਰੀ, ਤਾਂ ਉਹਨੂੰ ਲੈ ਕੇ ਸਵਾਲ ਫਿਰ ਵਿਰੋਧੀ ਜਦੋਂ ਇਹਨਾਂ ਨੂੰ ਕਰਦੇ ਨੇ, ਤਾਂ ਇਹ ਵਿਰੋਧੀਆਂ ਤੇ ਕਰਦੇ ਨੇ ਕਿ ਤੁਹਾਡੇ ਟਾਈਮ ਦੇ ਵਿੱਚ ਤੁਸੀਂ ਵੀ ਜਹਾਜ਼ਾਂ ਦੇ ਹੂਟੇ ਲੈ ਲਏ, ਤੁਸੀਂ ਵੀ ਕਰੋੜਾਂ ਰੁਪਇਆ ਉੱਥੇ ਲਗਾ ਦਿੱਤਾ। ਸਵਾਲ ਇਹ ਵੀ ਉੱਠਦੇ ਨੇ ਕਿ ਸਰਕਾਰਾਂ ਆਪਣੀ ਆਮਦਨ, ਮਤਲਬ ਕਿ ਮੰਤਰੀਆਂ ਦੀਆਂ, ਵਿਧਾਇਕਾਂ ਦੀਆਂ, ਇਹਨਾਂ ਦੇ ਨਜ਼ਦੀਕੀਆਂ ਦੀਆਂ, ਕਿਸੇ ਨੂੰ ਚੇਅਰਮੈਨੀਆਂ ਦੇ ਦਿੱਤੀਆਂ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ, ਉਹਨਾਂ ਦੇ ਆਪਣੇ ਖਰਚੇ, ਈਵਨ ਤੱਕ ਕਿ ਉਹਨਾਂ ਦਾ ਇਨਕਮ ਟੈਕਸ ਵੀ ਸਰਕਾਰ ਦੇ ਖਾਤੇ ਵਿੱਚੋਂ ਹੀ ਭਰਿਆ ਜਾਂਦਾ। ਮਤਲਬ ਇਹ ਕਿੱਥੋਂ ਤੱਕ ਜਾਇਜ਼ ਹੈ? ਜਦੋਂ ਅਸੀਂ ਆਮ ਬੰਦੇ ਦੀ, ਸਰਕਾਰੀ ਮੁਲਾਜ਼ਮ ਦੀ ਵੀ ਗੱਲ ਕਰ ਲਈ, ਤਾਂ ਇਹਨਾਂ ਦੀ ਵੀ ਗੱਲ ਕਰਨੀ ਲਾਜ਼ਮੀ ਹੈ। ਜਵਾਬਦੇਹ ਤਾਂ ਇਹ ਨਹੀਂ, ਇਹਨਾਂ ਨੂੰ ਅਸੀਂ ਆਪਣੇ ਨੁਮਾਇੰਦੇ ਬਣਾ ਕੇ ਅੱਗੇ ਭੇਜਦੇ ਆ, ਤੁਸੀਂ ਸਾਡੀ ਨੁਮਾਇੰਦਗੀ ਕਰੋ। ਤੇ ਜੇ ਇਹੀ ਜੇ ਚੋਰ ਮੋਰੀਆਂ ਦੀ ਗੱਲ, ਮੈਂ ਤਾਂ ਕਹਾਂਗਾ ਕਿ ਡਾਕੇ ਨੇ ਸਿੱਧੇ ਤੌਰ ਦੇ ਉੱਤੇ ਖਜ਼ਾਨੇ ਦੇ ਉੱਤੇ। ਦੇਖੋ, ਇਹਨਾਂ ਦਾ ਉਹ ਹਾਲ ਹੈ, ਅੰਨਾ ਵੰਡੇ ਸੀਰ ਨਹੀਂ ਮਿਰਕੜ ਆਪਣਿਆਂ ਨੂੰ ਦੇ। ਪਹਿਲੀ ਗੱਲ ਇਹ ਹੈ, ਇਹਨਾਂ ਨੂੰ ਨਾ ਕੋਈ ਪੈਨਸ਼ਨ ਮਿਲਣੀ ਚਾਹੀਦੀ ਹੈ, ਜਿੰਨਾ ਚਿਰ ਕੋਈ ਬਹੁਤਾ ਹੀ ਗਰੀਬ ਨਹੀਂ ਵੀ ਰੋਟੀ ਨਹੀਂ ਚੱਲਦੀ ਉਹਦੀ ਐਮਐਲਏ ਰਿਹਾ। ਨਾ ਇਹਨਾਂ ਨੂੰ ਕੋਈ ਤਨਖਾਹ ਮਿਲਣੀਆਂ ਚਾਹੀਦੀਆਂ, ਸੇਵਾ ਦਾ ਕੰਮ ਹੈ, ਕੋਈ ਮਤਲਬ ਨਹੀਂ ਤਨਖਾਹ ਦਾ। ਇਹ ਤਾਂ ਆਪਦਾ ਕੰਮ ਕਰਦੇ ਰਹਿੰਦੇ ਨੇ। ਜਿਹੜੇ ਬੜੇ ਬੜੇ ਇਮਾਨਦਾਰ ਬੰਦੇ ਨੇ, ਉਹ ਵੀ ਆਪਦਾ ਕੰਮ ਕਰਦੇ ਰਹੇ ਨੇ। ਸਾਰਾ ਆਮਦਨ ਉਹਨਾਂ ਕੋਲ ਹੈਗੀ ਹੈ, ਉਹ ਆ ਕੇ ਚੁਣ ਕੇ ਆਏ ਨੇ, ਕਿਉਂ ਤਨਖਾਹਾਂ ਲੈਣ? ਇਹ ਗਲਤ ਹੈ। ਦੂਜੀ ਗੱਲ, ਹਵਾਈ ਜਹਾਜ਼ਾਂ ਜਾਣਾ, ਹੋਰ ਪਹਿਲਾਂ ਇਹਦਾ ਜਿਹੜਾ ਪ੍ਰਤਾਪ ਸਿੰਘ ਕਰੋ ਦਾ ਕਤਲ ਹੋਇਆ ਸੀ, ਉਹ ਬੱਸ ਉਸ ਜਾ ਰਿਹਾ ਸੀ ਕਾਰ 'ਚ, ਅੰਬੈਸਡਰ ਕਾਰ ਸੀਗੀ, ਉਹ ਉੱਥੇ ਕਰਨਾਲ ਦੇ ਲਾਗੇ ਉਹਦੇ 'ਤੇ ਕਰਕੇ ਉਹਨੂੰ ਕਤਲ ਕਰ ਦਿੱਤਾ ਗਿਆ। ਸੋ ਕਾਰਾਂ 'ਚ ਹੀ ਜਾਂਦੇ ਸੀ ਪਹਿਲਾਂ, ਹਵਾਈ ਜਹਾਜ਼ਾਂ 'ਚ ਨਹੀਂ ਜਾਂਦੇ ਸੀ। ਹਵਾਈ ਜਹਾਜ਼ਾਂ ਜਾਣ ਦਾ ਮੇਰੇ ਖਿਆਲ ਹੈ ਜਦ ਬਾਦਲ ਸਾਹਿਬ ਆਏ ਨੇ ਉਦੋਂ ਤੋਂ ਰਿਵਾਜ ਪਿਆ ਹੈ, 98-99 ਤੋਂ। ਫਿਰ ਸਰਕਾਰੀ ਜਹਾਜ਼ ਖਰੀਦੇ। ਸੋ ਸਰਕਾਰੀ ਜਹਾਜ਼ ਖਰੀਦੇ, ਮੇਨੋ ਮੇਨੀ ਜੋ ਮਰਜ਼ੀ ਹੋਈ ਜਾਣ। ਜਿਹੜਾ ਹੁਣ ਕਿਹਾ ਜਾਣਾ ਹੈ ਵੀ ਇਹ ਜੀ ਪ੍ਰਾਈਵੇਟ ਜੈਟ ਕਰਕੇ, ਇਹ ਲੋਕਾਂ ਦਾ ਧਿਆਨ ਦੂਜੇ ਪਾਸੇ ਡਾਇਵਰਟ ਕਰਨ ਦਾ ਗੱਲ ਹੈ। ਇਹ ਨਹੀਂ ਹੋਣਾ ਚਾਹੀਦਾ, ਇਹ ਗੱਲ ਮੈਂ ਹੱਕ 'ਚ ਹਾਂ। ਇਹਨਾਂ ਨੂੰ ਪੈਨਸ਼ਨਾਂ ਨਹੀਂ ਮਿਲਣੀਆਂ ਚਾਹੀਦੀਆਂ, ਇਹ ਮੈਂ ਇਹਨਾਂ ਨੂੰ ਬੰਦ ਕਰਨੀਆਂ ਚਾਹੀਦੀਆਂ ਨੇ ਪੈਨਸ਼ਨਾਂ ਵੀ। ਇਨਕਮ ਟੈਕਸ ਦਾ ਦੇਣ ਦਾ ਮਤਲਬ ਵੀ ਕੋਈ ਨਹੀਂ। ਪਰ ਇਹ ਗੱਲ ਜਿਹੜੀ ਹੈ ਜਹਾਜ਼ 'ਚ ਜਾਣ ਵਾਲੀ, ਇਹ ਜਾਣਬੁੱਝ ਕੇ ਚੱਕੀ ਜਾਂਦੀ ਹੈ ਤਾਂ ਕਿ ਮੁੱਦਿਆਂ ਤੇ ਗੱਲ ਨਾ ਜਾਵੇ। ਕਿੰਨਾ ਪੈਸਾ ਖਰਚ ਹੋਇਆ ਉਹ ਜਹਾਜ਼ ਦਾ? ਮੁੱਦਿਆਂ ਤੇ ਗੱਲ ਰੋਕਣ ਦੀ ਗੱਲ ਹੈ। ਮੈਂ ਪੇਪਰ ਲੀਕ ਬੰਦ ਕਰਨਾ ਚਾਹੁੰਦਾ ਸੀ, ਜਾਂਦਾ ਤਾਂ ਮੈਂ ਵੀ ਗੱਡੀ 'ਚ ਸੀ, ਕਿਉਂਕਿ ਮੈਨੂੰ ਪਤਾ ਮੈਂ ਐਮਰਜੈਂਸੀ 'ਚ ਉੱਥੇ ਜਾਣਾ, ਮੈਂ 10 ਜਗ੍ਹਾ 'ਤੇ ਜਾਣਾ। ਮੈਂ ਪਤਾ ਨਹੀਂ ਲੱਗਣ ਦੇਣਾ ਵੀ ਪੇਪਰ ਕਿੱਥੋਂ ਮੈਂ ਬਣਵਾਇਆ। ਤਾਂ ਮੈਂ ਆਪਣੇ ਡਰਾਈਵਰ ਨੂੰ ਇੱਕ ਜਗ੍ਹਾ 'ਤੇ ਛੱਡੂੰਗਾ, ਉੱਥੋਂ ਮੈਂ ਪੈਦਲ ਜਾਊਂ ਕਿਤੇ ਜਾ ਕੇ, ਉੱਥੋਂ ਮੈਂ ਕੋਈ ਆਟੋ ਫੜ ਲੂੰ, ਉਹ ਮੈਨੂੰ ਜਾਣਦਾ ਹੀ ਨਹੀਂ ਵੀ ਇਹ ਆਟੋ ਦੇ ਵਿੱਚ 10 ਰੁਪਏ ਦੇ ਕੇ ਸਵਾਰੀ ਜਾਂ 5 ਰੁਪਏ ਦੇ ਕੇ ਬਹਿ ਜਾਊਂਗਾ, ਵੀ ਇਹ ਕਿੱਥੇ ਉਤਰੂਗਾ। ਇਹਦੇ ਵਿੱਚ ਮੈਂ ਪੇਪਰ ਲੀਕ ਰੋਕਣ ਵਾਸਤੇ ਮੈਨੂੰ ਇਹ ਸਾਰਾ ਕੁਝ ਕਰਨਾ ਪਊ। ਸੋ ਮੈਂ ਤੁਹਾਨੂੰ ਦੱਸਦਾ, ਮੈਂ ਆਖਿਆ ਵੀ ਜਗ੍ਹਾ ਨਹੀਂ ਭਰਨੀ। ਮੈਂ ਆਪਦੇ ਕੰਟਰੋਲ ਆਫ ਐਗਜ਼ਾਮੀਨੇਸ਼ਨ ਨੂੰ ਜਿਹੜੇ ਪੇਪਰ ਮਾਰਕ ਕਰਾਉਣ ਜਾਂਦੇ ਸੀ, ਵੀ ਇਹ ਜਗ੍ਹਾ ਨਹੀਂ ਭਰਨੀ ਤੁਸੀਂ ਆਪਦੀ ਲੌਗ ਬੁੱਕ 'ਚ, ਕਿਉਂਕਿ ਜਗ੍ਹਾ ਦੇਖ ਕੇ ਤਾਂ ਅਗਲੇ ਉਹਦੇ ਪਿੱਛੇ ਚਲੇ ਜਾਣਗੇ, ਉੱਥੇ ਜਾ ਕੇ ਨੰਬਰ ਲਵਾ ਲੈਣਗੇ।
ਕਿਲੋਮੀਟਰ ਭਰਨੇ ਨੇ ਵੀ ਇੰਨੇ ਚੱਲੇ। ਸੋ ਕੁਝ ਗੱਲਾਂ ਐਸੀਆਂ ਹੁੰਦੀਆਂ ਨਾ, ਸਾਡੇ ਜਿਹੜੇ ਪੇਪਰ ਲੀਕ ਦੇ ਨਾਲ ਦੀ ਸਪੋਰਟ ਕਰਦੇ ਸੀ, ਉਹਨਾਂ ਨੇ ਸਾਨੂੰ ਬੋਰਡ ਆਫ ਮੈਨੇਜਮੈਂਟ 'ਚ ਸਵਾਲ ਕਰੇ, ਫਾਈਨੈਂਸ ਕਮੇਟੀ 'ਚ ਸਵਾਲ ਕਰੇ, ਇਹ ਤਾਂ ਜੀ ਠੱਗੀ ਹੋ ਜੂ, ਇਹ ਤਾਂ ਫਲਾਣਾ ਹੋ ਜੂ। ਅਸੀਂ ਕਦੀ ਕਦੀ ਗੱਲ ਦਾ ਜਵਾਬ ਦਿੱਤਾ ਵੀ ਆਹ ਹੈ, ਐਂ ਹੋਊਗਾ, ਤਾਂ ਜਾ ਕੇ ਚੁੱਪ ਕਰੇ। ਸੋ ਬਹੁਤ ਸਾਰੀਆਂ ਗੱਲਾਂ ਕਾਨੂੰਨੀ ਕੁੰਤਰਬਾਜ਼ੀਆਂ ਸਿਰਫ ਇਸ ਕਰਕੇ ਪਈਆਂ। ਮੈਂ ਕਹਿੰਦਾ ਕਾਨੂੰਨ ਕਾਹਦੇ ਵਾਸਤੇ ਬਣਿਆ? ਕਾਨੂੰਨ ਬਣਿਆ ਕਿ ਲੋਕਾਂ ਨੂੰ ਇਨਸਾਫ ਮਿਲੇ। ਕਾਨੂੰਨ ਕੁੰਤਰਬਾਜ਼ੀਆਂ ਵਾਸਤੇ ਨਹੀਂ ਕੱਢਦਾ, ਕੁੰਤਰਬਾਜ਼ੀ ਅਸੀਂ ਇਨਸਾਫ ਦੇਣ ਵਾਸਤੇ ਕੱਢਦੇ ਹਾਂ। ਜੇ ਉਹੀ ਕੁੰਤਰਬਾਜ਼ੀ ਬੇਇਨਸਾਫੀ ਵਾਸਤੇ ਕੱਢੀ ਜਾਵੇ, ਜਿਹੜਾ ਮਾਲੀਆ ਪੈਸੇ ਮਾਰ ਕੇ ਭੱਜ ਗਿਆ ਉਹਨੂੰ ਬਚਾਉਣ ਵਾਸਤੇ ਕੱਢੀ ਜਾਵੇ, ਜਿਹੜੇ ਵੱਡੇ ਸਮਗਲਰ ਨੂੰ ਬਚਾਉਣ ਵਾਸਤੇ ਕੱਢੀ ਜਾਵੇ, ਫਿਰ ਇਹ ਕੁੰਤਰਬਾਜ਼ੀ ਹੈ। ਲੋਕਾਂ ਦੀ ਸੇਵਾ ਵਾਸਤੇ ਹੈ ਕਾਨੂੰਨ। ਜੇ ਕਾਨੂੰਨ ਗਲਤ ਹੈ ਉਹਨੂੰ ਬਦਲੋ। ਕੋਈ ਗੱਲ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਜੀ ਭਾਈ ਕਾਨੂੰਨ ਨੂੰ ਠੀਕ ਕਰ ਲਓ। ਜੇ ਲੋਕਾਂ ਦਾ ਉਹ ਕੰਮ ਹੀ ਭੱਟ ਸੋਣਾ ਜਿਹੜਾ ਕੰਨਾਂ ਨੂੰ ਖਾਵੇ, ਜਿਹੜਾ ਕਾਨੂੰਨ ਲੋਕਾਂ ਦਾ ਕੰਮ ਹੀ ਨਹੀਂ ਕਰਦਾ, ਉਹ ਕਾਨੂੰਨ ਕਾਹਦੇ ਵਾਸਤੇ ਰੱਖਣਾ? ਕਿਉਂ ਰੱਖਣਾ ਉਹ ਕਾਨੂੰਨ? ਕੀ ਲੋੜ ਆ ਉਸ ਦੀ? ਸੋ ਇਸ ਕਰਕੇ ਅੱਜ ਕੀ ਹੈ, ਕਿਉਂਕਿ ਇਹਨਾਂ ਨੇ ਆਪੇ ਪੈਰੀ ਪਾਣਾ, ਆਪੇ ਬੁੱਢ ਸਾਗਣ ਹੋ, ਇਹ ਆਪਣੀ ਹਿੱਸੇਦਾਰੀ ਵੰਡਣਾ ਚਾਹੁੰਦੇ ਨੇ। ਅੱਜ ਜਿੰਨੇ ਬੋਲ ਰਹੇ ਨੇ, ਜਿਹੜਾ ਬੰਦਾ ਅੱਜ ਕਹਿੰਦਾ ਵੀ ਪਾਕਿਸਤਾਨ ਨੇ ਪੰਜਾਬ ਨੇ ਬਹੁਤ ਦਸੌਂਟਾ ਝੱਲਿਆ, ਪਰ ਤੁਸੀਂ ਦੇਖਿਓ ਆ ਚੋਣਾਂ ਦੇ ਵਿੱਚ, ਜੇ ਪਾਕਿਸਤਾਨ ਦਾ ਮੁੱਦਾ ਟੇਢੇ ਤਰੀਕੇ ਨਾਲ, ਸਿੱਧੇ ਤਰੀਕੇ ਨਾਲ ਡਰੋਨ ਭਜਵਾ ਕੇ ਏਜੰਸੀਆਂ ਰਾਹੀਂ ਜੇ ਇੱਥੇ ਨਾ ਉਠਾਇਆ ਗਿਆ ਤਾਂ ਮੈਨੂੰ ਕਹਿ ਦਿਓ, ਇਹ ਉਠਾਇਆ ਜਾਏਗਾ। ਕਿਉਂਕਿ ਇੰਟਰਸਟ ਇਹ ਹੈ ਕਿ ਜਿਹੜੇ ਮੁੱਦਿਆਂ ਦੀ ਸਿਆਸਤ ਵੱਲ ਨੂੰ ਵਧਣ ਲੱਗ ਗਏ, ਇਹ ਤਾਂ ਕੰਮ ਖਰਾਬ ਹੋ ਜੂ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ, ਬੜੀ ਛੋਟੀ। ਇਹ ਸੇਮ ਦੇ ਨਾਲੇ ਹੁੰਦੇ, ਉਹਨਾਂ 'ਚ ਇੱਕ ਵਾਰੀ ਸਾਡੇ ਪਿੰਡ ਕਿਹਾ ਵੀ ਇਹ ਗਾਰਾ ਕੱਢ ਕੇ ਆਉਣਾ। ਵੀਡੀਓ ਨੇ ਸਾਰੇ ਪਿੰਡਾਂ ਨੂੰ ਕਹਤਾ ਆਪਦੇ ਆਪਦੇ ਏਰੀਏ ਦਾ ਕੱਢੋ। ਮੈਂ ਗਿਆ ਹੋਇਆ ਸੀ, ਮੈਂ ਡਾਕਟਰ ਲੱਗਿਆ ਹੋਇਆ ਸੀ, ਮੈਂ ਪਿੰਡ ਗਿਆ ਹੋਇਆ ਸੀ, ਮੈਂ ਜਾਊਂਗਾ ਘਰੇ। ਮੈਂ ਕਿਹਾ, ਉਹ ਕਹਿੰਦੇ ਵੀ ਤੈਨੂੰ, ਮੈਂ ਕਿਹਾ ਨਹੀਂ ਮੈਂ ਤਾਂ ਜਾਊਂਗਾ। ਮੈਂ ਗਿਆ, ਮੈਂ ਤਾਂ ਹੁਣ ਗਾਰਾ ਕੱਢਣ ਲੱਗ ਗਿਆ। ਜਿਹੜੇ ਮੇਰੇ ਦੋਸਤ ਮਿੱਤਰ ਜਾਣਦੇ ਸੀ, ਮੇਰੀ ਬੜੀ ਇੱਜ਼ਤ ਕਰਦੇ, ਡਾਕਟਰ ਸਾਹਿਬ ਕੀ ਕਰੀ ਜਾਂਦੇ ਹੋ, ਸਾਨੂੰ ਵੀ ਓਨਾ ਹੀ ਕੱਢਣਾ ਪਊਗਾ। ਤੁਸੀਂ ਸਮਝੋ ਵੀ ਤੁਸੀਂ ਜਦ ਕੋਈ ਇਹ ਮੁੱਦਿਆਂ ਦੀ ਰਾਜਨੀਤੀ ਕਰਨਗੇ, ਉਹਦਾ ਵਿਰੋਧ ਕਰਨਗੇ, ਚੰਗੇ ਬੰਦਿਆਂ ਦਾ ਵੀ ਵਿਰੋਧ ਕਰਨਗੇ, ਜਿਨ੍ਹਾਂ ਦੇ ਜਿਹੜੇ ਦੋਸਤ ਮਿੱਤਰ ਨੇ ਉਹ ਵੀ ਵਿਰੋਧ ਕਰਨਗੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਮੁੱਦਿਆਂ ਦੀ ਰਾਜਨੀਤੀ ਹੋ ਜੂ ਫਿਰ। ਸੋ ਅਸੀਂ ਜਿਹੜੇ ਇਕੱਠੇ ਹੋਏ ਆ, ਜਿਹੜਾ ਅਸੀਂ ਆਪਣਾ ਚੰਗਾਪਨ ਦਿਖਾਉਣੇ ਆ, ਜਿਹੜੀ ਅਸੀਂ ਆਪਦੀ ਵਿਦਵਤਾ ਦਿਖਾਉਣੇ ਆ, ਉਹ ਦਿਖਾਉਣੇ ਇਹ ਆ ਵੀ ਮੇਰਾ ਤਾਂ ਪੇਟ ਭਰੀ ਜਾਓ। ਉਹ ਦੂਜੇ ਬਸ ਹੋਣਾ ਚਾਹੀਦਾ, ਬੜੀ ਜ਼ਰੂਰੀ ਹੈ, ਬੜੇ ਗਰੀਬ ਨੇ, ਬੜੀ ਲੁੱਟ ਹੋ ਰਹੀ ਹੈ। ਮੈਂ ਇਹ ਤਾਂ ਕਹਿ ਦਿੰਦਾ ਵੀ ਆਹ ਸਮਗਲਿੰਗ ਕਰਕੇ ਲੁੱਟ ਕਰ ਰਿਹਾ, ਕਹਿਣਾ ਚਾਹੀਦਾ। ਪਰ ਮੈਂ ਐਂ ਕਿਉਂ ਨਹੀਂ ਕਹਿੰਦਾ ਵੀ ਜਿੱਦਾਂ ਮੈਂ ਯੂਨੀਵਰਸਿਟੀ 'ਚ ਜਾ ਕੇ ਪ੍ਰੋਫੈਸਰ ਲੱਗ ਗਿਆ ਤੇ ਮੈਂ ਪੜ੍ਹਾਉਂਦਾ ਹੀ ਨਹੀਂ, 2.5 ਲੱਖ ਰੁਪਇਆ ਜੇਬ 'ਚ ਪਾ ਕੇ ਜਾਂਦਾ, ਇਹ ਲੁੱਟ ਨਹੀਂ ਆ। ਜੇ ਮੈਂ ਹਸਪਤਾਲ 'ਚ ਡਾਕਟਰ ਲੱਗਿਆ, ਜਾਂ ਤਾਂ ਮੈਂ ਜਾਂਦਾ ਹੀ ਨਹੀਂ ਉੱਥੇ, ਜੇ ਜਾਂਦਾ ਤਾਂ ਮੈਂ ਮਰੀਜ਼ਾਂ ਨੂੰ ਦੇਖਦਾ ਨਹੀਂ। ਇਹ ਲੁੱਟ ਨਹੀਂ ਹੈ, ਇਹ ਮੁਫਤ ਦੀ ਤਨਖਾਹ ਨਹੀਂ ਹੈ, ਇਹ ਹੇਰਾਫੇਰੀ ਨਹੀਂ ਹੈ, ਇਹ ਠੱਗੀ ਨਹੀਂ ਹੈ, ਇਹ ਰਿਸ਼ਵਤ ਨਹੀਂ ਹੈ। ਸੋ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਤਾਂ ਚੰਗਾ ਕਹਿੰਦੇ। ਜੇ ਗਧੀ ਮਾਰੀ ਸਾਡੇ ਆਨੰਦ ਘੋਪ, ਤਾਂ ਗਧੀ ਮਾਰੀ ਨਹੀਂ। ਆਪਦਾ ਬੱਚਾ ਹਰੇਕ ਨੂੰ ਹੀ ਚੰਗਾ ਲੱਗਦਾ, ਹਰੇਕ ਨੂੰ ਹੀ ਲੱਗਦਾ ਵੀ ਇਹ ਤਾਂ ਬੜਾ ਸਕਾਲਰ ਹੈ, ਇਹ ਤਾਂ ਬੜਾ ਸੋਹਣਾ ਹੈ, ਇਹ ਤਾਂ ਬੜਾ ਸਿਆਣਾ ਹੈ। ਹਰੇਕ ਨੂੰ ਆਪਦਾ ਕੱਟਾ 5 ਕਲਿਆਣਾ ਲੱਗਦਾ, ਪਰ ਜ਼ਰੂਰੀ ਨਹੀਂ ਵੀ ਉਹ 5 ਕਲਿਆਣਾ ਹੋਵੇ। ਸਾਡੇ ਸਮੱਸਿਆ ਕੀ ਹੋ ਗਈ, ਸਾਡੀ ਪਰਖ 'ਚ ਫਰਕ ਪੈ ਗਿਆ। ਅਸੀਂ ਪਰਖ ਕਰਨ ਵੇਲੇ ਅਸੀਂ ਉਹ ਅਲਗੂ ਚੌਧਰੀ ਤੇ ਜੁਮਨ ਸਿੱਖ ਦੀ ਕਹਾਣੀ ਭੁੱਲ ਗਏ ਕਿ ਜਦ ਅਸੀਂ ਪੰਚਾਇਤ ਦੇ ਉੱਤੇ ਬਹਿਨੇ ਆ, ਉਦੋਂ ਇਨਸਾਫ ਕਰਨਾ ਹੁੰਦਾ ਹੈ, ਉਦੋਂ ਭ੍ਰਾਂਤੀਆਂ ਨਹੀਂ ਕੋਲ ਰੱਖਣੀਆਂ ਹੁੰਦੀਆਂ। ਅੱਜ ਸਾਡੇ ਦੁਖਾਂ ਤੇ ਹੋ ਗਿਆ। ਸਾਡਾ ਵਿਦਵਾਨ ਚਾਣਕੀਆ ਵੀ ਸੀ। ਚਾਣਕੀਆ ਨੂੰ ਕਿਸੇ ਨੇ ਕਿਹਾ ਵੀ ਤੂੰ ਤਾਂ ਇੰਨਾ ਤਿੱਖਾ ਰਾਜਾ ਬਣ ਜਾ। ਕਹਿੰਦਾ ਨਹੀਂ, ਰਾਜਾ ਉਹਨਾਂ ਨਹੀਂ ਬਣਨਾ, ਮੈਂ ਤਾਂ ਕਹਿੰਦਾ ਬ੍ਰਾਹਮਣ ਆ, ਮੈਂ ਤਾਂ ਕੁਟੀਆ 'ਚ ਰਹਿਣ ਵਾਲਾ ਬੰਦਾ। ਜਿਹੜੇ ਵਿਦਵਾਨ ਨੇ ਉਹੀ ਤਿਆਗ ਨਹੀਂ ਕਰ ਰਹੇ, ਉਹੀ ਚਾਹੁੰਦੇ ਨੇ। ਮੈਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ, ਹੋਰਾਂ ਨੂੰ, ਮੈਨੂੰ ਪਤਾ ਵੀ ਮੇਰਾ ਵਿਰੋਧ ਕਰਨਗੇ ਵੀ ਜੀ ਸਾਨੂੰ IAS ਅਫਸਰਾਂ ਦੇ ਬਰਾਬਰ ਸਹੂਲਤ ਦਿਓ। ਉਹਨਾਂ ਨੇ ਕਦੇ ਪੁੱਛਿਆ ਵੀ IAS ਅਫਸਰ ਨੂੰ, ਚਾਹੇ SDM ਹੈ, ਪੁਲਿਸ ਵਾਲੇ ਨੂੰ, DSP ਹੈ, ਉਹਨੂੰ ਕਿੰਨੇ ਵਾਰੀ ਦਿਨ ਨੂੰ ਰਾਤ ਨੂੰ ਘੁੰਮਣਾ ਪੈਂਦਾ ਜਾ ਕੇ, ਕਿੰਨੇ ਘੰਟੇ ਕੰਮ ਕਰਦੇ ਨੇ ਉਹ। ਕੰਮ ਉਹਨਾਂ ਨਾਲ ਨਹੀਂ ਕਰਨਾ, ਕੰਮ ਕਰਨਾ ਆਪਦਾ 2 ਘੰਟੇ, ਉਹ ਵੀ ਪਤਾ ਨਹੀਂ ਕਰਨਾ, ਫਿਕਸ ਡਿਊਟੀ ਹੈ। ਸਹੂਲਤਾਂ ਉਹ ਚਾਹੀਦੀਆਂ ਨੇ, ਤਨਖਾਹ ਉਦੋਂ ਵੱਧ ਚਾਹੀਦੀਆਂ ਨੇ। ਲੈ ਲਓ ਤਨਖਾਹ, ਤੁਸੀਂ ਵਿਦਵਾਨ ਹੋ, ਵੱਧ ਤਨਖਾਹ ਲੈ ਲਓ, ਕੰਮ ਤਾਂ ਵਿਦਵਤਾ ਦਾ ਕਰ ਦਿਓ। ਕੋਈ ਦੱਸੇ ਕਿਹੜੀ ਯੂਨੀਵਰਸਿਟੀ ਨੇ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਕੋਈ ਕੰਕਰੀਟ ਖੋਜ ਕਰਕੇ ਸੁਝਾਅ ਦਿੱਤਾ ਹੋਵੇ ਵੀ ਆਹ ਕਰ ਦਿਓ, ਇਹਦੇ ਨਾਲ ਹੱਲ ਹੋਊਗਾ? ਦੱਸ ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਨੇ, ਐਗਰੀਕਲਚਰ ਯੂਨੀਵਰਸਿਟੀ ਹੈ, ਮੈਡੀਕਲ ਯੂਨੀਵਰਸਿਟੀ ਹੈ, ਆਯੁਰਵੇਦ ਯੂਨੀਵਰਸਿਟੀ ਹੈ, ਟੈਕਨੀਕਲ ਯੂਨੀਵਰਸਿਟੀ ਹੈ, ਤੇ ਦੂਜੀਆਂ ਆਹ ਰਾਜ ਯੂਨੀਵਰਸਿਟੀ ਹੈ, ਸਪੋਰਟਸ ਦੀ ਹੁਣ ਤਾਂ ਬਣ ਗਈ ਹੈ ਜੀ, ਵੈਟਰਨਰੀ ਯੂਨੀਵਰਸਿਟੀ ਹੈ, 2 ਬਣ ਗਈਆਂ। ਉਹ ਦੱਸ ਦੇਣ, ਬਾਕੀ ਯੂਨੀਵਰਸਿਟੀਆਂ ਨੇ ਜਨਰਲ, ਉਹ ਦੱਸ ਦੇਣ ਕਿ ਜੀ ਅਸੀਂ ਆਹ ਹੱਲ ਕਰਿਆ, ਇਹਦੇ ਨਾਲ ਪੰਜਾਬ ਦਾ ਭਲਾ ਹੋ ਜੂ। ਯੂਨੀਵਰਸਿਟੀਆਂ ਇਸੇ ਵਾਸਤੇ ਨੇ ਨਾ ਵੀ ਲੋਕਾਂ ਨੂੰ ਪੜ੍ਹ ਕੇ ਰੁਜ਼ਗਾਰ ਮਿਲੇ, ਲੋਕ ਸਿਆਣੇ ਬਣ ਜਾਣ, ਤੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਵਾਸਤੇ ਖੋਜ ਹੋਵੇ।
ਉਹ ਦੱਸ ਦੇਣ ਵੀ ਆਹ ਅਸੀਂ ਇਤਿਹਾਸ 'ਚ ਖੋਜ ਕਰੀ ਹੈ। ਜਿਹੜੀਆਂ ਸਿੱਖ ਯੂਨੀਵਰਸਿਟੀਆਂ ਉਹ ਦੱਸ ਦੇਣ ਅਸੀਂ ਸਿੱਖ ਇਤਿਹਾਸ 'ਚ ਆਹ ਖੋਜ ਕਰੀ ਹੈ। ਜਿਹੜੇ ਪੰਜਾਬੀ ਦੀ ਦਮ ਭਰਦੇ ਉਹ ਦੱਸ ਦੇਣ ਵੀ ਪੰਜਾਬੀ 'ਚ ਆਹ ਖੋਜ ਕਰੀ ਹੈ। ਆ ਪੰਜਾਬੀ ਦਾ ਸਾਰਾ ਗ੍ਰਾਮਰ ਗਲਤ ਹੈ, PhD ਕਰਿਆ ਹੋਇਆ ਨੇ ਲਿਖਿਆ ਹੋਇਆ ਜਿਹੜਾ ਸਕੂਲਾਂ 'ਚ ਲੱਗਿਆ। ਇਹ ਇਤਿਹਾਸ ਦੀ ਕਿਤਾਬ ਪਿੱਛੇ ਸਿਰਸਾ ਜੀ ਆਏ ਸੀ ਬਲਦੇਵ ਸਿੰਘ ਸਰ, ਉਹ ਮੈਂ ਗਿਆ ਸੀ, ਫਿਰ ਉਹਨਾਂ ਨੇ ਡੇਟ ਹੋ ਗਈ ਉਹਨਾਂ ਦੀ ਮੀਟਿੰਗ, ਮੈਂ ਆ ਗਿਆ। ਮੈਂ ਕਿਹਾ ਯਾਰ ਤੁਸੀਂ ਤਾਂ ਮੈਨੂੰ 12 ਵਜੇ ਕਿਹਾ ਸੀ ਤੇ ਉਹ 1 ਤਾਂ ਹੁਣੀ ਵੱਜ ਗਿਆ, ਮੈਂ ਤਾਂ ਚੱਲਿਆ, ਮੇਰੀ ਵਾਈਫ ਬਿਮਾਰ ਸੀ, ਮੈਂ ਨਹੀਂ ਇੰਨਾ ਖੜ ਸਕਦਾ ਇੱਦਾਂ, ਜਦ ਤੁਸੀਂ ਅਜੇ ਮੀਟਿੰਗ ਹੀ ਨਹੀਂ ਸ਼ੁਰੂ ਕਰਨੀ ਔਰ ਆਈ ਨਹੀਂ ਸੀ ਕੋਈ ਅਜੇ। ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਤੁਸੀਂ ਇਤਿਹਾਸ ਵੀ ਗਲਤ ਪੜ੍ਹਾਉਣਾ ਹੈ, ਤੁਸੀਂ ਸਕੂਲ ਵਿੱਚ ਕਹਿੰਦੇ ਬੋਰਡ ਦੀਆਂ ਕਿਤਾਬਾਂ, ਜਿਹੜੀਆਂ ਬੋਰਡ ਦੀਆਂ ਕਿਤਾਬਾਂ ਨੇ ਇਹ ਤਾਂ ਵਿਦਵਾਨਾਂ ਦਾ ਕੰਮ ਹੈ ਨਾ, ਇਹ ਤਾਂ ਕਿਸੇ ਸਿਆਸਤਦਾਨ ਦਾ ਕੰਮ ਨਹੀਂ ਨਾ। ਉਹ ਕਿਤਾਬਾਂ ਕਿਉਂ ਨਹੀਂ ਠੀਕ? ਉਹਦੇ ਕਿਹਨੇ ਨਜ਼ਰ ਮਾਰੀ ਹੈ? ਜੇ ਪੇ ਗਲਤ ਫਿਕਸ ਹੁੰਦੀ ਹੈ, ਇਹ ਤਾਂ ਕੋਈ ਪੋਲੀਟੀਸ਼ੀਅਨ ਨਹੀਂ ਨਾ ਕਰਦਾ। ਜਿਹੜੀ ਕਹਿ ਤੀ ਉਹਨਾਂ ਨੇ, ਪੋਲੀਟੀਸ਼ੀਅਨ ਨੇ ਕਹਤਾ ਵੀ ਇੰਨੀ ਦੇ ਦਿਓ, ਪਰ ਉਹ ਫਿਕਸ ਕਰੀ ਜਿਹੜੀ ਇਹਨੂੰ ਸੱਚੀ ਮੁੱਚੀ ਐਂ ਪੈਸੇ ਮਿਲਣਗੇ, ਉਹ ਤਾਂ ਪੜ੍ਹੇ ਲਿਖਿਆ ਨੇ ਕਰੇ ਨਾ, ਉਹ ਤਾਂ ਮਹਾਰਾ ਨੇ ਕਰੇ ਨਾ, ਵਿੱਤ ਦੇ ਮਹਾਰਾ ਨੇ। ਉਹਨਾਂ ਨੇ ਕਿਵੇਂ 200 ਕਰੋੜ ਦਾ ਚੂਨਾ ਲਾਤਾ ਪਿੱਛੇ ਗਲਤ ਤਨਖਾਹਾਂ ਫਿਕਸ ਕਰਕੇ? ਉਹਨਾਂ ਨੇ ਕਿਵੇਂ ਇਹ ਲਾਤਾ ਵੀ ਨਾਲੇ ਇਹਨੂੰ ਪੈਨਸ਼ਨ ਮਿਲੇਗੀ? ਇਹ ਕਦੇ MLA 'ਚ ਨਹੀਂ ਹੈ, ਮੈਡੀਕਲ ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਐਸੇ ਲੱਗੇ ਨੇ ਜਿੱਥੇ ਨਾਲੇ ਪੈਨਸ਼ਨ ਮਿਲਦੀ ਹੈ ਨਾਲੇ ਤਨਖਾਹ ਮਿਲਦੀ ਹੈ। ਜਿਹੜੇ ਵੱਡੇ ਵਿਦਵਾਨ ਵੀ ਨੇ ਆਪਦੇ ਆਪ ਨੂੰ ਕਹਿੰਦੇ ਨੇ ਮੈਂ ਸਮਾਜ ਦਾ ਵਿਦਵਾਨ ਆ, ਲੈਂਦੇ ਨੇ ਨਾਲੇ ਤਨਖਾਹ ਨਾਲੇ ਪੈਨਸ਼ਨ। ਇੱਕ ਪਾਸੇ ਨੌਕਰੀ ਛੱਡ ਕੇ ਦੂਜੇ ਪਾਸੇ ਆ ਕੇ ਉਧਰੋਂ ਪੈਨਸ਼ਨ ਲੈ ਲਈ, ਇੱਧਰੋਂ ਤਨਖਾਹ ਲੈ ਲਈ। ਜਦ ਕਿ ਨਿਯਮ ਇਹ ਕਹਿੰਦਾ ਹੈ ਕਿ ਤੁਸੀਂ ਜੇ ਦੁਬਾਰਾ ਪਹਿਲੀ ਗੱਲ ਲਾਉਣਾ ਨਹੀਂ, ਜੇ ਕਿਸੇ ਮਜਬੂਰੀ 'ਚ ਲਾਉਣਾ ਪੈ ਗਿਆ ਤਾਂ ਉਹਦੀ ਪੈਨਸ਼ਨ ਕੱਟ ਕੇ ਤਨਖਾਹ ਦੇਣੀ ਹੈ। ਇਹ ਕੋਈ ਦੱਸੇ ਜੇ ਮੈਡੀਕਲ ਕਾਲਜਾਂ ਦੇ ਵਿੱਚ ਫਿਰ ਲਿਖਤਾ ਵੀ ਦੇਣੀ ਨਹੀਂ, ਫਿਰ ਇਦੋਂ ਅੱਗੇ ਹੈ। ਮੈਂ ਤਾਂ ਕਹਿਣਾ ਕਿਵੇਂ ਹੇਰਾਫੇਰੀ ਹੋ ਰਹੀ ਹੈ, ਕਿਉਂਕਿ ਉੱਤੇ ਬਾਬੂ ਵੀ ਤਾਂ ਤਨਖਾਹ ਹੀ ਲੈਂਦੇ ਨੇ ਨਾ। ਆ ਬਾਬੂਆਂ ਨੇ ਸਾਰਾ ਦੱਸਿਆ, ਉਹਦੇ 'ਚ ਲਿਖਿਆ ਹੈ ਵੀ ਜਿਹੜੀ ਪੋਸਟ ਤੇ ਕਿਸੇ ਨੂੰ ਲਾਇਆ ਜਾਵੇ, ਮੰਨ ਲਓ ਤੁਸੀਂ ਇਸ ਚੈਨਲ ਦੇ ਇੰਚਾਰਜ ਹੋ, ਠੀਕ ਹੈ, ਤੁਸੀਂ ਇੱਕ ਬੰਦੇ ਨੂੰ ਚੀਫ ਮੈਨੇਜਰ ਲਾ ਲਿਆ, ਉਹ ਰਿਟਾਇਰ ਹੋ ਗਿਆ, ਉਦੋਂ ਬਾਅਦ ਉਹ ਕਹਿੰਦਾ ਜੀ ਮੈਨੂੰ ਤੁਸੀਂ ਐਂਕਰ ਹੀ ਲਾ ਲਓ। ਫਿਰ ਉਹਨੂੰ ਤਨਖਾਹ ਤੁਸੀਂ ਜਿੰਨੀ ਐਂਕਰ ਦੀ ਵੱਧ ਤੋਂ ਵੱਧ ਤਨਖਾਹ ਉਦੋਂ ਵੱਧ ਨਹੀਂ ਦੇਣੀ, ਰੂਲ 'ਚ ਲਿਖਿਆ। ਇਹ ਨਹੀਂ ਕਿ ਜਿਹੜੀ ਪਹਿਲਾਂ ਉਹ ਮੈਨੇਜਰ ਲੈਂਦਾ ਸੀ ਉਨੀ ਜ਼ਰੂਰ ਮਿਲੇਗੀ, ਇਹਨਾਂ ਨੇ ਉਹ ਦੇਣੀ ਸ਼ੁਰੂ ਕਰਤੀ। ਜੇ ਉਹ ਕਿਤਾਬ ਪਈ ਹੈ ਸਾਹਮਣੇ ਇੱਥੋਂ ਦਿਖਦੀ ਹੈ ਹਰੇ ਜਿਹੇ ਰੰਗ ਦੀ, ਉਹਦੇ ਵਿੱਚ ਲਿਖਿਆ ਹੈ ਕਿ ਜਿਹੜੀ ਪੋਸਟ ਤੇ ਤੁਸੀਂ ਦੁਬਾਰਾ ਲਾਉਣੇ ਹੋ ਉਸ ਪੋਸਟ ਦੀ ਜਿਹੜੀ ਵੱਧ ਤੋਂ ਵੱਧ ਤਨਖਾਹ ਹੈ, ਉਦੋਂ ਵੱਧ ਤਨਖਾਹ ਨਹੀਂ ਦਿੱਤੀ ਜਾ ਸਕਦੀ। ਇਹ ਉਦੋਂ ਵੱਧ ਦੇ ਰਹੇ ਨੇ। ਜਿਹੜਾ ਬੰਦਾ ਡਾਇਰੈਕਟਰ ਲੱਗਿਆ ਸੀ ਉਹਨੂੰ ਸਹਾਇਕ ਪ੍ਰੋਫੈਸਰ ਲਾ ਕੇ ਤਨਖਾਹ ਦੇਈ ਜਾ ਰਹੇ ਨੇ। ਡਾਇਰੈਕਟਰ ਦੀ ਤਨਖਾਹ ਸਹਾਇਕ ਪ੍ਰੋਫੈਸਰ ਲਾ ਕੇ, ਜਿਹਦੀ ਲੋੜ ਵੀ ਨਹੀਂ ਉੱਤੇ, ਨਾ ਪੜ੍ਹਾਉਣ ਵਾਸਤੇ ਲੋੜ ਹੈ ਤੇ ਨਾ ਮੈਡੀਕਲ ਕਾਉਂਸਲ ਦੇ ਮੁਤਾਬਕ ਲੋੜ ਹੈ। ਫਿਰ ਤੁਸੀਂ ਕੀ ਕਹੋਗੇ, ਕਿੱਥੇ ਜਾਓਗੇ? ਸੋ ਸਾਨੂੰ ਇਹ ਦੇਖਣਾ ਪਏਗਾ, ਕਿਉਂਕਿ ਜਿਹੜਾ ਅੱਜ ਬੋਲਦਾ ਕਿਸੇ ਦੇ ਹੱਕ 'ਚ, ਮੈਨੂੰ ਆ ਲੱਗਦਾ ਵੀ ਉਹ ਅੰਦਰੋਂ ਬਹੁਤੇ ਵਾਰੀ ਉਸ ਤਰੀਕੇ ਨਾਲ ਜਾਂ ਸੋਚਦਾ ਨਹੀਂ, ਜਾਂ ਉਹਨੂੰ ਐਂ ਲੱਗਦਾ ਵੀ ਇਹ ਤਾਂ ਚਟਕਾ ਕਾਹਨੂੰ ਕਹਿਣੀ ਹੈ। ਇੱਕ ਕਿਸਾਨੀ ਅੰਦੋਲਨ ਨੇ, ਉਹ 'ਚ 100 ਨੁਕਸ ਹੋ ਸਕਦੇ ਨੇ। ਕਿਸਾਨੀ ਅੰਦੋਲਨ ਨੇ ਬਾਬਰ ਕੇ ਗੱਲਾਂ ਕਹੀਆਂ ਨੇ, ਕਿਸਾਨੀ ਅੰਦੋਲਨ ਨੇ ਆਪਦੇ ਨੁਕਸ ਵੀ ਮੰਨੇ ਨੇ, ਉਹਨਾਂ ਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ, ਚਰਚਾ ਵੀ ਕਰੀ ਹੈ। ਇੱਕੋ ਗੱਲ ਹੈ, ਅਜੇ ਕਿਸਾਨੀ ਅੰਦੋਲਨ ਇਹ ਨਹੀਂ ਕਹਿ ਰਿਹਾ, ਉਹ ਕਹਿੰਦਾ ਨਹੀਂ ਮੁਲਾਜ਼ਮ ਵੀ ਬੜੇ ਸ਼ਰੀਫ ਨੇ, ਉਹਨਾਂ ਨੂੰ ਪਤਾ ਨਹੀਂ ਵੀ ਮੁਲਾਜ਼ਮਾਂ ਦਾ ਕੰਮ ਨਹੀਂ ਕਰ ਰਹੇ ਲੋਕਾਂ ਦਾ। ਜੇ ਮੁਲਾਜ਼ਮ ਕੰਮ ਨਹੀਂ ਕਰ ਰਹੇ ਤਾਂ ਕੋਈ ਜ਼ਿੰਮੇਵਾਰ, ਹਾਂ ਇਹ ਜ਼ਰੂਰ ਮੈਂ ਕਹਿਣ ਨੂੰ ਤਿਆਰ ਹਾਂ, ਮੈਂ ਪ੍ਰਸ਼ਾਸਨਿਕ ਅਧਿਕਾਰੀ ਰਿਹਾ, ਉੱਚੇ ਅਹੁਦਿਆਂ ਤੇ ਰਿਹਾ, ਵੀ ਜੇ ਉਤਰਾ ਚਾਹੇ ਕਿ ਕੰਮ ਹੋਊਗਾ ਰੋਕ ਨਹੀਂ ਸਕਦੇ, ਫਿਰ ਥੱਲੇ ਰੁਕਦਾ ਨਹੀਂ। ਮੈਂ ਯੂਨੀਵਰਸਿਟੀ 'ਚ ਪੇਪਰ ਲੀਕ ਬੰਦ ਕਰਿਆ, ਮੈਂ ਜਿਹੜੇ ਵੀ ਹਸਪਤਾਲ 'ਚ ਗਿਆ ਉੱਥੇ ਕੰਮ ਕਰਕੇ ਦਿਖਾਇਆ, ਜਿੱਥੇ ਮੈਂ ਸਲਾਹਕਾਰ ਸੀ ਭਾਰਤ ਸਰਕਾਰ ਦਾ ਨੈਸ਼ਨਲ ਲਿਟਰੇਸੀ ਮਿਸ਼ਨ 'ਚ, ਉੱਥੇ ਦਿਖਾਇਆ ਵੀ ਕਿੰਨੇ ਘੱਟ ਪੈਸੇ ਨਾਲ ਕਿੰਨਾ ਕੰਮ ਹੋ ਸਕਦਾ। ਮੈਂ ਇੱਥੇ ਡਾਇਰੈਕਟਰ ਸੀ, ਐਗਜ਼ੈਕਟਿਵ ਡਾਇਰੈਕਟਰ, ਉਹਦੇ 'ਚ ਸਰਵੇ, ਕੈਂਸਰ ਦਾ ਸਰਵੇ ਸੀ ਘਰ ਦਾ, 55 ਪੈਸੇ ਪਰ ਹੈਡ 'ਚ ਕਰਿਆ, ਜਿਹਦੇ 40 ਪੈਸੇ ਦਾ ਤਾਂ ਇੱਕ ਫੋਲਡਰ ਜਾ ਰਿਹਾ ਸੀ ਘਰਾਂ 'ਚ ਲੋਕਾਂ ਦੇ। ਹੁਣ ਹੋਣਾ ਕੀ ਹੈ, ਇੱਕ ਲਾਸਟ ਗੱਲ ਕਹਿ ਕੇ ਖਤਮ ਕਰੂੰ, ਹੁੰਦਾ ਕਿਵੇਂ ਹੈ, ਉਹ ਜਿਹੜਾ ਛਪਾਉਣਾ ਸੀ ਨਾ, ਉਹਦੇ ਟੈਂਡਰ ਕਾਲ ਕਰ ਲਏ, ਆ ਗਏ ਕਿ ਸਾਰੇ ਉਹੀ ਤਰੀਕਾ ਜਿਹੜਾ ਹੁੰਦਾ ਸਰਕਾਰ ਦਾ। ਮੈਂ ਉਹ ਕਮੇਟੀ ਦਾ ਚੇਅਰਮੈਨ ਸੀ। ਮੈਂ ਕਿਹਾ ਗੱਲ ਸੁਣੋ ਮਿੱਤਰੋ, ਤੁਸੀਂ ਸੋਚੋਗੇ ਵੀ ਇਹ 56 ਲੱਖ ਹੈਂਡਆਊਟ ਜਾਂ ਛਪਣਾ ਹੈ, ਇਹ ਕਿਹੜਾ ਕਿਸੇ ਨੇ ਗਿਣਨਾ ਹੈ? 50-50 ਦੀਆਂ ਗੁੱਥੀਆਂ ਆਪਾਂ ਭਾਵੇਂ 45 ਪਾ ਦਿਓ, ਗੁੱਥੀਆਂ ਹੀ ਘੱਟ ਭੇਜ ਦਿਓ। ਮੈਂ ਕਿਹਾ ਮੈਨੂੰ ਪਤਾ ਮੈਂ ਬਾਣੀਆ ਪੁੱਤਾਂ, ਮੈਨੂੰ ਪਤਾ ਵੀ ਜੋਖ ਕੇ ਆਉਂਦਾ ਕਾਗਜ਼, ਮੈਂ ਕੰਡੀ ਤੇ ਲਾ ਦੇਣਾ ਤੁਹਾਡਾ ਟਰੱਕ, ਔਰ ਜਿੰਨਾ ਘੱਟ ਹੋਇਆ ਉਦੋਂ ਦੁੱਗਣੇ ਪੈਸੇ ਕੱਟ ਦੇਣੇ ਨੇ, ਭੁਲੇਖਾ ਨਾ ਰੱਖਿਓ। ਹਾਂ ਇਹ ਤੁਹਾਨੂੰ ਗਰੰਟੀ ਵੀ ਤੁਹਾਡੇ ਤੋਂ ਚਾਹ ਨਹੀਂ ਪੀਵਾਂਗਾ, ਤੁਹਾਨੂੰ ਚਾਹ ਪਿਲਾਵਾਂਗਾ, ਇਹ ਤੁਹਾਨੂੰ ਗਰੰਟੀ ਵੀ ਜਿੱਦੇ ਤੁਹਾਡਾ ਮਾਲ ਅਪਰੂਵ ਹੋ ਗਿਆ ਤੁਹਾਨੂੰ ਪੈਸੇ ਮਿਲਣਗੇ। ਮਜਾਲਾ ਸਾਡਾ ਬਾਬੂ, ਸਾਡਾ ਅਕਾਊਂਟਸ ਵਾਲਾ, ਸਾਡਾ ਡਿਪਟੀ ਕੰਟਰੋਲਰ ਇਹ ਕਹਿੰਦੇ ਹਾਂ ਜੀ ਅੱਜ ਤਾਂ ਨਹੀਂ ਜੀ ਹੋ ਸਕਦਾ, ਨੋ, ਉਸੇ ਦਿਨ ਪੈਸੇ ਮਿਲਣਗੇ। ਪਰ ਜੇ ਹੇਰਾ ਫੇਰੀ ਕਰੀ, ਜੇ ਮਾਲ ਮਾੜਾ ਦਿੱਤਾ, ਜੇ ਕਾਗਜ਼ ਅਸੀਂ 60 ਗ੍ਰਾਮ ਦਾ ਕਿਹਾ ਤੁਸੀਂ 58 ਗ੍ਰਾਮ ਦਾ ਲਾਤਾ, ਤੇ ਫਿਰ ਭੁਲੇਖਾ ਨਾ ਰੱਖਿਓ, ਦੁੱਗਣੇ ਕੱਟੂ। ਅਗਲੇ ਨੂੰ ਵੀ ਸਮਝ ਆ ਗਈ ਇਹ ਤਾਂ ਹੀ ਹੋਊਗਾ। ਨਹੀਂ 55 ਪੈਸੇ ਪਰ ਹੈਡ 'ਚ 56 ਲੱਖ ਘਰਾਂ ਦਾ, 2 ਕਰੋੜ 70 ਲੱਖ ਦੀ ਆਬਾਦੀ ਦਾ, 45,000 ਵਰਕਰ ਲਾ ਕੇ
1300 ਵਰਕਸ਼ਾਪਾਂ 'ਚ ਉਹਨਾਂ ਨੂੰ ਟ੍ਰੇਨਿੰਗ ਦੇ ਕੇ 900 ਸੁਪਰਵਾਈਜ਼ਰ ਲਾ ਕੇ ਤੁਸੀਂ ਸੋਚ ਲਓ ਕਿੰਨਾ ਕਿਵੇਂ ਹੋ ਜਾਊਗਾ ਇਹ ਕੰਮ। ਸੋ ਮੈਂ ਤਾਂ ਕਹਿਣਾ ਜੇ ਉਤਲਾ ਫੈਸਲਾ ਕਰ ਲੇ ਆਪਦੇ ਦਿਮਾਗ ਨੂੰ ਲਾ ਕੇ ਵੀ ਆਪਾਂ ਐਂ ਕਰਨਾ ਹੈ, ਫਿਰ ਜਿਹੋ ਜਿਹਾ ਵੀ ਅਮਲਾ ਹੈ, ਮੈਂ ਅੱਜ ਤੱਕ ਕਿਸੇ ਅਮਲੇ ਨੂੰ ਇੱਕ ਸਿਵਾਏ ਇੱਕ ਡਿਪਟੀ ਰਜਿਸਟਰਾਰ ਨੂੰ ਅਸੀਂ ਸਸਪੈਂਡ ਕਰਿਆ ਸੀ, ਨਹੀਂ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਨਾ ਸਜ਼ਾ ਦੇਣੀ ਪਈ ਹੈ। ਇਹ ਸਪਸ਼ਟ ਕਰਨਾ ਪਊਗਾ ਸਰਕਾਰੀ ਅਮਲੇ ਨੂੰ ਵੀ ਦੇਖੋ ਜੋ ਤੁਸੀਂ ਕਰ ਲਿਆ, ਹੁਣ ਤੋਂ ਸਾਫ਼ ਹੋਣਾ ਪਊਗਾ, ਹੁਣ ਤੋਂ ਤੁਹਾਨੂੰ ਕੰਮ ਕਰਨਾ ਪਊ। ਲੋਕਾਂ ਦਾ ਇਹ 5 ਦਿਨ ਨਹੀਂ ਪੁੱਗਣੀ। ਬਾਬਾ ਆਉਂਦਾ ਬਠਿੰਡੇ ਤੋਂ ਪਟਿਆਲੇ, ਉਹਨੂੰ ਕਿਹਾ ਬਾਬਾ ਕੱਲ ਨੂੰ ਆਈ, ਕੱਲ ਨੂੰ ਕਿਉਂ ਆਵੇ ਬਈ? ਉਹ ਉਹਦੇ ਖਾਤੇ ਤੁਹਾਨੂੰ ਤਨਖਾਹ ਮਿਲ ਰਹੀ ਹੈ, ਸਕੂਲ 'ਚ ਕੋਈ ਜਾਂਦਾ ਹੈ ਜੀ ਇਹ ਹੁਣ ਆਏ ਹੋ ਤੁਸੀਂ ਜੀ, ਕਿਉਂ ਆਏ? ਕਿਉਂ ਨਹੀਂ ਉਹਨੂੰ ਹੱਕ ਜਾਣਦਾ? ਕਿਉਂ ਨਹੀਂ ਉਹਨੂੰ ਜਾ ਕੇ ਪੁੱਛਣ ਦਾ ਵੀ ਮੇਰਾ ਬੱਚਾ ਪੜ੍ਹਦਾ ਕਿ ਨਹੀਂ? ਤੁਸੀਂ ਠੀਕ ਹੈ ਦਿਨ ਫਿਕਸ ਕਰ ਦਿਓ ਵੀ ਤੁਸੀਂ 15 ਦਿਨ 'ਚ ਇੱਕ ਵਾਰੀ ਆ ਕੇ ਮਾਪੇ ਪੁੱਛ ਸਕਦੇ ਨੇ, ਅਸੀਂ ਆ ਫਲਾਣਾ ਟੀਚਰ ਬੈਠਾ ਹੋਊਗਾ, ਸਾਰੇ ਉਹਨਾਂ ਦੀ ਇੱਕ ਪਾਸੇ ਗੱਲ ਸੁਣਨਗੇ, ਸੁਣ ਲੈਣ, ਕਿਉਂ ਨਾ ਮਾਪੇ ਪੁੱਛਣ? ਉਹਨਾਂ ਦੇ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਬੱਚੇ ਪਿਆਰੇ ਨਹੀਂ ਹੈਗੇ। ਸੋ ਮੇਰਾ ਕਹਿਣ ਦਾ ਸਿਰਫ ਇੰਨਾ ਹੀ ਮਤਲਬ ਹੈ ਵੀ ਜੇ ਉੱਤੋਂ ਪ੍ਰਸ਼ਾਸਨ ਸੁਧਾਰਨਾ ਹੋਵੇ, ਜੋ ਤੁਸੀਂ ਜਿੱਥੋਂ ਗੱਲ ਸ਼ੁਰੂ ਕਰੀ ਸੀ ਉੱਥੇ ਖਤਮ ਕਰਨ ਲੱਗਿਆ, ਇਹਨਾਂ ਨੂੰ ਜਹਾਜ਼ ਵਰਤਣੇ ਬੰਦ ਕਰ ਦੇਣੇ ਚਾਹੀਦੇ ਨੇ। ਪਹਿਲ ਕਰਨੀ ਚਾਹੀਦੀ ਹੈ ਵੀ ਅਸੀਂ ਜਹਾਜ਼ਾਂ 'ਚ ਨਹੀਂ ਜਾਵਾਂਗੇ, ਅਸੀਂ ਤਾਂ ਕਾਰਾਂ 'ਚ ਹੀ ਜਾਵਾਂਗੇ, ਜਿੰਨਾ ਮਰਜ਼ੀ ਔਖੇ ਹੋ ਰਹੀ ਹੈ, ਚਾਹੇ 100 ਦਿਨ 'ਚ ਟਾਈਮ ਲੱਗ ਜੂਗਾ, ਹਾਲਾਂਕਿ ਉਹ ਟਾਈਮ ਬਹੁਤ ਕੀਮਤੀ ਹੈ ਵੀ ਕਾਰਾਂ 'ਚ ਹੀ ਜਾਵਾਂਗੇ। ਕਾਰਾਂ ਥੋੜ੍ਹੀਆਂ ਚੰਗੀਆਂ ਹੈਗੀਆਂ ਨੇ। MLA ਕਹਿਣ ਵੀ ਅਸੀਂ ਵੀ ਹੁਣ ਨਹੀਂ ਅਸੀਂ ਕਾਰਾਂ ਕੂਰਾਂ ਨਹੀਂ ਲਾਈਆਂ, ਸਾਨੂੰ ਤੁਸੀਂ ਕਿਲੋਮੀਟਰ ਦੇ ਦਿਆ ਕਰੋ ਪੈਸੇ ਕਿ ਅਸੀਂ ਆਪਦੀਆਂ ਗੱਡੀਆਂ ਲੈ ਲਾਂਗੇ, ਠੀਕ ਹੈ। ਫਿਰ ਇਸ ਤੋਂ ਅੱਗੇ ਪੈਨਸ਼ਨਾਂ ਦੀ ਕਹਿਣ ਵੀ ਅਸੀਂ ਬੰਦ, ਪਰ ਪੈਨਸ਼ਨਾਂ ਇਹ ਆਪ ਨਹੀਂ ਬੰਦ ਕਰ ਸਕਦੇ, ਆਪਦੀਆਂ ਛੱਡ ਦੇਣ ਵੀ ਚਲੋ ਯਾਰ ਅਸੀਂ ਨਹੀਂ ਲੈਂਦੇ। ਜਿੰਨਾ ਕੋਲ ਪ੍ਰੋਖੋ ਹੈਗੀ ਹੈ ਉਹ ਤਾਂ ਛੱਡ ਹੀ ਸਕਦੇ ਨੇ ਨਾ, ਉਹ ਐਲਾਨ ਕਰ ਦੇਣ ਵੀ ਅਸੀਂ ਪੈਨਸ਼ਨ ਨਹੀਂ ਲੈਣੀ। ਇਹ ਤਾਂ ਵਿਕਟਰੀ ਹੋ ਹੀ ਸਕਦੀ ਹੈ ਨਾ। ਮੈਂ ਜਦ ਡਾਇਰੈਕਟਰ ਲੱਗਿਆ, ਮੈਨੂੰ ਕਿਹਾ ਸਰਕਾਰ ਨੇ, ਮੈਂ ਕਿਹਾ ਮੈਂ ਪੈਸੇ ਨਹੀਂ ਲੈਣੇ, ਮੈਂ ਤਾਂ ਮੁਫਤ ਕੰਮ ਕਰੂੰ ਕਿਉਂਕਿ ਮੈਨੂੰ ਪੈਨਸ਼ਨ ਮਿਲਦੀ ਹੈ, ਮੈਂ ਨਹੀਂ ਕਰਨਾ। ਇਹ ਕਹਿ ਸਕਦੇ ਨੇ ਜੇ। ਔਰ ਇਹ ਉਦੋਂ ਬਾਅਦ ਹੋਰ ਪਾਸੇ ਇਹਨਾਂ ਨੇ ਕੀ ਲੈਣਾ MLA ਦੀ ਪੈਨਸ਼ਨ ਤੋਂ? ਕਹਿੰਦੇ ਅਸੀਂ ਨਹੀਂ MLA ਵਾਲੀ ਪੈਨਸ਼ਨ ਲੈਂਦੇ, ਚਾਹੇ ਅਸੀਂ 4 ਵਾਰ ਰਹਿ ਗਏ, ਨਾ ਅਸੀਂ MP ਵਾਲੀ ਲਈਏ, ਅਸੀਂ ਤਾਂ ਪੈਨਸ਼ਨ ਲੈਂਦੇ ਨਹੀਂ। ਜਾਂ ਦੂਜਾ ਤਰੀਕਾ ਹੈ ਵੀ ਆਹ ਲੈ ਲਈ, ਆਹ ਮੈਂ ਸਰਕਾਰ ਦੇ ਖਾਤੇ ਮੁੜ ਕੇ ਜਮ੍ਹਾਂ ਕਰਾਤੀ, ਜਾਂ ਫਲਾਣੇ ਧਰਮ ਅਰਥ ਦੇਤੀ, ਵੱਧ ਤੋਂ ਵੱਧ ਇਹ ਕਰ ਦੇਣ, ਪਬਲਿਕਲੀ ਦੱਸਣ ਵੀ ਆਹ ਗਰੀਬਾਂ ਨੂੰ ਤਾਂ ਮਿਲਦਾ ਨਹੀਂ, ਇਹ ਪੈਸਾ ਮੈਂ ਇਸ ਥਾਂ ਤੇ ਲਾਤਾ। ਮੈਨੂੰ ਇੱਕ ਵਾਰੀ ਇੱਕ ਸੈਕਟਰੀ ਨੇ ਕਿਹਾ ਵੀ ਤੁਸੀਂ ਲੈਕਚਰ ਦਾ 10,000 ਰੁਪਇਆ ਲਿਆ ਕਰੋ। ਮੈਂ ਕਿਹਾ ਮੈਂ ਕੀ ਕਰਨਾ ਪੈਸਾ, ਮੈਨੂੰ ਤਾਂ ਪੈਨਸ਼ਨ ਮਿਲਦੀ ਹੈ। ਨਹੀਂ ਬਹੁਤ ਤੁਹਾਡੀ ਲੈਕਚਰ ਬਹੁਤ ਵਧੀਆ ਹੁੰਦਾ ਹੈ। ਮੈਂ ਕਿਹਾ ਚੱਲ ਆਪਾਂ ਇੱਕ ਸੌਦਾ ਕਰਦੇ ਹਾਂ ਵੀ ਤੁਸੀਂ ਮੇਰੇ ਖਾਤੇ 10,000 ਰੁਪਇਆ ਪਾ ਦਿਆ ਕਰੋ ਕਾਗਜ਼ਾਂ 'ਚ, ਤੇ ਮੈਂ ਜਿਹੜੇ ਸਕੂਲ ਨੂੰ ਕਹਾਂ ਉਸ ਸਕੂਲ ਨੂੰ ਭੇਜ ਦਿਆ ਕਰੋ ਵੀ ਉੱਥੇ ਲਾ ਦਿਓ ਪੈਸਾ ਹੈ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਤੁਹਾਨੂੰ ਜੇ ਅਗਲਾ ਕਹਿੰਦਾ ਹੀ ਹੈ, ਮੈਂ ਇੱਕ ਕਾਲਜ 'ਚ ਲੈਕਚਰ ਦੇਣ ਗਿਆ B.Ed ਕਾਲਜ 'ਚ, ਉਹ ਕਹਿੰਦੇ ਜੀ ਅਸੀਂ ਤਾਂ ਜ਼ਰੂਰ ਆਨਰੇਰੀਅਮ ਦਿੰਦੇ ਹਾਂ, ਅਸੀਂ ਤਾਂ ਉਦੋਂ ਬਿਨਾਂ ਸਾਰਦੇ ਹੀ ਨਹੀਂ, ਸਾਡਾ ਤਾਂ ਐਂ ਰੂਲ ਟੁੱਟ ਜੂਗਾ, ਫਲਾਣਾ ਹੋ ਜੂਗਾ। ਮੈਂ ਕਿਹਾ ਠੀਕ ਹੈ ਜੀ, ਆਓ ਮੇਰੇ ਦਸਤਖਤ ਕਰਾਓ, ਇਹੀ ਪੈਸਾ ਇੱਥੇ ਦਾਨ 'ਚ ਪਾ ਦਿਓ, ਮੈਨੂੰ ਪਰਚੀ ਕੱਟ ਦਿਓ, ਖਤਮ ਹੋ ਗਈ। ਤੁਸੀਂ ਜਦ ਫੈਸਲਾ ਕਰ ਲਿਆ ਵੀ ਰੋਟੀ ਆਪਦੀ ਬੰਨ੍ਹ ਕੇ ਨਾਲ ਲਿਜਾਓਗੇ, ਜਿੰਨਾ ਚਿਰ ਤੁਸੀਂ ਖੁਦ ਤਿਆਗ ਨਹੀਂ ਕਰਦੇ। ਜੇ ਆਚਾਰੀਆ ਚਾਣਕਿਆ ਨੇ ਕੁਛ ਕਰਿਆ ਸੀ ਨਾ, ਤਾਂ ਉਹ ਆਪ ਰੋਟੀ ਨਹੀਂ, ਐ ਨਹੀਂ ਵੀ ਆਪ ਪ੍ਰਸ਼ਾਦੇ ਛਕੇਗਾ, ਇਹ ਸਾਨੂੰ ਮੰਨਣਾ ਹੀ ਪਏਗਾ। ਸੋ ਅੱਜ ਸਾਡੇ ਲੋੜ ਹੈ, ਸਾਨੂੰ ਜ਼ੋਰ ਲਾ ਕੇ ਕਰਨਾ ਚਾਹੀਦਾ ਹੈ। ਜਿਹੜੇ ਉੱਪਰ ਵਾਲੇ ਨੇ ਪਹਿਲਾਂ ਉਹਨਾਂ ਨੂੰ ਆਪਦੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ, ਦੂਜਿਆਂ ਨੂੰ ਪਾਠ ਪੜ੍ਹਾਉਣ ਦੀ ਬਜਾਏ। ਉਹਦੇ ਵਿੱਚ ਮੈਨੂੰ ਪਤਾ ਹੈ ਜਿਹੜੇ ਪ੍ਰੋਪਾਗੈਂਡਾ ਕਰਨ ਵਾਲੇ ਨੇ, ਜੇ ਅਸੀਂ ਪੇਪਰ ਲੀਕ ਕਰਿਆ, ਸਾਨੂੰ ਪਤਾ ਪੇਪਰ ਲੀਕ ਮਾਫੀਆ ਸਾਡੇ ਖਿਲਾਫ ਰੋਜ਼ ਖਬਰਾਂ ਦਿੰਦਾ ਸੀ। ਜੇ ਤੁਸੀਂ ਖਬਰਾਂ ਦੀ ਐਨਾਲਿਸਿਸ ਕਰੀ ਜਾਓਗੇ, ਕਰੀ ਜਾਓ, ਝੂਠੀਆਂ ਖਬਰਾਂ ਲਵਾਉਂਦਾ ਸੀ, ਫਿਰ ਉਸ ਤੋਂ ਬਾਅਦ ਕੋਰਟ ਨਾਲ ਕੇਸ ਪਾਉਂਦਾ ਸੀ, ਪਾਵੇ ਡਟ ਕੇ ਡੱਬੋ ਵੀ ਕੋਈ ਨਹੀਂ ਤੁਸੀਂ ਪਾਲੋ, ਅਸੀਂ ਆਪਦੇ ਰਸਤੇ ਚੋਂ ਨਹੀਂ ਭਟਕਣਾ, ਤੁਸੀਂ ਜਿੰਨਾ ਜ਼ੋਰ ਲਾਉਣਾ ਲਾ ਲਓ। ਬਿਲਕੁਲ। ਸੋ ਇਸ ਕਰਕੇ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਇਹ ਜਿਹੜੀ ਸਰਕਾਰ ਹੈ, ਇਹ ਸਮਝ ਲਓ ਵੀ ਬਹੁਤ ਛੋਟੀ ਜਿਹੀ ਇੱਕ ਚੀਜ਼ ਹੈ ਜਿਹੜੀ ਪੰਜਾਬ ਦੀ ਸਰਕਾਰ ਹੈ। ਇਹ ਘਿਰੀ ਹੋਈ ਆਲੇ ਦੁਆਲੇ ਬੜੇ ਉਹਨਾਂ ਲੋਕਾਂ 'ਚ ਜਿਹੜੇ ਕਹਿੰਦੇ ਨੇ ਵੀ ਕਾਰਪੋਰੇਟ ਦਾ ਹੋਣਾ ਚਾਹੀਦਾ, ਲੋਕਾਂ ਦਾ ਕੱਖ ਹੋਣਾ ਨਹੀਂ ਚਾਹੀਦਾ। ਉਂਝ ਉਹਨਾਂ ਨੂੰ ਕਹਿ ਦਿਓ ਤੁਹਾਨੂੰ ਆਟਾ ਦਾਲ ਦੇ ਦਾਂਗੇ, ਫਲਾਣਾ ਦੇ ਦਾਂਗੇ, ਫਲਾਣਾ ਦੇ ਦਾਂਗੇ। ਇਸ ਪਾਸੇ ਉਹਨੂੰ ਲਿਜਾਣਾ ਚਾਹੁੰਦੀ ਹੈ। ਜੇ ਸਰਕਾਰ ਦੀ ਹਿੰਮਤ ਹੋਏਗੀ, ਜੇ ਸਰਕਾਰ ਦਾ ਡਿਟਰਮੀਨੇਸ਼ਨ ਹੋਏਗਾ, ਤਾਂ ਉਹ ਕਹੇ ਬਿਲਕੁਲ ਨਹੀਂ, ਅਸੀਂ ਮੁੱਦਿਆਂ ਦੀ ਰਾਜਨੀਤੀ ਕਰਾਂਗੇ, ਮੁੱਦੇ ਲੋਕਾਂ ਦੇ ਸਾਹਮਣੇ ਫੋਕਸ ਕਰਾਂਗੇ, ਇਨਸਾਫ ਦਾ ਪ੍ਰਸ਼ਾਸਨ ਦਿਆਂਗੇ, ਤੁਸੀਂ ਜਿਹੜਾ ਜੋਰ ਲਾਉਣਾ ਲਾ ਲਓ, ਸਾਡਾ ਭੰਡੀ ਪ੍ਰਚਾਰ ਕਰ ਲਓ, ਸਾਡੇ ਖਿਲਾਫ ਲਿਖ ਦਿਓ, ਸਾਡੇ ਖਿਲਾਫ ਮੁਕੱਦਮੇ ਪਾ ਲਓ। ਤੁਸੀਂ ਦੱਸੋ ਵੀ ਜਿਹਦਾ ਬੋਰਡ ਆਫ ਮੈਨੇਜਮੈਂਟ, ਜਿਹਦੀ ਫਾਈਨੈਂਸ ਕਮੇਟੀ, ਜਿਹਦਾ ਮੈਡੀਕਲ ਕਾਲਜ ਦਾ ਸਟਾਫ ਸਾਰਾ, ਜਿਹਦਾ ਯੂਨੀਵਰਸਿਟੀ ਦਾ ਤੀਜਾ ਹਿੱਸਾ ਸਟਾਫ, ਜਿੱਥੋਂ ਦਾ DC SSP, ਜਿੱਥੋਂ ਦਾ ਪੱਤਰਕਾਰ ਯਾਨੀ ਕਿ ਪ੍ਰੈਸ, ਜਿੱਥੋਂ ਦਾ ਜਿਹੜਾ ਸੀ ਸੈਕਟਰੀ, ਮਿਨਿਸਟਰ, ਡਾਇਰੈਕਟਰ ਉਲਟ ਹੋਵੇ, ਫਿਰ ਉਹ ਕੰਮ ਕਰ ਜਾਣ ਤੇ ਫਿਰ ਸਿਰਫ ਇੱਕੋ ਹੀ ਗੱਲ, ਸਿਰ 'ਚ ਕਫਨ ਬੰਨ੍ਹ ਕੇ ਕੰਮ ਹੁੰਦਾ ਵੀ ਕੋਈ ਗੱਲ ਨਹੀਂ, ਤੁਸੀਂ ਮਾਰ ਦੋਗੇ ਤਾਂ ਮਾਰ ਦਿਓ, ਗੋਲੀ ਮਰਵਾ ਸਕਦੇ ਨੇ। ਐਕਸੀਡੈਂਟ ਪੱਤਰਕਾਰ ਦਾ ਕਰਾ ਨਹੀਂ ਦਿੱਤਾ ਸੀ ਵੀ, ਪਰ ਮੈਂ ਆਪਦੇ ਰਸਤੇ ਤੋਂ ਨਹੀਂ ਖੁੰਝਣਾ,
ਔਰ ਜੇ ਮੈਂ ਕਿਸੇ ਨੇ ਮੈਨੂੰ ਧਮਕੀ ਦਿੱਤੀ ਸੀ 4 ਬੰਦੇ ਕਹਿੰਦਾ ਅਰਥੀ ਚੱਕਣ ਵਾਲੇ ਤਾਂ ਰੱਖ ਲੈ, ਮੈਂ ਲਿਖਿਆ ਅਰਥੀ ਚੱਕਣ ਵਾਲੇ ਰੱਖਣ ਦੀ ਉਮੀਦ 'ਚ ਮੈਂ ਆਪਣਾ ਅੱਜ ਹੀ ਨਹੀਂ ਅਰਥੀ ਬਣਨਾ। ਅਸੀਂ ਅਰਥੀ ਉਦੋਂ ਹੀ ਬਣਾਂਗੇ ਜਿੱਦੇ ਅਸੀਂ ਸੱਚੀ ਮੁੱਚੀ ਮਰ ਜਾਵਾਂਗੇ, ਚਾਹੇ ਕੋਈ ਮਾਰ ਦੇ, ਚਾਹੇ ਕੋਈ ਐਕਸੀਡੈਂਟ ਕਰ ਦੇ, ਉਹਨਾਂ ਚਿਰ ਅਰਥੀ ਨਹੀਂ ਬਣਨਾ। ਕਹਿੰਦਾ ਰਹਿਣਾ 4 ਦਿਨ, ਰਹਿਣਾ ਮਛਾਲ ਮਚਾ ਕੇ। ਇਹ ਇਹਨਾਂ ਨੂੰ ਕਹਿਣਾ ਪਊਗਾ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਪੰਜਾਬ ਜਾਂ ਕਹਿ ਲਓ ਕਿ ਲੋਕਾਂ ਦੀ ਆਰਥਿਕ ਸਥਿਤੀ ਉਹਨੂੰ ਕਿੱਦਾਂ ਪੈਰਾਂ ਸਿਰ ਕਰਨਾ ਹੈ, ਲੋਕਾਂ ਦੇ ਮੁੱਦਿਆਂ ਨੂੰ ਕਿੱਦਾਂ ਉਭਾਰਨਾ ਹੈ, ਆਮਦਨ ਜਿਹੜੀ ਹੈ ਇੱਕ ਆਮ ਬੰਦੇ ਦੀ ਉਸ ਪੱਧਰ ਤੱਕ ਆਉਣੀ ਚਾਹੀਦੀ ਹੈ ਜਿਹਦੇ ਵਿੱਚ ਉਹ ਆਪਣੀ ਜੀਵਨ ਜਾਂਚ ਨੂੰ, ਆਪਣੇ ਬੱਚਿਆਂ ਦੇ ਭਵਿੱਖ ਨੂੰ ਚੰਗਾ ਬਣਾ ਸਕੇ। ਚਰਚਾ ਕੀਤੀ ਹੈ ਸਰਕਾਰਾਂ ਦੇ ਰੋਲ ਦੇ ਉੱਤੇ ਵੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ। ਧੰਨਵਾਦ।